ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਬੜੇ ਅਹਿਮ ਵਿਸ਼ੇ ਦੇ ਉੱਤੇ ਵਿਚਾਰਾਂ ਕਰਨ ਲੱਗੇ ਹਾਂ। 1947 ਵਿੱਚ ਭਾਰਤ ਦੀ ਆਜ਼ਾਦੀ ਹੋਈ, ਪਰ ਸਿੱਖ ਕੌਮ ਦੀ ਆਜ਼ਾਦੀ ਨਾ ਹੋਈ। ਇੱਕ ਗੁਲਾਮੀ ਚੋਂ ਨਿਕਲ ਕੇ ਸਿੱਖ ਕੌਮ ਦੂਜੀ ਗੁਲਾਮੀ ਵਿੱਚ ਚਲੀ ਗਈ। ਹਾਲਾਂ ਪਹਿਲੀ ਗੁਲਾਮੀ ਦੇ ਵਿੱਚ ਇੰਨੀਆਂ ਮੁਸ਼ਕਿਲਾਂ ਨਹੀਂ ਆਈਆਂ ਜੇ ਸ਼ਾਇਦ ਅੱਜ ਮਹਿਸੂਸ ਕਰਨ ਦੀ ਲੋੜ ਸਮਝੀਏ। ਤੇ ਜਿਸ ਗੁਲਾਮੀ ਵਿੱਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ, ਉਹ ਗੁਲਾਮੀ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਹੈ। ਤੋ ਇਹ ਲੰਬੀਆਂ ਵਿਚਾਰਾਂ ਹਨ। ਇਸ ਵਿਸ਼ੇ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਮੇਰੇ ਵੱਡੇ ਵੀਰ ਅਵਤਾਰ ਸਿੰਘ ਜੀ ਯੂਕੇ ਤੋਂ, ਵੈਸੇ ਜਲੰਧਰ ਤੋਂ, ਕਾਲਾ ਸਿੰਘਿਆ ਪਿੰਡ ਦੇ ਨਾਲ ਸੰਬੰਧ ਰੱਖਦੇ ਹਨ। ਇਹ ਸਾਡੇ ਤੋਂ ਸੀਨੀਅਰ ਮਿਸ਼ਨਰੀ ਕਲਾਸਾਂ ਵਿੱਚ ਸਾਨੂੰ ਪੜ੍ਹਾਉਣ ਵਾਲੇ, ਔਰ ਜਿਨ੍ਹਾਂ ਪਾਸੋਂ ਮੈਂ ਆਪ ਵੀ ਲੈਕਚਰ ਕਰਨ ਦੀ ਜਿਹੜੀ ਟ੍ਰੇਨਿੰਗ ਲਈ ਸਿੱਖਿਆ, ਔਰ ਪਹਿਲਾ ਲੈਕਚਰ ਵੀ ਮੈਂ ਗੁਰੂ ਕੀ ਸੰਗਤ ਵਿੱਚ ਜਾ ਕੇ ਜੋ ਇਹਨਾਂ ਨੇ ਮੇਰੀ ਜ਼ਿੰਮੇਵਾਰੀ ਲਾਈ ਸੀ ਸਾਕਾ ਨਨਕਾਣਾ ਸਾਹਿਬ ਦੇ ਉੱਤੇ, ਮੈਨੂੰ ਯਾਦ ਹੈ, ਉਹ ਨਿਭਾਇਆ। ਤੋ ਇਹਨਾਂ ਪਾਸੋਂ ਅੱਜ ਅਸੀਂ ਵਿਚਾਰਾਂ ਸਰਵਣ ਕਰ ਰਹੇ ਹਾਂ। ਵੀਰ ਅਵਤਾਰ ਸਿੰਘ ਜੀ ਜੋ ਬਰਮਿੰਘਮ ਯੂਕੇ ਦੇ ਵਿੱਚ ਹਨ, ਅੱਜ ਸਾਨੂੰ ਸਿੱਖ ਦਾ ਆਜ਼ਾਦੀ ਵਿੱਚ ਕੀ ਯੋਗਦਾਨ ਸੀ, ਕੀ ਹਿੱਸਾ ਸੀ, ਤੇ ਅੱਜ ਸਾਡੀ ਪੋਜੀਸ਼ਨ ਕੀ ਹੈ, ਮੌਜੂਦਾ ਸਥਿਤੀ ਕੀ ਹੈ, ਉਸ ਵੇਲੇ ਅਸੀਂ ਵਿਚਾਰਾਂ ਸਰਵਣ ਕਰ ਰਹੇ ਹਾਂ ਜੀ। ਵੀਰ ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਸ਼ਾਹ ਹਰਜੀਤ ਸਿੰਘ ਹੋਰਾਂ ਦਾ। ਇਹ ਮੇਰਾ ਛੋਟਾ ਵੀਰ ਹੈ, ਬੜੇ ਲੰਬੇ ਸਮੇਂ ਤੋਂ ਇਹਨਾਂ ਨਾਲ ਮੇਰੀ ਜਾਣ ਪਛਾਣ ਹੈ, ਪਰਿਵਾਰਕ ਜਾਣ ਪਛਾਣ ਹੈ। ਉਸ ਤੋਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਅੱਜ ਪੂਰੇ ਸੰਸਾਰ ਦੇ ਸਿਆਣੇ ਸੱਜਣਾ ਦੇ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਬਣ ਰਿਹਾ ਹੈ। ਅੱਜ ਦਾ ਜਿਹੜਾ ਵਿਸ਼ਾ ਹੈ, ਇਹਦੇ ਉੱਤੇ ਬਹੁਤ ਗੱਲ ਹੋਈ ਹੈ। ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ, ਬਹੁਤ ਗੱਲ ਹੋਈ ਹੈ। ਅਸੀਂ ਸਤਹੀ ਲੈਵਲ ਤੇ ਉੱਪਰੋਂ ਇਹਦੇ ਉੱਤੇ ਬਹੁਤ ਗੱਲਾਂ ਕੀਤੀਆਂ, ਪਰ ਉਹਨੂੰ ਡੂੰਘਾਈ ਦੇ ਵਿੱਚ ਅਸੀਂ ਜਾ ਕੇ ਉਹਦੇ ਕਾਰਨ, ਜੇ ਭਾਰਤ ਦੀ ਆਜ਼ਾਦੀ ਦੀ ਗੱਲ ਕਰਨ ਵਾਸਤੇ ਸਿੱਖਾਂ ਨੇ ਮਤਲਬ 80-85% ਕੁਰਬਾਨੀਆਂ ਦਿੱਤੀਆਂ, ਤੇ ਉਹ ਕਿਹਦੀ ਗੁਲਾਮੀ ਸੀ, ਤੇ ਉਹ ਗੁਲਾਮੀ ਕਿਉਂ ਸੀ, ਤੇ ਗੁਰੂ ਸਾਹਿਬਾਂ ਨੇ ਉਸ ਗੁਲਾਮੀ ਦੇ ਖਿਲਾਫ ਪਹਿਲਾਂ ਤੋਂ ਹੀ ਸਿੱਖਾਂ ਨੂੰ ਕਿੱਦਾਂ ਸਾਵਧਾਨ ਕਰ ਦਿੱਤਾ ਸੀ, ਤੇ ਫਿਰ ਕਿਵੇਂ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਰਾਸ਼ਟਰਵਾਦ ਦੀ ਲੜਾਈ ਦੇ ਮੋਹਰੀ ਹੋ ਕੇ ਸ਼ਹੀਦੀਆਂ ਦਿੰਦੇ ਰਹੇ, ਕੁਰਬਾਨੀਆਂ ਦਿੰਦੇ ਰਹੇ। ਤੇ ਜਦੋਂ ਉਹ ਸਮਾਂ ਆਇਆ ਉਹਨਾਂ ਨੂੰ ਵਾਅਦੇ ਚੇਤੇ ਕਰਾਉਣ ਦਾ, ਜਿਵੇਂ ਹਰਜੀਤ ਸਿੰਘ ਹੋਰਾਂ ਨੇ ਸਾਨੂੰ ਜ਼ਿਕਰ ਕੀਤਾ, ਜਦੋਂ ਉਹਨਾਂ ਦੇ ਵਾਅਦੇ ਚੇਤੇ ਕਰਾਉਣ ਦੀ ਗੱਲ ਆਈ ਤੇ ਉਦੋਂ ਕਹਿੰਦੇ ਵੀ ਸਮਾਂ ਹੋਰ ਸੀ। ਵਕਤ ਗੁਲਸ਼ਨ पे पड़ा खूं हमने दिया, अब बहार आई है तो कहते हैं तुम्हारा काम नहीं। ਉਰਦੂ ਦਾ ਸ਼ੇਰ ਇਸ ਗੱਲ ਤੇ ਢੁੱਕਦਾ ਹੈ। ਮੈਂ ਤੁਹਾਡੇ ਨਾਲ ਜਿਹੜੇ ਤੱਥ ਨੇ ਇਸ ਸਾਰੀ ਕਹਾਣੀ ਦੇ, ਭਾਰਤ ਦੀ ਜਿਹੜੀ ਮੌਜੂਦਾ ਅੰਗਰੇਜ਼ ਤੋਂ ਲਈ ਹੋਈ ਆਜ਼ਾਦੀ ਹੈ ਉਹਦੇ ਨਾਲ ਸੰਬੰਧਿਤ, ਉਹਦੇ ਲਈ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ। ਤੁਸੀਂ ਸਾਰੇ ਮਿਸ਼ਨਰੀ ਕਾਲਜ ਦੀਆਂ ਰੈਗੂਲਰ ਕਲਾਸਿਸ ਦੇ ਵਿੱਚ ਹਾਜ਼ਰੀਆਂ ਭਰਨ ਵਾਲੇ ਹੋ। ਮੈਨੂੰ ਇਹ ਵੀ ਆਸ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ 2 ਸਾਲਾ ਮਿਸ਼ਨਰੀ ਕੋਰਸ ਕੀਤਾ ਹੋਇਆ ਹੋਵੇਗਾ। ਜੇ ਨਹੀਂ ਕੀਤਾ ਤੇ ਤੁਸੀਂ ਉਹਦੇ ਬਾਰੇ ਪੜ੍ਹ ਰਹੇ ਹੋਵੋਗੇ। ਮੈਂ ਅੱਜ ਮਿਸ਼ਨਰੀ ਕਾਲਜ ਦੇ ਨਾਲ ਤਕਰੀਬਨ 45 ਸਾਲ ਤੋਂ ਜੁੜਿਆ ਹੋਣ ਤੋਂ ਬਾਅਦ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਲਿਟਰੇਚਰ ਮਿਸ਼ਨਰੀ ਕਾਲਜ ਨੇ ਤਿਆਰ ਕੀਤਾ ਹੈ 1960ਵਿਆਂ ਤੋਂ ਸ਼ੁਰੂ ਹੋ ਕੇ, ਪਹਿਲਾਂ ਦਿੱਲੀ ਤੋਂ ਤੇ 1980ਵਿਆਂ ਤੋਂ ਲੁਧਿਆਣੇ ਤੋਂ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਮੈਂ ਦੂਸਰੇ ਧਰਮਾਂ ਦਾ, ਇਤਿਹਾਸਾਂ ਦਾ ਵਿਦਿਆਰਥੀ ਹਾਂ। ਮੈਂ ਰੈਗੂਲਰ ਯੂਨੀਵਰਸਿਟੀਜ਼ ਤੇ ਟੈਲੀਵਿਜ਼ਨ ਦੇ ਉੱਤੇ ਇਹਦੇ ਬਾਰੇ ਪ੍ਰੋਗਰਾਮ ਦਿੰਦਾ। ਮੈਂ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਹਿਣਾ ਹੈ ਵੀ ਚਾਹੇ ਤੁਸੀਂ 50 ਕਿਤਾਬਾਂ ਦਾ ਰੈਫਰੈਂਸਿਸ ਪੜ੍ਹ ਲਓ ਤੇ ਮਿਸ਼ਨਰੀ ਕਾਲਜ ਦਾ ਇੱਕ ਟਰੈਕਟ ਪੜ੍ਹ ਲਓ, ਤੇ ਤੁਹਾਨੂੰ ਕੀਤੀ ਕਰਾਈ ਮਿਹਨਤ ਜਿਹੜੀ ਹੈ ਉਹ ਮਿਲ ਜਾਂਦੀ ਹੈ ਤੁਹਾਡੇ ਫਿੰਗਰ ਟਿਪਸ ਦੇ ਉੱਤੇ।
ਇਹਦੇ ਜਿਹੜੇ ਸਾਰੇ ਤੱਥ ਨੇ ਉਹ ਜਿਹੜਾ ਮਿਸ਼ਨਰੀ ਕਾਲਜ ਦਾ ਟਰੈਕਟ ਨੰਬਰ 96 ਹੈ 96 ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਹਿੱਸਾ, ਇਹ ਤੁਸੀਂ ਪੜ੍ਹਿਆ ਹੋਣਾ ਹੈ, ਜੇ ਨਹੀਂ ਪੜ੍ਹਿਆ ਤੇ ਪੜ੍ਹ ਲਓ। ਇਹਦੇ ਵਿੱਚ ਉਹ ਸਾਰੇ ਉਸ ਨੁਕਤੇ, ਪੁਰਾਣੇ ਵਿਦਵਾਨਾਂ ਦੇ ਖਿਆਲ, ਕਾਂਗਰਸ ਲੀਡਰਸ਼ਿਪ ਦੀਆਂ ਜਿਹੜੀਆਂ ਉਸ ਵੇਲੇ ਦੀਆਂ ਕਲਾਬਾਜ਼ੀਆਂ, ਉਹਦੀ ਗੱਲ ਬੜੀ ਡੀਟੇਲ ਦੇ ਵਿੱਚ ਕੀਤੀ ਹੋਈ ਹੈ। ਮੈਂ ਅੱਜ ਦੇ ਇਸ ਸਮੇਂ ਦੇ ਵਿੱਚ ਇਹਨਾਂ ਡੀਟੇਲਸ ਦੇ ਉੱਤੇ ਬਹੁਤਾ ਸਮਾਂ ਨਹੀਂ ਲੈਣਾ। ਮੈਂ ਸਭ ਤੋਂ ਪਹਿਲਾਂ ਗੱਲ ਇਹ ਕਰਨੀ ਚਾਹੁੰਦਾ ਕਿ ਭਾਰਤ ਜਿਹਦੇ ਅਸੀਂ ਹਿੱਸੇਦਾਰ ਸੀ ਪੰਜਾਬ ਦੇ ਰੂਪ ਦੇ ਵਿੱਚ, ਉਹਦੀ ਬੈਕਗ੍ਰਾਉਂਡ ਕੀ ਹੈ। ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਉਹ ਕਿਹੜੀ ਆਜ਼ਾਦੀ ਤੇ ਕਿਹ ਤੋਂ ਆਜ਼ਾਦੀ। ਜਦੋਂ ਪੁਰਾਤਨ ਸਮੇਂ ਤੇ ਜਾਂਦੇ ਹਾਂ, ਇਤਿਹਾਸਕਾਰ ਇਹ ਮੰਨਦੇ ਆ ਕਿ 3000 ਤੋਂ ਲੈ ਕੇ 1500 BC ਤੱਕ ਆਰੀਅਨਸ ਨੇ ਬਾਹਰੋਂ ਆ ਕੇ ਭਾਰਤ ਦੇ ਉੱਤੇ ਆਪਣੇ ਪੈਰ ਜਮਾਏ, ਤੇ ਉਹਦੇ ਵਿੱਚ ਹੀ 400 BC ਦੇ ਆਸ-ਪਾਸ ਮਹਾਭਾਰਤ ਦੀ ਰਚਨਾ ਹੋਈ, ਗੀਤਾ ਦੀ ਰਚਨਾ ਹੋਈ, ਤੇ ਉਸ ਤੋਂ ਬਾਅਦ ਵਿੱਚ ਰਿਸ਼ੀ ਵਾਲਮੀਕ ਨੇ ਰਾਮਾਇਣ ਲਿਖੀ। ਅਸੀਂ ਇਸ ਬਹਿਸ ਵਿੱਚ ਨਹੀਂ ਜਾਣਾ ਕਿ ਕ੍ਰਿਸ਼ਨ ਪਹਿਲਾਂ ਹੋਇਆ ਸੀ ਜਾਂ ਰਾਮਚੰਦਰ ਪਹਿਲਾਂ ਹੋਇਆ ਸੀ। ਜਵਾਹਰ ਲਾਲ ਨਹਿਰੂ ਡਿਸਕਵਰੀ ਆਫ ਇੰਡੀਆ ਦੇ ਵਿੱਚ ਕਹਿੰਦਾ ਹੈ ਕੋਈ ਰਾਮਚੰਦਰ ਨਹੀਂ ਹੋਇਆ ਸੀ, ਇਹ ਤੇ ਵਾਲਮੀਕ ਦਾ ਲਿਖਿਆ ਹੋਇਆ ਐਪਿਕ ਹੈ, ਬਹੁਤ ਵੱਡਾ ਨਾਟਕ ਹੈ। ਮੈਂ ਉਹਦਾ ਹਵਾਲਾ ਦੇ ਰਿਹਾ, ਸਾਡਾ ਵਿਸ਼ਾ ਨਹੀਂ। ਇਹ ਉਹ ਸਮਾਂ ਸੀ ਜਿਸ ਵੇਲੇ ਪੂਰੇ ਸੰਸਾਰ ਦੇ ਉੱਤੇ ਜਾਗਰਤੀ ਆਈ ਹੋਈ ਸੀ। ਸੁਕਰਾਤ, ਜਿਹਨੂੰ ਅਸੀਂ ਸੋਕਰਾਟਿਸ ਕਹਿੰਦੇ ਆ, ਉਹ 470 BC ਦੇ ਵਿੱਚ ਹੋਇਆ। ਆਰੀਅਨਸ 3000 ਤੋਂ 1500 BC ਬਿਫੋਰ ਕ੍ਰਾਈਸਟ ਆਏ, ਤੇ ਸਿਕੰਦਰ ਨੇ ਭਾਰਤ ਉੱਤੇ ਜਾਂ ਪੰਜਾਬ ਤੇ ਹਮਲਾ ਕੀਤਾ 328 ਤੋਂ 327 BC ਦੇ ਵਿੱਚ। ਜਿਸ ਵੇਲੇ ਉਹਨੇ ਹਮਲਾ ਕੀਤਾ, ਇਹ ਸਾਡੇ ਲਈ ਧਿਆਨ ਦੇਣ ਯੋਗ ਹੈ ਕਿ ਪੰਜਾਬ ਦਾ ਉਹ ਖਿੱਤਾ ਜਿਹੜਾ ਪਹਿਲਾਂ ਸਪਤ ਸਿੰਧੂ ਸੀਗਾ, 7 ਦੇ ਦਰਿਆਵਾਂ ਦੀ ਧਰਤੀ, ਉਹਦੇ ਵਿੱਚ ਲੋਕਲ ਗਣ ਕਾਇਮ ਹੋਏ ਸਨ। ਗਣ ਛੋਟੇ ਛੋਟੇ ਰਾਜ, ਉਹ ਰਾਜ ਜਿਹੜੇ ਪਹਿਲਾਂ ਹੀ ਡੈਮੋਕ੍ਰੈਟਿਕ ਸਨ, ਲੋਕ ਆਜ਼ਾਦੀ ਦੇ ਨਾਲ ਉੱਥੇ ਰਹਿੰਦੇ ਸਨ। ਉਹਨਾਂ ਵਿੱਚੋਂ ਹੀ ਇੱਕ ਗਣ ਦੀ ਅਗਵਾਈ ਕਰਦਾ ਸੀ ਰਾਜਾ ਪੋਰਸ, ਜੇਹਲਮ ਦਰਿਆ ਦੇ ਕੰਢੇ ਤੇ, ਜਿਹਨੇ ਸਿਕੰਦਰ ਨੂੰ ਬੜੀ ਤਕੜੀ ਲੜਾਈ ਦਿੱਤੀ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਲੋਕਲ ਗਣ ਸਨ ਉਹਨਾਂ ਨੇ ਸਿਕੰਦਰ ਨੂੰ ਵਾਪਸ ਜਾਣ ਤੇ ਮਜਬੂਰ ਕਰਤਾ ਸੀ। ਤੇ ਸਿਕੰਦਰ ਤੋਂ ਬਾਅਦ ਜਦੋਂ ਸਿਕੰਦਰ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਚੰਦਰਗੁਪਤ ਮੌਰੀਆ, ਚਾਣਕੀਆ ਦੀ ਅਗਵਾਈ ਦੇ ਵਿੱਚ, ਜਿਹਨੂੰ ਕੋਟਲਿਆ ਵੀ ਕਿਹਾ ਜਾਂਦਾ ਸੀ, 321 ਤੋਂ ਲੈ ਕੇ 296 BC ਤੱਕ ਆਪਣਾ ਰਾਜ ਕਾਇਮ ਕਰਦਾ ਹੈ। ਸਾਨੂੰ ਇੱਕ ਭੁਲੇਖਾ ਹੈ, ਅਸੀਂ ਇਹ ਸਮਝਦੇ ਹਾਂ ਕਿ ਉਹ ਚੰਦਰਗੁਪਤ ਮੌਰੀਆ ਤੇ ਚਾਣਕੀਆ ਹਿੰਦੂ ਸੀ, ਉਹ ਹਿੰਦੂ ਰਾਜ ਸੀ। ਤੁਸੀਂ ਹੈਰਾਨ ਨਾ ਹੋਇਓ, ਉਹ ਹਿੰਦੂ ਨਹੀਂ ਸੀ। ਚਾਣਕੀਆ ਜੈਨੀ ਸੀ, ਜੈਨ ਧਰਮ ਨਾਲ ਸੰਬੰਧ ਰੱਖਦਾ ਸੀ। ਉਹਦਾ ਲਿਖਿਆ ਹੋਇਆ ਰਾਜ ਪ੍ਰਬੰਧ ਦਾ ਜਿਹੜਾ ਸੀਗਾ, ਜਿਹਨੂੰ ਬਾਅਦ ਦੇ ਵਿੱਚ ਅਰਥ ਸ਼ਾਸਤਰ ਦਾ ਨਾਂ ਦਿੱਤਾ ਹੈ, ਅੱਜ ਵੀ ਪੂਰੇ ਏਸ਼ੀਆ ਦੀ ਜਿਹੜੀ ਪੋਲਿਟਿਕਸ ਹੈ ਉਹ ਚਾਣਕੀਆ ਨੀਤੀ ਨੂੰ ਆਪਣਾ ਆਧਾਰ ਬਣਾ ਕੇ ਚੱਲਦੀ ਹੈ। ਉਦੋਂ ਤੱਕ ਭਾਰਤ ਦੇ ਵਿੱਚ ਹਿੰਦੂਆਂ ਦੀ, ਹਿੰਦੂ ਧਰਮ ਦੇ ਤੌਰ ਦੇ ਉੱਤੇ ਕੋਈ ਪੁੱਛ ਪੜਤਾਲ ਨਹੀਂ ਸੀ। ਚੰਦਰਗੁਪਤ ਮੌਰੀਆ ਦਾ ਜਿਹੜਾ ਰਾਜ ਹੈ ਉਹ 328 BC ਤੋਂ ਸ਼ੁਰੂ ਹੁੰਦਾ ਹੈ, ਤੇ ਉੱਥੋਂ ਚੱਲ ਕੇ ਫਿਰ ਇਹ ਜਿਹੜਾ 273 ਤੋਂ 232 ਤੱਕ ਅਸ਼ੋਕ ਦਾ ਰਾਜ ਹੁੰਦਾ ਹੈ। ਮੌਰੀਆ ਖਾਨਦਾਨ ਦੇ ਵਿੱਚੋਂ ਹੀ ਚੰਦਰਗੁਪਤ ਮੌਰੀਆ ਦਾ ਪੋਤਰਾ ਹੈ ਅਸ਼ੋਕ। ਅਸ਼ੋਕ ਦਾ ਰਾਜ 273 ਤੋਂ 232 BC ਤੱਕ ਰਹਿੰਦਾ ਹੈ। ਉਦੋਂ ਤੱਕ ਜਿਹੜਾ ਉਹ ਵੀ ਹੈ, ਉਹ ਵੀ ਕੱਟੜ ਹਿੰਦੂ ਨਹੀਂ ਹੈ। ਅਸ਼ੋਕ ਦੇ ਬੁੱਧ ਧਰਮ ਸਵੀਕਾਰ ਕਰਨ ਤੋਂ ਪਹਿਲਾਂ ਉਹਦੇ ਜਿਹੜੇ ਮਾਨਤਾਵਾਂ ਨੇ, ਉਹ ਗਾਂ ਵੀ ਖਾਂਦੇ ਸਨ ਤੇ ਹੋਰ ਸਾਰੇ ਵੀ ਕੰਮ ਕਰਦੇ ਸਨ। ਅਸ਼ੋਕ ਤੋਂ ਬਾਅਦ 150 BC ਦੇ ਵਿੱਚ ਮੌਰੀਆ ਕਾਲ ਤੋਂ ਮਾਨੇਸਰ ਤੋਂ ਯੂਨਾਨੀ ਇੱਕ ਹਮਲਾਵਰ ਆਇਆ, ਉਹਨੇ ਭਾਰਤ ਉੱਤੇ ਆਪਣਾ ਰਾਜ ਕਾਇਮ ਕੀਤਾ ਹੈ, ਤੇ ਉਹਦਾ ਰਾਜ ਕਾਫੀ ਲੰਬਾ ਸਮਾਂ ਚੱਲਿਆ। ਫਿਰ 100 ਸਾਲ ਦੀ ਲਗਾਤਾਰ ਜਦੋਜਹਿਦ ਤੋਂ ਬਾਅਦ ਸਾਊਥ ਇੰਡੀਆ ਤੋਂ ਸ਼ੁਰੂ ਹੋਇਆ 200 ਈਸਵੀ ਦੇ ਵਿੱਚ ਭਾਰਤ ਉੱਤੇ ਪਹਿਲਾ ਹਿੰਦੂ ਰਾਜ ਕਾਇਮ ਹੁੰਦਾ ਹੈ। ਉਹ ਜਿਹੜਾ ਰਾਜ ਹੈ ਉਹ ਚੰਦਰਗੁਪਤ ਦਾ ਰਾਜ ਹੈ। ਇਹ ਚੰਦਰਗੁਪਤ ਮੌਰੀਆ ਨਹੀਂ ਹੈ, ਜਿਹਨੂੰ ਅਸੀਂ ਗੁਪਤ ਕਾਲ ਕਹਿੰਦੇ ਆ। ਇਹਦੇ ਕਈ ਰਾਜੇ ਹੋਏ। ਚੰਦਰਗੁਪਤ ਤੋਂ ਬਾਅਦ ਫਿਰ ਜਿਹੜਾ ਇਹਦਾ ਅਖੀਰਲਾ ਰਾਜਾ ਸੀ ਉਹ ਬਿਕਰਮ ਦਿੱਤਿਆ,
ਇਹ ਵਿਕਰਮਦਿੱਤਿਆ ਜਿਹੜਾ ਇਹ ਵਿਕਰਮਜੀਤ ਨਹੀਂ ਸੀ। ਜਿਹੜਾ ਵਿਕਰਮਜੀਤ ਜਿਹਨੇ ਕੈਲੰਡਰ ਸ਼ੁਰੂ ਕੀਤਾ ਸੀ ਉਹ 56 BC ਦੇ ਵਿੱਚ ਮੌਰੀਆ ਖਾਨਦਾਨ ਦੇ ਰਾਜ ਦੇ ਸਮੇਂ ਉਹ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਵਿਕਰਮਦਿੱਤਿਆ ਤੋਂ ਬਾਅਦ ਹਰਸ਼ਵਰਧਨ ਆਇਆ। 647 ਈਸਵੀ ਨੂੰ ਭਾਰਤ ਵਿੱਚੋਂ ਹਿੰਦੂ ਰਾਜ ਦਾ ਪੂਰਨ ਤੌਰ ਤੇ ਸਫਾਇਆ ਹੋ ਗਿਆ। ਫਿਰ ਮੰਗੋਲੀਆ ਤੋਂ ਮੰਗੋਲ ਹਮਲਾਵਰ ਆਉਂਦੇ ਰਹੇ ਜਿਹੜੇ 647 ਤੋਂ ਲੈ ਕੇ 1027 ਤੱਕ ਉਹਨਾਂ ਨੇ ਪੂਰੇ ਹਿੰਦੁਸਤਾਨ ਤੇ ਮਾਰ ਧਾੜ ਕੀਤੀ। ਫਿਰ ਉਸ ਤੋਂ ਬਾਅਦ ਪਹਿਲੀ ਵਾਰੀ 712 ਈਸਵੀ ਨੂੰ ਮੁਹੰਮਦ ਬਿਨ ਕਾਸਮ ਹਿੰਦੁਸਤਾਨ ਤੇ ਪਹਿਲਾ ਹਮਲਾ ਕਰਦਾ ਹੈ ਤੇ ਉਹਦਾ ਜਾਨਸ਼ੀਨ ਮਹਿਮੂਦ ਗਜ਼ਨਵੀ 1000 ਈਸਵੀ ਤੋਂ ਲੈ ਕੇ 1027 ਤੱਕ 17 ਹਮਲੇ ਕਰਦਾ ਭਾਰਤ ਉੱਤੇ ਤੇ 17 ਹਮਲਿਆਂ ਦੇ ਵਿੱਚ ਜਾ ਕੇ ਉਹ ਇੱਥੋਂ ਤੱਕ ਕਿ ਈਸਟ ਕੋਸਟ ਤੱਕ ਜਾ ਕੇ ਸੋਮਨਾਥ ਦੇ ਮੰਦਿਰ ਤੱਕ ਨੂੰ ਲੁੱਟ ਕੇ ਲੈ ਆਉਂਦਾ ਹੈ। ਉਦੋਂ ਤੱਕ ਭਾਰਤ ਵਿੱਚੋਂ ਜਿਹੜਾ ਹਿੰਦੂ ਰਾਜ ਹੈ ਉਹ ਪੂਰਨ ਤੌਰ ਤੇ ਖਤਮ ਹੋ ਚੁੱਕਾ ਸੀ। ਹਿੰਦੂਆਂ ਦਾ ਕੋਈ ਰਾਜ ਉੱਥੇ ਨਹੀਂ ਸੀ। ਉਸ ਤੋਂ ਬਾਅਦ ਕੁਝ ਸਮਾਂ ਉੱਤਰੀ ਭਾਰਤ ਦੇ ਵਿੱਚ ਰਾਜਪੂਤਾਂ ਦਾ ਰਾਜ ਰਿਹਾ। ਫਿਰ 1175 ਚ ਮੁਹੰਮਦ ਗੌਰੀ ਨੇ ਪੂਰਨ ਤੌਰ ਤੇ ਇਹਨੂੰ ਆਪਣੇ ਅੰਡਰ ਕਰ ਲਿਆ। ਉਸਨੇ ਬੜੇ ਹਿੰਦੂ ਤੇ ਬੜੇ ਬੋਧੀਆਂ ਦਾ ਕਤਲ ਕੀਤਾ। ਫਿਰ ਉਸ ਤੋਂ ਬਾਅਦ ਖਿਲਜੀ ਵੰਸ਼ ਆਉਂਦਾ ਹੈ। ਖਿਲਜੀ ਵੰਸ਼ ਤੋਂ ਬਾਅਦ ਲੋਧੀ ਖਾਨਦਾਨ ਦਾ ਰਾਜ ਆਉਂਦਾ ਹੈ 1447 ਤੋਂ ਲੈ ਕੇ 1526 ਤੱਕ ਤੇ 1526 ਦੇ ਵਿੱਚ ਬਾਬਰ ਆ ਕੇ ਮੁਗਲ ਸਲਤਨਤ ਜਿਹੜੀ ਹੈ ਉਹਦਾ ਆਰੰਭ ਕਰਦਾ ਹੈ। ਜੇ ਅਸੀਂ ਇਹਦੇ ਵਿੱਚੋਂ ਇਹਨੂੰ ਛੋਟਾ ਕਰਕੇ ਵੇਖਣਾ ਹੋਵੇ ਤੇ ਭਾਰਤ ਉੱਤੇ ਹਿੰਦੂਆਂ ਦਾ ਜਿਹੜਾ ਰਾਜ ਹੈ ਉਹ ਬਹੁਤ ਥੋੜਾ ਸਮਾਂ ਰਿਹਾ ਹੈ। ਜਿਹਨੂੰ ਅਸੀਂ ਬਾਰ-ਬਾਰ ਹਿੰਦੂ ਰਾਜ ਦੀ ਗੱਲ ਕਰਦੇ ਹਾਂ ਉਹ ਦਰਅਸਲ ਇਹ ਸਾਰੀ ਗੱਲ ਠੀਕ ਨਹੀਂ ਹੈ। ਭਾਰਤ ਵਿੱਚ 1063 ਸਾਲ ਬਾਅਦ ਜਿਹੜੇ ਵਿਦੇਸ਼ੀ ਹਮਲਾਵਰ ਸਨ ਉਹਨਾਂ ਤੋਂ ਮੁਗਲਾਂ ਦੇ ਰਾਜ ਦੇ ਵਿੱਚ ਪਹਿਲਾ ਆਜ਼ਾਦ ਰਾਜ 1710 ਨੂੰ ਬੰਦਾ ਬਹਾਦਰ ਨੇ ਸਰਹੰਦ ਫਤਿਹ ਕਰਕੇ ਕਾਇਮ ਕੀਤਾ ਸੀ। ਮੇਰਾ ਇਹ ਸਾਰਾ ਪਿਛੋਕੜ ਦੱਸਣ ਦਾ ਭਾਵ ਇਹ ਸੀਗਾ ਵੀ ਜਦੋਂ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਜਾਂ ਹਿੰਦੂ ਗੱਲ ਕਰਦੇ ਹਾਂ ਤੇ ਐਵੇਂ ਨਹੀਂ ਹੈ। ਉਹਨਾਂ ਦਾ ਰਾਜ ਹਿੰਦੂਆਂ ਦਾ ਭਾਰਤ ਉੱਤੇ ਬਹੁਤ ਲੰਬਾ ਸਮਾਂ ਨਹੀਂ ਰਿਹਾ। ਜੇ ਅਸੀਂ ਦੇਖੀਏ 450 ਸਾਲ 200 ਤੋਂ ਲੈ ਕੇ 647 ਈਸਵੀ ਤੱਕ ਹੀ ਇਹਨਾਂ ਨੇ ਰਾਜ ਕੀਤਾ। ਬਾਕੀ ਦਾ ਜਿਹੜਾ ਸਾਰਾ ਸਮਾਂ ਸੀ ਉਹ ਹਮਲਾਵਰ ਹੀ ਇਹਨਾਂ ਉੱਤੇ ਰਾਜ ਕਰਦੇ ਰਹੇ। ਹੁਣ ਜੇ ਅਸੀਂ ਇਹ ਵੇਖੀਏ ਕਿ ਕੀ ਕਾਰਨ ਸੀ ਐਡਾ ਵੱਡਾ ਦੇਸ਼ ਜਿੱਥੇ ਅਸ਼ੋਕ ਵਰਗੇ ਦਾ ਇੱਕ ਬੜਾ ਵੱਡਾ ਰਾਜ ਸੀ, ਉਸ ਤੋਂ ਬਾਅਦ ਗੁਪਤਾ ਕਾਲ ਆਉਂਦਾ ਜਿਹੜਾ ਹਿੰਦੂਆਂ ਦਾ ਰਾਜ ਸੀ, ਉਸ ਦੇ ਬਾਵਜੂਦ ਵੀ ਇਹਦਾ ਇੰਨਾ ਮਾੜਾ ਹਾਲ ਕਿਉਂ ਹੋਇਆ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਿੰਦੂ ਸਮਾਜ ਦੇ ਵਿੱਚ ਮਨੂ ਸਿਮਰਤੀ ਦੇ ਮੁਤਾਬਕ ਵਰਣ ਵੰਡ ਕਰਕੇ ਲੋਕਾਂ ਨੂੰ ਆਪਸ ਦੇ ਵਿੱਚ ਪੂਰਨ ਤੌਰ ਤੇ ਵੰਡ ਦਿੱਤਾ ਗਿਆ ਸੀ। ਉਹ ਵੰਡ ਜਾਤਾਂ ਦੇ ਨਾਂ ਦੇ ਉੱਤੇ, ਧਰਮਾਂ ਦੇ ਨਾਂ ਦੇ ਉੱਤੇ ਤੇ ਬਾਕੀ ਸਾਰੇ ਇੱਕ ਹੋਰ ਕਾਰਨਾਂ ਕਰਕੇ ਉਹਨਾਂ ਦੇ ਵਿੱਚ ਕੋਈ ਵੀ ਜਿਹੜੀ ਗੱਲ ਸੀ ਇਕਸਾਰਤਾ ਵਾਲੀ, ਇਕੱਠਿਆਂ ਵਾਲੀ ਨਹੀਂ ਰਹਿ ਗਈ ਸੀ। ਬ੍ਰਾਹਮਣ ਦਾ ਕੰਮ ਸਿਰਫ ਧਰਮ ਵਿਦਿਆ ਗ੍ਰਹਿਣ ਕਰਨੀ ਤੇ ਧਰਮ ਦਾ ਉਪਦੇਸ਼ ਦੇਣਾ, ਤੇ ਲੜਾਈ ਦਾ ਕੰਮ ਸਿਰਫ ਖੱਤਰੀਆਂ ਦੇ ਹਿੱਸੇ ਆਇਆ ਸੀ ਜਿਹੜੇ ਵਾਰੀਅਰ ਸਨ। ਤੇ ਉਹ ਜਿਹੜੇ ਖੱਤਰੀ ਹੁੰਦੇ ਸਨ, ਇਹ ਗੱਲਾਂ ਸਾਡੇ ਧਿਆਨ ਦੇ ਵਿੱਚ ਹੋਣੀਆਂ ਚਾਹੀਦੀਆਂ, ਮੈਂ ਤੁਹਾਡੇ ਤਾਂ ਇਸ ਕਰਕੇ ਜ਼ਿਕਰ ਕਰ ਰਿਹਾ। ਉਹ ਜਿਹੜੇ ਖੱਤਰੀ ਹੁੰਦੇ ਸਨ ਉਹ ਆਮ ਤੌਰ ਤੇ ਜਿਹੜਾ ਸਮੇਂ ਦਾ ਹਾਕਮ ਹੁੰਦਾ ਸੀ ਉਹਦੇ ਕੋਲ ਨੌਕਰੀਆਂ ਕਰਦੇ ਹੁੰਦੇ ਸਨ। ਉਹਨਾਂ ਦੇ ਮਤਹਿਤ ਹੋ ਜਾਂਦੇ ਸੀ, ਉਹਨਾਂ ਦੀ ਫੌਜ ਵਿੱਚ ਭਰਤੀ ਹੋ ਜਾਂਦੇ ਸੀ, ਕਿਉਂਕਿ ਉਹਨਾਂ ਦਾ ਕੰਮ ਲੜਨਾ ਹੀ ਸੀ ਸਿਰਫ। ਜਿਹੜੇ ਬੈਸ਼ ਜਾਂ ਸ਼ੂਦਰ ਸਨ ਉਹਨਾਂ ਨੂੰ ਹਥਿਆਰ ਚੱਕਣ ਦਾ ਵੈਸੇ ਅਧਿਕਾਰ ਨਹੀਂ ਸੀ। ਉਹ ਆਪਣੀ ਰਾਖੀ ਕਰਨ ਦਾ ਵੀ ਹੱਕ ਨਹੀਂ ਰੱਖਦੇ ਸਨ ਉਸ ਬ੍ਰਾਹਮਣ ਦੀ ਵਰਣ ਵੰਡ ਦੇ ਮੁਤਾਬਕ। ਮਤਲਬ ਇਹ ਕਿ ਸਾਰਾ ਸਮਾਜ ਇੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਜਿਸ ਵੇਲੇ ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ ਦੇ ਉੱਤੇ ਹਮਲਾ ਕੀਤਾ, ਜਦੋਂ ਉਹਦੇ ਸੋਨੇ ਦੇ ਮੰਦਿਰ ਦੇ ਤਖਤ ਤੇ ਲਾ ਕੇ ਲੱਗਿਆ, ਤੇ ਉਹ ਇਤਿਹਾਸਕਾਰ ਲਿਖਦੇ ਨੇ ਕਿ ਉਹ ਆ ਕੇ ਡਰਿਆ। ਉਸ ਮੰਦਿਰ ਦੇ ਵਿੱਚ ਪੰਡਤਾਂ ਦੀ ਗਿਣਤੀ ਇਹਦੀ ਮਹਿਮੂਦ ਗਜ਼ਨਵੀ ਦੀ ਫੌਜ ਨਾਲੋਂ ਕਿਤੇ ਵੱਧ ਸੀ। ਉਹ ਵੇਖਦਾ ਕਿ ਏਡੀ ਵੱਡੀ ਗਿਣਤੀ 'ਚ ਲੋਕ ਬੈਠੇ ਆ, ਮੈਂ ਇਹਨਾਂ ਨੂੰ ਕਿਵੇਂ ਹਰਾ ਕੇ ਮੰਦਿਰ ਢਾਊਂਗਾ। ਪਰ ਜਦੋਂ ਵੇਖਿਆ ਉਹਨੇ ਵੀ ਇਹ ਤਾਂ ਬੋਲਦੇ ਹੀ ਨਹੀਂ ਬੋਲ ਰਹੇ,
ਜਦੋਂ ਉਹਨੇ ਮੰਦਿਰ ਦੀ ਇੱਕ ਕੰਧ ਢਾਹ ਦਿੱਤੀ ਤੇ ਉਹਨਾਂ ਦੀ ਜਿਹੜੀ ਮੂਰਤੀ ਸੀ ਉਹ ਇੱਕ ਪਾਸੇ ਜਾ ਡਿੱਗੀ, ਪੰਡਿਤ ਫੇਰ ਵੀ ਨਹੀਂ ਬੋਲੇ, ਤਾਂ ਫਿਰ ਉਹਦੀਆਂ ਫੌਜਾਂ ਨੇ ਉਹ ਕੱਲਾ ਕੱਲਾ ਬਾਹਮਣ ਫੜ ਫੜ ਕੇ ਕਤਲ ਕੀਤਾ, ਮੰਦਿਰ ਨੂੰ ਲੁੱਟਿਆ, ਸਾਰੇ ਹੀਰੇ ਜਵਾਹਰਾਤ ਲੁੱਟ ਕੇ ਲੈ ਗਿਆ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਸ ਵੇਲੇ ਤੱਕ ਭਾਰਤ ਇੰਨਾ ਨਿਮਾਣਾ ਤੇ ਨਿਤਾਣਾ ਹੋ ਚੁੱਕਾ ਸੀ ਕਿ ਉਹ ਆਪਣੀ ਰਾਖੀ ਕਰਨ ਦੇ ਬਿਲਕੁਲ ਹੀ ਯੋਗ ਨਹੀਂ ਸਨ। ਇਸੇ ਕਰਕੇ ਕੁਝ ਕੁ ਲੋਕੀ ਆਉਂਦੇ ਏਡੀ ਦੂਰੋਂ ਕਾਬਲ ਤੋਂ ਚੱਲਦੇ ਜਾਂ ਮੰਗੋਲੀਆ ਤੋਂ ਚੱਲਦੇ, ਅੱਜ ਜਿਹੜਾ ਉਜ਼ਬੇਕਿਸਤਾਨ ਹੈ ਜਾਂ ਇਧਰਲੇ ਕੰਟਰੀ ਹੈ, ਇਹਨਾਂ ਦੇ ਵਿੱਚੋਂ ਆਉਂਦੇ। ਉਹ ਸਮਰਕੰਦ ਦੇ ਵਿੱਚੋਂ ਬਾਬਰ ਆਇਆ ਸੀ, ਉਹ ਤੈਮੂਰ ਜਿਹੜਾ ਸੀ ਉਹ ਆਇਆ ਸੀ। ਉਹ ਪੂਰੇ ਭਾਰਤ ਨੂੰ ਆਪਣੇ ਪੈਰਾਂ ਥੱਲੇ ਲਤਾੜ ਕੇ, ਇਹਨਾਂ ਨੂੰ ਲੁੱਟ ਕੇ, ਮਾਰ ਕੇ, ਸਾਰਾ ਕੁਝ ਕਰਕੇ ਤਬਾਹ ਕਰਕੇ ਚਲੇ ਜਾਂਦੇ ਤੇ ਇਹਨਾਂ ਨੂੰ ਕੋਈ ਨਹੀਂ ਰੋਕਦਾ ਸੀ। ਫਿਰ ਸਮਾਂ ਆਇਆ 1469 ਦਾ, तो फिर उठी आखिर सदा तौहीद की पंजाब से, हिंद को एक मर्दे कामल ने जगाया ख्वाब से। ये इलामा इकबाल दा शेर है, असी स्टेजां ते बड़ा ही सुनिया ते बड़ा ही सुनाया है। आ जिन्नी गल मैं पिछली बैकग्राउंड दी कीती, इहनूं ध्यान दे विच रख के इस शेर नूं दुआरा विचारो। हिंद को एक मर्दे कामल ने जगाया ख्वाब से। सुता पिया सी भूख गुलामी दी झल झल के, आदी हो गया सी गुलामी दा, ਤੇ ਉਹਦੇ ਵਿੱਚੋਂ ਜੇ ਕਿਸੇ ਨੇ ਜਗਾਇਆ, ਫਿਰ ਪੰਜਾਬ ਦੇ ਵਿੱਚ ਇੱਕ ਮਰਦੇ ਕਾਮਲ ਪ੍ਰਗਟ ਹੋਇਆ, ਗੁਰੂ ਨਾਨਕ ਸਾਹਿਬ। ਉਹਨਾਂ ਸਭ ਤੋਂ ਪਹਿਲਾਂ ਕੀ ਕੀਤਾ? ਸਭੇ ਸਾਂਝੀ ਬਾਲ ਸਦਾਇਨ। ਉਹ ਆਪਣੇ ਹਮਖਿਆਲ ਲੋਕਾਂ ਦੇ ਵਿਚਾਰਾਂ ਨੂੰ ਇਕੱਠਿਆਂ ਕੀਤਾ। ਉਹ ਮੱਧ ਭਾਰਤ ਦੀ ਭਗਤੀ ਲਹਿਰ ਜਿਹੜੀ ਉਸ ਵੇਲੇ ਧਾਰਮਿਕ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੋਈ ਸੀ, ਉਹਨਾਂ ਦੇ ਵਿਚਾਰਾਂ ਨੂੰ ਇਕੱਠੇ ਕੀਤਾ। ਉਹ ਸਾਰੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹ ਜਦੋਂ ਵਿਚਾਰ ਉੱਤਰੀ ਭਾਰਤ ਦੇ ਵਿੱਚ ਗੂੰਜਣ ਲੱਗੀ, ਫਿਰ ਉਹਦੇ ਵਿੱਚੋਂ ਇੱਕ ਲੋਕ ਲਹਿਰ ਖੜੀ ਹੋਈ। ਗੁਰੂ ਨਾਨਕ ਦਾ ਧਰਮ ਕੋਈ ਪੂਜਾ ਪਾਠ ਦਾ ਧਰਮ ਥੋੜ੍ਹਾ ਹੈ। ਗੁਰੂ ਨਾਨਕ ਸਾਹਿਬ ਦਾ ਧਰਮ ਤਾਂ ਅਮਲੀ ਜੀਵਨ ਜਿਉਣ ਦਾ, ਇੱਕ ਆਜ਼ਾਦ ਜੀਵਨ ਜਿਉਣ ਦਾ ਜੀਵਨ ਮਾਰਗ ਹੈ। ਅਸੀਂ ਉਹਨੂੰ ਕਰਮਕਾਂਡ ਤੱਕ ਸੀਮਤ ਕਰ ਲਿਆ। ਅੱਜ ਦਾ ਜਿਹੜਾ ਮੈਨੂੰ ਟੌਪਿਕ ਸਰ ਹਰਜੀਤ ਸਿੰਘ ਹੋਰਾਂ ਨੇ ਦਿੱਤਾ ਹੈ, ਉਹਦੇ ਵਿੱਚ ਇਹ ਵੀ ਹੈ ਕਿ ਅੱਜ ਅਸੀਂ ਕਿੱਥੇ ਖੜੇ ਹਾਂ, ਅੱਜ ਸਾਡੀ ਕੀ ਹਾਲਤ ਹੈ। ਅੱਜ ਅਸੀਂ ਉਸੇ ਥਾਂ ਤੇ ਆ ਕੇ ਖੜੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਾਰਤ ਦਾ ਸਮਾਜ ਖੜਾ ਸੀ। ਆਪਾਂ ਇਹਦੀ ਗੱਲ ਬਾਅਦ ਵਿੱਚ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਆਮ ਮਨੁੱਖਾਂ ਦੀ ਐਸੀ ਬਾਂਹ ਫੜੀ, ਐਸੀ ਉਹਨਾਂ ਦੀ ਮਦਦ ਕੀਤੀ, ਉਹਨਾਂ ਦੇ ਅੰਦਰ ਐਸਾ ਆਤਮ ਵਿਸ਼ਵਾਸ ਪੈਦਾ ਕੀਤਾ, ਐਸੀ ਉਹਨਾਂ ਅੰਦਰ ਰੂਹ ਫੂਕੀ ਕਿ ਉਹ ਲੋਕ ਜਿਹੜੇ ਪਹਿਲਾਂ ਹਕੂਮਤਾਂ ਤੋਂ ਥਰ-ਥਰ ਕੰਬਦੇ ਸਨ, ਉਹੀ ਹਕੂਮਤਾਂ ਦੇ ਸਾਹਮਣੇ ਖੜੇ ਹੋਣੇ ਸ਼ੁਰੂ ਹੋ ਗਏ। ਤੇ ਗੁਰੂ ਨਾਨਕ ਸਾਹਿਬ ਨੇ ਗੱਲ ਸਿਰਫ ਵੈਸੇ ਹੀ ਨਹੀਂ ਕੀਤੀ, ਉਹਨਾਂ ਨੇ ਬਾਬਰ ਨੂੰ ਜ਼ਾਬਰ ਵੀ ਆਖਿਆ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨ ਵੇਲਾ ਲੋ, ਇਹ ਵੀ ਗੱਲ ਆਖੀ। ਸਾਰੀ ਜਦੋਂ ਇਹ ਗੱਲ ਆਈ ਤੇ ਉੱਤਰੀ ਭਾਰਤ ਦੇ ਵਿੱਚ ਨਵੀਂ ਰੂਹ ਇਸ ਤਰੀਕੇ ਨਾਲ ਫੂਕੀ ਗਈ। ਜੇ ਕਿਤੇ ਕਾਲ ਪੈਂਦਾ ਤੇ ਉੱਥੇ ਲੰਗਰ ਲਗਾ ਦਿੱਤਾ ਜਾਂਦਾ ਹੈ, ਜੇ ਕਿਤੇ ਪੀਣ ਵਾਲੇ ਪਾਣੀ ਦੀ ਘਾਟ ਹੈ ਤਾਂ ਉੱਥੇ ਖੂਹ ਲਗਵਾ ਦਿੱਤੇ ਜਾਂਦੇ ਹੈ। ਤੇ ਇਸੇ ਲੋਕ ਲਹਿਰ ਦੇ ਆਗੂ ਹੋਣ ਕਰਕੇ ਹੀ ਗੁਰੂ ਅਰਜਨ ਸਾਹਿਬ ਨੂੰ 1606 ਚ ਯਾਸਾ ਤੇ ਸਿਆਸਤ ਦੇ ਕਾਨੂੰਨ ਤਹਿਤ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ। ਅਸੀਂ ਤਾਂ ਬਿਲਕੁਲ ਛੋਟੀਆਂ ਜਿਹੀਆਂ ਗੱਲਾਂ ਲੈ ਕੇ ਬੈਠ ਗਏ, ਚੰਦੂ ਦੀ ਕੁੜੀ ਨਾਲ ਆਹ ਹੋ ਗਿਆ ਜੀ, ਉਹ ਹੋ ਗਿਆ। ਉਸ ਵੇਲੇ ਦੀ ਰਾਜਨੀਤਿਕ ਹਾਲਤ ਇਸ ਹੱਦ ਤੱਕ ਲੋਕਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਪੈਦਾ ਹੋ ਗਈ ਸੀ ਕਿ ਉਹ ਹਕੂਮਤਾਂ ਦੇ ਸਾਹਮਣੇ ਖੜਾ ਹੋਣਾ ਸ਼ੁਰੂ ਹੋ ਗਏ ਸਨ। ਤੇ ਗੁਰੂ ਅਰਜਨ ਸਾਹਿਬ ਨੂੰ ਸਮੇਂ ਦੀ ਹਕੂਮਤ ਨੇ ਯਾਸਾ ਧਾਰਮਿਕ ਆਗੂ ਦੇ ਰੂਪ ਦੇ ਵਿੱਚ ਤੇ ਸਿਆਸੀ ਆਗੂ ਦੇ ਰੂਪ ਦੇ ਵਿੱਚ ਜਾਣ ਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ। ਲੜਾਈਆਂ ਲੜੀਆਂ ਗਈਆਂ। ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਫਿਰ 1699 ਚ ਇੱਕ ਜੀਵਨ ਜਾਂਚ ਦੇ ਵਿੱਚ ਇਨਕਲਾਬ ਆਇਆ। ਉਹ ਕਿਹੜਾ ਇਨਕਲਾਬ ਸੀ? ਇੱਕੋ ਜੀ ਵਰਦੀ, ਮੈਂ ਖੰਡੇ ਦੀ ਪੌਲ ਦੇ ਦੇਣੀ ਹੈ। ਗੁਰਸੰਗਤ ਕੀਨੀ ਖਾਲਸਾ ਵਾਲੀ ਅਵਸਥਾ ਆ ਗਈ। ਹੁਣ ਸਾਰੇ ਇੱਕੋ ਜਿਹੇ ਨੇ। ਇੱਥੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ। ਪੰਜ ਪਿਆਰੇ ਚੁਣੇ ਉਹਨਾਂ ਜਾਤਾਂ ਵਿੱਚੋਂ ਜਿਨ੍ਹਾਂ ਨੂੰ ਲੋਕ ਧਰਮ ਮੰਦਰ ਦੇ ਨੇੜੇ ਨਹੀਂ ਜਾਣ ਦਿੰਦੇ ਸਨ, ਉਹਨਾਂ ਨੂੰ ਲਿਆ ਕੇ ਆਪ ਉਹਨਾਂ ਦੇ ਸਾਹਮਣੇ ਉਹਨਾਂ ਕੋਲੋਂ ਅੰਮ੍ਰਿਤ ਛਕ ਕੇ ਉਹਨਾਂ ਨੂੰ ਸਤਿਗੁਰ ਪੂਰਾ ਤੱਕ ਦਾ ਖਿਤਾਬ ਦੇ ਕੇ ਗੁਰੂ ਖਾਲਸਾ ਪੰਥ ਦੀ ਜੁਗਤ ਰੂਪ ਦੀ ਗੁਰਗੱਦੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੌਂਪ ਦਿੰਦੇ ਨੇ। ਉਹਦੇ ਵਿੱਚੋਂ ਐਸੀ ਆਜ਼ਾਦੀ ਦੀ ਰੂਹ ਫੂਕੀ ਗੁਰੂ ਸਾਹਿਬ ਨੇ, ਜਿਹਦੇ ਵਿੱਚੋਂ 1708 ਨੂੰ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਬਹਾਦਰ ਨੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਉਹਨਾਂ ਦੇ ਪੰਜਾਂ ਪਿਆਰਿਆਂ ਦੇ ਤਹਿਤ
1.5 ਸਾਲ ਦੇ ਵਿੱਚ ਹੀ ਸਰਹੰਦ ਦੀ ਇੱਟ ਨਾ ਇੱਟ ਖੜਕਾ ਕੇ ਸਰਹੰਦ ਨੂੰ ਆਪਣੇ ਅਧੀਨ ਕਰਕੇ ਵਜ਼ੀਰ ਖਾਂ ਤੇ ਉਹਦੇ ਚਾਪਲੂਸਾਂ ਨੂੰ ਕਤਲ ਕਰਕੇ ਮੈਦਾਨੇ ਜੰਗ ਦੇ ਵਿੱਚ ਸਿੱਖ ਰਾਜ ਆਰੰਭ ਕਰ ਦਿੱਤਾ। ਤੇ ਉਹ ਜਿਹੜਾ ਸਿੱਖ ਰਾਜ ਸੀ ਉਹਦੇ ਵਿੱਚ ਇਹ ਨਹੀਂ ਵੇਖਿਆ ਗਿਆ ਕੌਣ ਉੱਚੀ ਜਾਤ ਦਾ ਹੈ, ਕੌਣ ਨੀਵੀਂ ਜਾਤ ਦਾ ਹੈ। ਅਸੀਂ ਤਾਂ ਸੋਚ ਵੀ ਨਹੀਂ ਸਕਦੇ ਇਹ ਗੱਲ। ਸਰਹੰਦ ਦਾ ਜਿਹੜਾ ਨਾਇਬ ਸੂਬੇਦਾਰ ਸੀ ਉਹ ਆਲੀ ਸਿੰਘ ਨੀਵੀਂ ਜਾਤ ਵਿੱਚੋਂ ਸੀ, ਸ਼ਡਿਊਲ ਕਾਸਟ ਵਿੱਚੋਂ ਸੀ। ਉਹ ਕੋਈ ਐਸਾ ਵਿਤਕਰਾ ਨਹੀਂ ਕੀਤਾ ਗਿਆ। ਉਹ ਲੋਕ ਜਿਹੜੇ ਪੈਰਾਂ ਥੱਲੇ ਦਬੇ ਹੋਏ ਸਨ ਉਹਨਾਂ ਨੂੰ ਇਹ ਇਸ ਤਰੀਕੇ ਦੀ ਆਜ਼ਾਦੀ ਦਾ ਜੀਵਨ ਦਿੱਤਾ। ਮਿਸਲਾਂ ਦਾ ਸਮਾਂ ਆਇਆ, ਅਸੀਂ ਲੜਦੇ ਭਿੜਦੇ ਰਹੇ, ਸਿਰਾਂ ਦੇ ਮੁੱਲ ਪੈਂਦੇ ਰਹੇ। ਅਸੀਂ ਆਪਣੀ ਹੋਂਦ ਬਚਾਉਣ ਵਾਸਤੇ ਕਿਹੜੀ ਸਮੇਂ ਦੀ ਕੁਰਬਾਨੀ ਹੈ ਜਿਹੜੀ ਨਹੀਂ ਦਿੱਤੀ, ਕਿਹੜਾ ਜ਼ੁਲਮ ਸੀ, ਕਿਹੜਾ ਨਹੀਂ ਸਹਿਆ। ਉਸ ਤੋਂ ਬਾਅਦ ਮਿਸਲਾਂ ਦੇ ਰਾਜ ਤੋਂ ਬਾਅਦ ਪੰਜਾਬ 'ਚ ਰਾਜ ਕਾਇਮ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ। ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੂੰ ਸਿਆਸੀ ਤੌਰ ਤੇ ਅਸੀਂ ਵਧੀਆ ਸਿੱਖ ਜਾਂ ਉਹਦੇ ਰਾਜ ਨੂੰ ਸਿੱਖ ਰਾਜ ਤੇ ਨਹੀਂ ਕਹਿ ਸਕਦੇ, ਪਰ ਉਹਨੇ ਪੰਜਾਬ ਦੇ ਲੋਕਾਂ ਦੇ ਵਿੱਚ ਐਸੀ ਆਜ਼ਾਦੀ ਵਾਲੀ ਰੂਹ ਫੂਕੀ ਵੀ ਉਸ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਐਸਾ ਝੱਸ ਪਿਆ ਉਹਨਾਂ ਨੂੰ। ਰਣਜੀਤ ਸਿੰਘ ਨੇ ਨਹੀਂ ਵੇਖਿਆ ਇਹ ਗੱਲ ਕਿ ਮੇਰੇ ਰਾਜ ਦੇ ਵਿੱਚ ਜਿਹਨੂੰ ਮੈਂ ਵਜ਼ੀਰ ਬਣਾ ਰਿਹਾ ਇਹ ਹਿੰਦੂ ਆ ਕਿ ਮੁਸਲਮਾਨ ਹੈ ਜਾਂ ਇਹ ਸਿੱਖ ਹੈ। ਉਹਨੇ ਕਾਬਲੀ ਦੇ ਆਧਾਰ ਤੇ ਸਾਰਿਆਂ ਨੂੰ ਦਿੱਤਾ। ਫਿਰ ਸਮਾਂ ਜਿਸ ਵੇਲੇ 1839 ਤੇ 1848 ਚ ਪੰਜਾਬ ਪੂਰਨ ਤੌਰ ਤੇ ਅੰਗਰੇਜ਼ ਦੇ ਅਧੀਨ ਹੋ ਜਾਂਦਾ ਹੈ ਤੇ ਸਿੱਖ ਗੁਲਾਮੀ ਨਹੀਂ ਸਵੀਕਾਰ ਕਰਦਾ। ਮੈਂ ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਕਰਦਾ ਨਾ ਉਹਦੇ ਬੈਕਗ੍ਰਾਉਂਡ ਦੇ ਵਿੱਚ ਸਾਰੀਆਂ ਗੱਲਾਂ ਸਪਸ਼ਟ ਕਰਨ ਦੀ ਗੱਲ ਕਰ ਰਿਹਾ, ਤੁਹਾਡਾ ਸਾਂਝ ਪਾ ਰਿਹਾ ਇਹ ਭਈ ਸਿੱਖਾਂ ਨੇ ਉਹ ਗੁਲਾਮੀ ਨਹੀਂ ਸਵੀਕਾਰ ਕੀਤੀ ਅੰਗਰੇਜ਼ ਦੀ। ਕਦੇ ਭਾਈ ਬਾਬਾ ਵੀਰ ਸਿੰਘ ਜੀ ਔਰੰਗਾਬਾਦੀ, ਕਦੇ ਭਾਈ ਮਹਾਰਾਜ ਸਿੰਘ, ਕਦੇ ਕੋਈ ਅੰਗਰੇਜ਼ ਹਕੂਮਤ ਦੇ ਖਿਲਾਫ ਬਕਾਇਦਾ ਤੌਰ ਤੇ ਬਗਾਵਤਾਂ ਕਰਦੇ ਨੇ। ਜਿਸ ਵੇਲੇ 1857 ਦੇ ਗਦਰ ਦੀ ਗੱਲ ਕਰਦੇ ਨੇ ਨਾ ਇਹ ਵੀ ਉਹ ਆਜ਼ਾਦੀ ਦੀ ਲੜਾਈ ਸੀ। ਕਾਹਦੀ ਆਜ਼ਾਦੀ ਦੀ ਲੜਾਈ ਸੀ? ਜੇ ਤੁਸੀਂ ਨਹੀਂ ਜਾਣਦੇ ਤਾਂ ਡਾਕਟਰ ਗੰਡਾ ਸਿੰਘ ਨੂੰ ਪੜ੍ਹ ਲਓ। ਅੱਜ ਮੇਰੇ ਕੋਲ ਸਮਾਂ ਇੰਨਾ ਨਹੀਂ। ਅਸੀਂ ਆਪਣੇ ਇਤਿਹਾਸ ਦੇ ਵਿੱਚ ਸਕੂਲਾਂ ਵਿੱਚ ਜਦੋਂ ਅਸੀਂ ਪੜ੍ਹਦੇ ਸਾਂ ਝਾਂਸੀ ਦੀ ਰਾਣੀ ਤੇ 1857 ਦਾ ਗਦਰ ਹੀ ਪੜ੍ਹਾਇਆ ਜਾਂਦਾ ਸੀ, ਕਿਤੇ ਨਹੀਂ ਪੜ੍ਹਾਇਆ ਜਾਂਦਾ ਸੀ ਗਦਰੀ ਬਾਬਿਆਂ ਨੇ ਕਿਵੇਂ ਅਮਰੀਕਾ ਕੈਨੇਡਾ ਚੋਂ ਆ ਕੇ ਫਾਂਸੀਆਂ ਦੇ ਰੱਸੇ ਚੁੰਮੇ ਸੀ ਭਾਰਤ ਦੇ ਵਿੱਚ। ਖੈਰ, ਜਦੋਂ ਪੰਜਾਬ ਗੁਲਾਮ ਹੋਇਆ ਅੰਗਰੇਜ਼ ਨੇ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਸਾਡਾ ਦਮਨ ਸ਼ੁਰੂ ਕੀਤਾ ਤੇ ਸਿੱਖਾਂ ਨੇ ਉਹ ਦਮਨ ਸਵੀਕਾਰ ਨਹੀਂ ਕੀਤਾ। ਸਿੱਖ ਫੌਜੀਆਂ ਨੇ ਆਪਣੇ ਹਥਿਆਰ ਨਹੀਂ ਸੁੱਟੇ ਸਨ। ਉਹ ਬਾਹਰ ਦੌੜ ਕੇ ਪੰਜਾਬ ਤੋਂ ਬਾਹਰ ਜਾ ਕੇ ਆਪਣੇ ਤੌਰ ਤੇ ਲੜਦੇ ਰਹੇ ਸਨ। ਜਿਸ ਕਿਤਾਬ ਦਾ ਮੈਂ ਜ਼ਿਕਰ ਕੀਤਾ ਜਿਹੜੀ ਸਕਰੀਨ ਤੇ ਤੁਸੀਂ ਵੇਖਦੇ ਹੋ, ਇਹਨੂੰ ਜਦੋਂ ਧਿਆਨ ਨਾਲ ਤੁਸੀਂ ਪੜ੍ਹੋਗੇ ਤੇ ਇਹਦੇ ਵਿੱਚੋਂ ਤੁਹਾਨੂੰ ਪਤਾ ਲੱਗੂਗਾ ਉਹ ਨੁਕਤੇ ਕਦੋਂ ਕਿੱਥੇ ਜਾ ਕੇ ਉਹ ਜਿਹੜੇ ਰਣਜੀਤ ਸਿੰਘ ਦੇ ਰਾਜ ਦੇ ਸਿੱਖ ਫੌਜੀ ਸਨ ਜਿਨ੍ਹਾਂ ਨੇ ਹਥਿਆਰ ਨਹੀਂ ਸੁੱਟੇ ਸਨ ਉਹ ਅੰਗਰੇਜ਼ ਦੇ ਖਿਲਾਫ ਜਾ ਕੇ ਲੜਦੇ ਰਹੇ। ਕਿਤੇ ਵੀ ਅੰਗਰੇਜ਼ ਦੇ ਖਿਲਾਫ ਲੜਾਈ ਹੁੰਦੀ ਉਹ ਮੋਹਰੇ ਹੋ ਕੇ ਲੜਦੇ, ਕੁਰਬਾਨੀਆਂ ਦਿੰਦੇ, ਸ਼ਹੀਦ ਹੁੰਦੇ ਤੇ ਸਾਰਾ ਕੁਝ ਫਿਰ ਵੀ ਲੜਦੇ ਰਹਿੰਦੇ, ਸ਼ਹੀਦ ਹੋ ਕੇ ਵੀ ਬਾਕੀ ਦੇ ਉਹਦੇ ਅਗਲੇ ਪਿਛਲੇ ਫਿਰ ਉਹਨਾਂ ਨਾਲ ਲੜਦੇ ਰਹਿੰਦੇ। ਫਿਰ ਧਾਰਮਿਕ ਤੌਰ ਤੇ ਇੰਨੀ ਗਿਰਾਵਟ ਸਾਡੇ 'ਚ ਆਈ। ਫਿਰ ਸਿੰਘ ਸਭਾ ਲਹਿਰ 1873 'ਚ ਕਾਇਮ ਹੁੰਦੀ ਹੈ। ਅਕਾਲੀ ਜਥੇ ਬਣਨੇ ਸ਼ੁਰੂ ਹੋਏ। ਅਕਾਲੀ ਜਥਿਆਂ ਦੇ ਵਿੱਚੋਂ ਚੀਫ ਖਾਲਸਾ ਦੀਵਾਨ 1902 ਦੇ ਵਿੱਚ ਬਣਦਾ ਹੈ। ਫਿਰ ਉਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ ਹੈ ਤੇ ਸਿੱਖਾਂ ਦੇ ਰਾਜਨੀਤਿਕ ਲੜਾਈ ਲੜਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਂਦੀ ਹੈ 1920 ਦੇ ਅਖੀਰ ਦੇ ਵਿੱਚ। ਤੇ ਉਹ ਜਿਹੜੇ ਅਕਾਲੀ ਨੇ ਅੱਜ ਦੇ ਅਕਾਲੀਆਂ ਵਰਗੇ ਨਹੀਂ ਸਨ। ਮੈਂ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਦਾ ਪੜ੍ਹ ਰਿਹਾ ਸੀ, ਉਹਨਾਂ ਨੇ ਕਵਿਤ ਸ਼ਾਮਲ ਕੀਤਾ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ, ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਵੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ, ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਕੀਦਾਰ, ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ, ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ, ਸਿੱਖ ਦਸਮੇਸ਼ ਦਾ ਸੋ ਕਹੀਐ ਅਕਾਲੀ ਹੈ। ਇਹੋ ਜਿਹੇ ਅਕਾਲੀ ਸਨ ਉਹ। ਤੇ ਉਹਨਾਂ ਨੂੰ ਇਹ ਪਹਿਲਾਂ ਸਹੁੰ ਖਵਾਈ ਜਾਂਦੀ ਸੀ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਾਅਦਾ ਕਰਦਾ ਕਿ ਗੁਰਦੁਆਰਾ ਸੁਧਾਰ ਵਾਸਤੇ ਤਨ ਮਨ ਕੁਰਬਾਨ ਕਰ ਦਿਆਂਗਾ। ਇਹ ਜਦੋਂ ਗੁਰਦੁਆਰਾ ਸੁਧਾਰ ਦੀ ਲਹਿਰ ਚੱਲਦੀ ਹੈ, ਲੜਾਈ ਚੱਲਦੀ ਹੈ, ਜਦੋਂ ਸਭ ਤੋਂ ਪਹਿਲਾਂ ਤਰਨ ਤਾਰਨ ਦੇ ਸਾਕੇ ਦੇ ਵਿੱਚ ਭਾਈ ਹਜ਼ਾਰਾ ਸਿੰਘ ਸ਼ਹੀਦ ਹੁੰਦਾ ਹੈ
ਤੇ ਬਹੁਤ ਚੁੱਪ ਚਪੀਤੇ ਹੀ ਇੱਕ ਸ਼ਰਾਰਤ ਨਾਲ ਭਾਰਤ ਦੇ ਕਾਂਗਰਸ ਦਾ ਲੀਡਰ ਮੋਹਨਦਾਸ ਕਰਮਚੰਦ ਗਾਂਧੀ ਅਕਾਲੀਆਂ ਨੂੰ ਲੀਡਰਾਂ ਨੂੰ ਇੱਕ ਤਾਰ ਭੇਜਦਾ ਹੈ, ਮੈਨੂੰ ਦੇਸ਼ ਆਜ਼ਾਦ ਕਰਾਉਣ ਦਾ ਨੁਸਖਾ ਮਿਲ ਗਿਆ ਹੈ, ਗੁਰਦੁਆਰਾ ਆਜ਼ਾਦ ਹੋ ਗਿਆ, ਮੁਬਾਰਕ ਹੋਵੇ, ਹੁਣ ਦੇਸ਼ ਵੀ ਤੁਸੀਂ ਹੀ ਆਜ਼ਾਦ ਕਰਵਾਉਣਾ ਹੈ। ਇਹ ਗੱਲ ਨੋਟ ਕਰ ਲਿਓ, ਮੈਂ ਵਾਪਸ ਇਹਦੇ ਉੱਤੇ ਆਉਣਾ। 1922 ਦੇ ਵਿੱਚ ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਦੀ ਅਗਵਾਈ ਵਿੱਚ ਲੱਗ ਕੇ ਜਦੋਂ ਫਤਿਹ ਹੁੰਦਾ ਹੈ, ਉਹੀ ਗਾਂਧੀ ਫਿਰ ਤਾਰ ਦਿੰਦਾ ਹੈ, ਦੇਸ਼ ਦੀ ਸੁਤੰਤਰਤਾ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ, ਮੈਂ ਸਿੱਖ ਕੌਮ ਨੂੰ ਵਧਾਈ ਦਿੰਦਾ ਹੈ। ਇਹ ਵੀ ਨੋਟ ਕਰਿਓ। ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਜਿੱਥੇ ਐਂਡਰਿਊਸ ਨੇ ਇੰਗਲੈਂਡ ਤੋਂ ਜਾ ਕੇ ਸਿੱਖਾਂ ਦੀ ਸਿਫਤ ਕੀਤੀ। ਮਦਨ ਮੋਹਨ ਮਾਲਵੀਆ ਕਹਿੰਦਾ ਹੈ, ਜੇ ਉਹਨੇ ਹਿੰਦੂਆਂ ਨੂੰ ਕਹਿੰਦਾ ਹੈ ਕਿ ਜੇ ਵਿਦੇਸ਼ੀ ਹੁਕੂਮਤ ਦੀ ਗੁਲਾਮੀ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੇ ਹਰ ਹਿੰਦੂ ਘਰ ਚੋਂ ਘੱਟੋ ਘੱਟ ਆਪਣਾ ਇੱਕ ਪੁੱਤਰ ਸਿੰਘ ਸਜਾਓ। ਉਹ ਕਹਿੰਦਾ ਹੈ ਇਹ ਗੱਲ, ਪਰ ਕੀ ਉਹ ਸਿੰਘ ਸਜਾਉਂਦਾ ਹੈ? ਕੀ ਉਹ ਸਿੱਖ ਬਣਦਾ ਹੈ? ਕੀ ਬਾਕੀਆਂ ਨੂੰ ਇਹ ਕਰਦਾ ਹੈ? ਇੱਥੇ ਇੱਕ ਟਰਨਿੰਗ ਪੁਆਇੰਟ ਹੈ ਜਿਹਨੂੰ ਅਸੀਂ ਬਹੁਤ ਅਵੇਸੜੇਪਣ 'ਚ ਵਿਸਾਰਿਆ ਹੋਇਆ ਹੈ। ਸਾਡੀ ਸਿੱਖਾਂ ਦੀ ਆਪਣੀ ਆਜ਼ਾਦੀ ਦੀ ਲੜਾਈ, ਸਿੱਖਾਂ ਦੀ ਆਜ਼ਾਦੀ ਦੀ ਲੜਾਈ, ਸਾਡੇ ਗੁਰਦੁਆਰਿਆਂ ਦੇ ਸੁਧਾਰ ਦੀ ਲੜਾਈ, ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਲੜਾਈ, ਚੁੱਪ ਚਪੀਤੇ ਹੀ ਇੱਕ ਸ਼ਰਾਰਤ ਤਹਿਤ ਰਾਸ਼ਟਰਵਾਦ ਦੀ ਲੜਾਈ ਬਣਾ ਕੇ ਸਾਡੇ ਗਲ ਪਾ ਦਿੱਤੀ ਗਈ। ਮੈਂ ਦੁਹਰਾ ਦਿਆਂ, ਸ਼ਾਇਦ ਇਹ ਗੱਲ ਤੁਹਾਡੇ ਪਹਿਲਾਂ ਧਿਆਨ 'ਚ ਨਾ ਆਈ ਹੋਵੇ। ਸਾਡੀ ਸਿੱਖਾਂ ਦੀ ਆਪਣੀ ਆਜ਼ਾਦੀ ਦੀ ਲੜਾਈ ਉਹਨਾਂ ਆਗੂਆਂ ਨੇ, ਚਾਹੇ ਗੰਗਸਰ ਜੈਤੋ ਦੇ ਮੋਰਚੇ ਵਿੱਚ ਜਵਾਹਰ ਲਾਲ ਨਹਿਰੂ ਤੇ ਉਹਦਾ ਪਿਓ ਮੋਤੀ ਲਾਲ ਨਹਿਰੂ ਸੀ, ਜਾਂ ਮੌਲਾਨਾ ਅਬਦੁਲ ਕਲਾਮ ਆਜ਼ਾਦ ਸੀ, ਜਾਂ ਮਦਨ ਮੋਹਨ ਮਾਲਵੀਆ ਸੀ, ਜਾਂ ਇਹ ਕਰਮਚੰਦ ਗਾਂਧੀ ਸੀ। ਇਹਨਾਂ ਨੇ ਇੱਕ ਐਸੇ ਤਰੀਕੇ ਦੇ ਨਾਲ ਉਹ ਜਿਹੜੀ ਲੜਾਈ ਸਾਡੀ ਆਪਣੀ ਆਜ਼ਾਦੀ ਦੀ ਹੈ, ਉਹ ਰਾਸ਼ਟਰਵਾਦ ਦੀ ਆਜ਼ਾਦੀ ਦੇ ਨਾਂ ਦੇ ਉੱਤੇ ਸਾਡੇ ਗਲ ਪਾ ਦਿੱਤੀ। ਅਸੀਂ ਮਨੁੱਖਤਾ ਦੀ ਭਲਾਈ, ਮਨੁੱਖਤਾ ਦੀ ਆਜ਼ਾਦੀ ਦੀ ਗੱਲ ਸਾਹਮਣੇ ਰੱਖ ਕੇ ਅਸੀਂ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਲੜਦੇ ਰਹੇ, ਮਰਦੇ ਰਹੇ। ਕਿਹੜੀ ਥਾਂ ਸੀ ਜਿੱਥੇ ਅਸੀਂ ਜਾ ਕੇ ਮੋਹਰੇ ਹੋ ਕੇ ਨਾ ਲੜੇ? 96 ਲੋਕ ਫਾਂਸੀ, ਟੋਟਲ 111 ਲੋਕ, 121 ਲੋਕ ਫਾਂਸੀਆਂ ਤੇ ਚੜੇ, 93 ਉਹਦੇ ਵਿੱਚੋਂ ਸਿੱਖ ਨੇ। 93 ਇੰਨੀਆਂ ਵੱਡੀਆਂ ਅਸੀਂ ਕੁਰਬਾਨੀਆਂ ਕਰਦੇ ਰਹੇ। ਫਿਰ ਮੈਂ ਇੱਥੇ ਸਿੱਖ ਲੀਡਰਸ਼ਿਪ ਨੂੰ ਦੋਸ਼ ਨਹੀਂ ਦਿੰਦਾ। 1929 ਦੇ ਵਿੱਚ ਬਾਬਾ ਖੜਕ ਸਿੰਘ ਸਿੱਖ ਕੌਮ ਦਾ ਆਗੂ ਹੈ। ਉਸ ਵੇਲੇ ਲਾਹੌਰ ਦੇ ਵਿੱਚ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜਲਾਸ ਹੋਣਾ ਹੈ, ਤੇ ਸਿੱਖਾਂ ਨੇ ਉਹਨਾਂ ਦੇ ਅਜਲਾਸ ਤੋਂ ਇੱਕ ਦਿਨ ਪਹਿਲਾਂ ਲਾਹੌਰ ਦੇ ਵਿੱਚ ਬਾਬਾ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਜਲੂਸ ਕੱਢਿਆ। ਉਸ ਜਲੂਸ ਨੂੰ ਦੇਖ ਕੇ ਦੁਨੀਆ ਭਰ ਦੀ ਅਖਬਾਰਾਂ ਨੇ ਸਿੱਖਾਂ ਦੇ ਹੱਕ ਵਿੱਚ ਲਿਖਿਆ ਹੈ, ਤੇ ਇਹਨਾਂ ਨੂੰ ਲੱਗਾ ਕਿ ਇੱਥੇ ਪੰਜਾਬ ਦੇ ਵਿੱਚ ਸਾਡੇ ਪੈਰ ਨਹੀਂ ਲੱਗਣੇ। ਉਸ ਵੇਲੇ ਕਾਂਗਰਸ ਦੇ 7 ਮੁਖੀ ਆਗੂ ਬਾਬਾ ਖੜਕ ਸਿੰਘ ਨੂੰ ਮੀਟਿੰਗ ਵਾਸਤੇ ਸੁਨੇਹਾ ਭੇਜਦੇ ਨੇ। ਧਿਆਨ ਰੱਖਿਓ ਇਸ ਗੱਲ ਦਾ, ਇਹ ਆਮ ਤੌਰ ਤੇ ਅਸੀਂ ਅਵੇਸੜੇਪਣ ਦੇ ਵਿੱਚ ਇਹ ਗੱਲਾਂ ਭੁਲਾਈਆਂ ਹੋਈਆਂ ਨੇ। ਬਾਬਾ ਖੜਕ ਸਿੰਘ ਉਹਨਾਂ ਨੂੰ ਮੀਟਿੰਗ ਵਾਸਤੇ ਸਮਾਧ ਭਾਈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਮਰੇ ਦੇ ਵਿੱਚ ਬੁਲਾਉਂਦਾ ਹੈ। ਅਸੀਂ ਹਮੇਸ਼ਾ ਥੱਕਦੇ ਨਹੀਂ ਇਹ ਗੱਲ ਕਹਿਣ ਤੋਂ ਕਿ ਸਾਡੀ ਲੀਡਰਸ਼ਿਪ ਬੜੀ ਨਿਕੰਮੀ ਸੀ, ਉਹ ਕਿਤੇ ਸਿਆਣੇ ਹੁੰਦੇ, ਇਸ ਤਰ੍ਹਾਂ ਹੁੰਦਾ ਤੇ ਇਦਾਂ ਹੋਣਾ ਸੀ। ਬਾਬਾ ਖੜਕ ਸਿੰਘ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕਰਨ ਵਾਸਤੇ ਉਹਨਾਂ ਦੇ ਕੋਲ ਨਹੀਂ ਜਾਂਦਾ, ਉਹਨਾਂ ਨੂੰ ਸਮਾਧ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਾਲੇ ਕਮਰੇ ਵਿੱਚ ਮੀਟਿੰਗ ਤੇ ਬੁਲਾਉਂਦਾ ਹੈ, ਤੇ ਉੱਥੇ ਬਰਾਬਰ ਬੈਠ ਕੇ ਆਖਦਾ ਹੈ, ਅਸੀਂ ਵੀ ਰਾਜਾਂ ਤਾਜਾਂ ਤੇ ਤਖਤਾਂ ਵਾਲੇ ਸਾਂ, ਅਸੀਂ ਇਹਦੇ ਵਾਰਿਸ ਹਾਂ, ਅਸੀਂ ਆਪਣੇ ਪੰਜਾਬ ਦੇ ਰਾਜੇ ਹਾਂ, ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਉਸ ਵੇਲੇ ਕਾਂਗਰਸ ਆਗੂਆਂ ਨੇ ਇੱਕ ਸਾਜ਼ਿਸ਼ ਤਹਿਤ, ਮੈਂ ਸਾਜ਼ਿਸ਼ ਹੀ ਕਹੂੰਗਾ, ਦੁਆਰਾ ਫਿਰ ਸਾਨੂੰ ਪਤਿਆਇਆ, ਫਿਰ ਸਾਨੂੰ ਬੜਾ ਹੀ ਮਾਣ ਦਿੱਤਾ ਹੈ। ਅੱਜ ਤੋਂ ਬਾਅਦ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਉਹ ਹੀ ਬਣੇਗਾ ਜਿਹੜਾ ਅਕਾਲੀ ਦਲ ਦਾ ਲੀਡਰ ਹੋਏਗਾ। ਉੱਥੇ ਹੀ ਕਹਿ ਕੇ ਸਾਡੇ ਨਾਲ ਕਈ ਵਾਅਦੇ ਕੀਤੇ ਗਏ। ਉੱਤਰੀ ਭਾਰਤ ਦੇ ਵਿੱਚ ਆਜ਼ਾਦ ਖਿੱਤਾ ਦੇਣ ਦੀ ਗੱਲ ਵੀ ਆਈ, ਭਾਰਤ ਦੇ ਝੰਡੇ ਦੇ ਵਿੱਚ ਸਾਡਾ ਕੇਸਰੀ ਰੰਗ ਪਾਉਣ ਦਾ ਗੱਲ ਵੀ ਮੰਨੀ ਗਈ, ਬਾਕੀ ਵੀ ਸ਼ਰਤਾਂ ਮੰਨੀਆਂ ਗਈਆਂ। ਉਸ ਤੋਂ ਬਾਅਦ ਸਿੱਖਾਂ ਨੇ ਕਾਂਗਰਸ ਦੇ ਨਾਲ ਰਲ ਕੇ ਲੜਾਈਆਂ ਲੜੀਆਂ।
ਜੇ ਆਜ਼ਾਦੀ ਦੀ ਗੱਲ ਕਰਨੀ ਹੋਵੇ, ਗਾਂਧੀ ਨੂੰ ਇੰਨਾ ਮਾਣ ਦਿੱਤਾ ਸਾਰੇ ਸੰਸਾਰ ਨੇ ਉਹਦੀ ਨੌਨ ਕੋਆਪਰੇਟਿਵ ਮੂਵਮੈਂਟ ਨੂੰ, ਨਾ ਮਿਲਵਰਤਨ ਲਹਿਰ ਨੂੰ। ਇਹ ਤਾਂ ਨਾ ਮਿਲਵਰਤਨ ਲਹਿਰ ਤੇ ਸਾਡਾ ਬਾਬਾ ਰਾਮ ਸਿੰਘ ਨੇ ਕਈ ਸਾਲ ਪਹਿਲਾਂ ਚਲਾ ਦਿੱਤੀ ਸੀ। ਆਪਣਾ ਵੱਖਰਾ ਰਾਜ ਕਾਇਮ ਕਰ ਲਿਆ ਸੀ ਅੰਗਰੇਜ਼ ਰਾਜ ਦੇ ਮੁਕਾਬਲੇ ਦੇ ਉੱਤੇ। ਆਪਣੀ ਡਾਕ, ਆਪਣੀ ਤਾਰ, ਆਪਣੀ ਫੌਜ, ਸਾਰਾ ਕੁਝ, ਤੇ ਉਹਦੇ ਬਦਲੇ ਦੇ ਵਿੱਚ ਤੋਪਾਂ ਦੇ ਨਾਲ ਬੰਨ ਕੇ ਉਡਾ ਦਿੱਤੇ ਗਏ ਸਨ। ਉਸ ਵੇਲੇ ਤਾਂ ਮੋਹਨ ਚੰਦ ਕਰਮਦਾਸ ਗਾਂਧੀ ਕਿਤੇ ਹੈ ਹੀ ਨਹੀਂ ਸੀ। ਸਮਾਜਿਕ ਤੌਰ ਦੇ ਉੱਤੇ ਜਿਹੜਾ ਸੁਧਾਰ ਗਾਂਧੀ ਦੇ ਨਾਂ ਤੇ ਲਾਇਆ ਜਾਂਦਾ ਹੈ, ਉਹ ਤਾਂ ਨਿਰੰਕਾਰੀ ਲਹਿਰ ਦੇ ਮੁਖੀ ਬਾਬਾ ਹਰਾ ਜੀ ਤੇ ਬਾਬਾ ਦਿਆਲ ਜੀ ਨੇ ਸ਼ੁਰੂ ਕਰ ਦਿੱਤਾ ਸੀ। ਅਸੀਂ ਸਾਰਾ ਕੁਝ ਇਹ ਕਰਦੇ ਰਹੇ। ਸਾਡੇ ਕੋਲ ਸਾਜ਼ਿਸ਼ ਦੇ ਤਹਿਤ ਸਾਡੀ ਆਪਣੀ ਆਜ਼ਾਦੀ ਦੀ ਲੜਾਈ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਸਾਡੇ ਗਲ 'ਚ ਪਾਈ। ਸਾਨੂੰ ਆਪਣੇ ਨਾਲ ਚੱਲਦਾ ਰੱਖਣ ਦੇ ਲਈ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ, ਔਰ ਉਹ ਵਾਅਦੇ ਵਾਰ-ਵਾਰ ਦੁਹਰਾਏ। ਜਿਵੇਂ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕਈ ਵਾਰੀ ਪੰਜਾਬ ਦੇ ਨਾਲ ਸਮਝੌਤੇ ਹੋਏ ਤੇ ਸਮਝੌਤੇ ਪਾਸ ਹੋਏ, ਅੱਜ ਤੱਕ ਲਾਗੂ ਨਹੀਂ ਹੋਏ। ਉਸ ਵੇਲੇ ਵੀ ਆਲ ਇੰਡੀਆ ਕਾਂਗਰਸ ਪਾਰਟੀ ਨੇ ਉਹ ਸਮਝੌਤਿਆਂ ਤੇ ਮੰਨੇ, ਰੈਜ਼ੋਲੂਸ਼ਨ ਕੀਤੇ ਗਏ, ਸਾਰੇ ਵਾਅਦੇ ਕੀਤੇ ਗਏ। ਪਰ ਅਖੀਰ ਤੇ ਜਦੋਂ ਸਮਾਂ ਆਇਆ, अब हार आई है तो कहते हैं तुम्हारा काम नहीं, उस वेले वो समा और था। 1947 जिस वेले आजाद होया देश साडा, अज मैं अज ही पढ़ रहा सी, भारत का प्रधानमंत्री अज 14 अगस्त नूं उस बंटवारे दे विच मारे गए लोकां दे नां करदा अज दा दिन, उन्हां दी याद विच लखां लोग मारे गए, लखां लोग घरों बेघर हो गए, हजारां बच्चियां दियां इज्जतां लुट लईयां गईयां। बड़ा कुछ होया, बड़ा कुछ होया। किन्हां लोकां नाल? उन्हां दे नाल जिन्हां ने इन्हां नूं इन्ने लंबे समय बाद द्वारा राज लैके दिता सी जां राज करन दे योग बनाया सी। फिर उही गल जिहड़ी साजिश अंग्रेज दी सी, मुगलों दी सी, ਉਹੀ ਭਾਰਤ ਦੀ ਸਰਕਾਰ ਨੇ ਵੀ ਅਪਣਾ ਲਈ। ਅਸੀਂ ਬਹੁਤ ਵਾਰੀ ਉਹ ਹਿੰਦੂ ਸਰਕਾਰ ਕਹਿੰਦੇ ਆ, ਨਾ ਜਵਾਹਰ ਲਾਲ ਨਹਿਰੂ ਹਿੰਦੂ ਸੀ ਤੇ ਨਾ ਹੀ ਇੰਦਰਾ ਗਾਂਧੀ ਹਿੰਦੂ ਸੀ। ਉਹ ਤਾਂ ਮੈਜੋਰਿਟੀ ਵੋਟਾਂ ਦੀ ਲੜਾਈ ਸੀ। ਵੋਟਾਂ ਲੈਣ ਵਾਸਤੇ ਘੱਟ ਗਿਣਤੀਆਂ ਨੂੰ ਕੁਚਲਿਆ ਗਿਆ ਤੇ ਉਹਨਾਂ ਵਿੱਚੋਂ ਸਭ ਤੋਂ ਵੱਡੀ ਸਿਰ ਕੱਢਵੀਂ ਘੱਟ ਗਿਣਤੀ ਸਿੱਖ ਸਭ ਤੋਂ ਵੱਧ ਮਾਰ ਖਾਂਦੇ ਰਹੇ, ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਦੇਸ਼ ਆਜ਼ਾਦ ਹੋਇਆ ਸੀ। ਭਾਰਤ ਦੇ ਹਾਕਮਾਂ ਨੂੰ ਇਹ ਖਤਰਾ ਸੀ, ਜੇ ਕਿਤੇ ਕੱਲ ਨੂੰ ਇਹ ਸੱਚਮੁੱਚ ਹੀ ਮਹਾਤਮਾ ਗਾਂਧੀ ਨੇ ਜਿਹੜੀ 1946 ਚ ਗੱਲ ਕਹੀ ਸੀ ਨਾ, ਸੀਸਗੰਜ ਗੁਰਦੁਆਰੇ ਦੇ ਵਿੱਚ ਮੈਂ ਯਾਦ ਕਰਵਾ ਦਿਆਂ, ਜਦੋਂ ਉਹਨੂੰ ਪੁੱਛਿਆ ਨਾ ਵੀ ਜਿਹੜੇ ਤੁਸੀਂ ਵਾਅਦੇ ਕਾਂਗਰਸ ਨੇ ਅਕਾਲੀਆਂ ਦੇ ਨਾਲ ਕੀਤੇ ਆ, ਸਿੱਖਾਂ ਦੇ ਨਾਲ ਕੀਤੇ ਆ, ਜੇ ਕੱਲ ਨੂੰ ਤੁਸੀਂ ਇਹ ਵਾਅਦੇ ਪੂਰੇ ਨਾ ਕੀਤੇ ਤਾਂ ਫਿਰ ਕੀ ਹੋਏਗਾ? ਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਨਾ, ਸਿੱਖ ਹਥਿਆਰਬੰਦ ਹੈ, ਇਹ ਆਪਣੇ ਕੋਲ ਹਮੇਸ਼ਾ ਹਥਿਆਰ ਰੱਖਦਾ ਹੈ। ਸਿੱਖ ਨੂੰ ਆਜ਼ਾਦੀ ਹੋਏਗੀ ਕਿ ਉਹ ਆਪਣਾ ਹਥਿਆਰ ਚੱਕ ਕੇ ਆਪਣੀ ਆਜ਼ਾਦੀ ਵਾਸਤੇ ਲੜਾਈ ਲੜੇ ਤੇ ਉਹਨਾਂ ਲੋਕਾਂ ਦਾ ਵਿਰੋਧ ਕਰੇ ਜਿਨ੍ਹਾਂ ਨੇ ਉਹਨਾਂ ਦੀ ਆਜ਼ਾਦੀ ਉਹਨਾਂ ਦੇ ਕੋਲੋਂ ਛੀਨੀ ਹੋਈ ਹੈ, ਖੋਈ ਹੋਈ ਹੈ। ਤੇ ਸਮੇਂ ਦੇ ਹਾਕਮਾਂ ਨੂੰ ਇਸ ਗੱਲ ਦਾ ਖਤਰਾ ਸੀ। ਫਿਰ ਪੰਜਾਬ ਨੂੰ ਕਦੇ ਪੰਜਾਬੀ ਸੂਬੇ ਦੇ ਨਾਂ ਦੇ ਉੱਤੇ, ਕਦੇ ਪਾਣੀਆਂ ਦੇ ਨਾਂ ਦੇ ਉੱਤੇ, ਕਦੇ ਬਾਕੀ ਦੇ ਸਾਰੇ ਜਿਹੜੇ ਪ੍ਰਬੰਧ ਸੀ ਉਹਨਾਂ ਦੇ ਨਾਂ ਦੇ ਉੱਤੇ ਇਹਨਾਂ ਦੇ ਨਾਲ ਲਗਾਤਾਰ ਧੱਕੇ ਕਰਕੇ ਪੰਜਾਬ ਨੂੰ ਕਮਜ਼ੋਰ ਕੀਤਾ ਜਾਂਦਾ ਰਿਹਾ। ਅੱਜ ਉਹੀ ਪੰਜਾਬ ਜਿਹੜਾ ਕਦੇ ਪੂਰੇ ਭਾਰਤ ਵਿੱਚ ਨੰਬਰ 1 ਤੇ ਸੀ ਪਰ ਕੈਪੀਟਾ ਇਨਕਮ ਦੇ ਤੌਰ ਤੇ, ਅੱਜ 17ਵੇਂ ਨੰਬਰ ਤੇ ਹੈ। ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗਦਾ ਹੈ ਤੇ ਉਹ ਪੰਜਾਬ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਲੰਬਾ ਸਮਾਂ ਪਹਿਲਾਂ ਕਹਿਤੀ ਸੀ, ਪੰਜਾਬ ਹਿੰਦੂ ਮੁਸਲਮਾਨ ਨਹੀਂ ਹੈ, ਪੰਜਾਬ ਤੇ ਗੁਰਾਂ ਦੇ ਨਾਂ ਤੇ ਜਿਉਂਦਾ ਹੈ। ਤੇ ਅੱਜ ਉਹੀ ਪੰਜਾਬ ਨਸ਼ਿਆਂ 'ਚ, ਕਰਪਸ਼ਨ ਦੇ ਵਿੱਚ ਡੁੱਬਿਆ ਪਿਆ ਹੈ। ਅੱਜ ਵੀ ਗੁਰੂ ਨਾਨਕ ਸਾਹਿਬ ਦੀ ਉਹੀ ਵਿਚਾਰਧਾਰਾ ਹੈ, ਅੱਜ ਵੀ ਗੁਰੂ ਨਾਨਕ ਸਾਹਿਬ ਦਾ ਉਹੀ ਸੁਨੇਹਾ ਹੈ ਜਿਹੜਾ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ। ਉਹਦੇ ਬਾਵਜੂਦ ਵੀ ਸਾਡੀ ਇਹ ਹਾਲਤ ਕਿਉਂ ਹੋ ਗਈ? ਇਹ ਵਿਚਾਰਨਯੋਗ ਹੈ। ਅੱਜ ਕਿਉਂ ਇਹ ਹੋ ਗਿਆ ਕਿ ਅਸੀਂ ਆਪ ਤਾਜਾਂ ਤਖਤਾਂ ਵਾਲੇ ਦੂਜੇ ਲੋਕਾਂ ਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀਆਂ ਤੇ ਚੜ੍ਹਨ ਵਾਲੇ, ਕਾਲੇ ਪਾਣੀ ਦੀਆਂ ਸਜ਼ਾਵਾਂ ਭੁਗਤਣ ਵਾਲੇ, ਜਾਇਦਾਦਾਂ ਕੁਰਕ ਕਰਵਾਉਣ ਵਾਲੇ
ਲੱਖਾਂ ਦੀ ਗਿਣਤੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ, ਭਾਈਆਂ ਭਰਾਵਾਂ ਨੂੰ, ਭੈਣਾਂ ਨੂੰ ਮਰਵਾ ਕੇ, ਇੱਜ਼ਤਾਂ ਲੁਟਾ ਕੇ, ਬਟਵਾਰੇ ਤੋਂ ਬਾਅਦ ਭਾਰਤ ਵਿੱਚ ਮਾਈਗ੍ਰੇਟ ਹੋ ਕੇ ਆਏ ਅਸੀਂ, ਫਿਰ ਵੀ ਇਹ ਲੋਕ ਅੱਜ ਆਪਣੀ ਆਜ਼ਾਦੀ ਵਾਸਤੇ ਆਵਾਜ਼ ਕਿਉਂ ਨਹੀਂ ਉਠਾਉਂਦੇ? ਅੱਜ ਵੀ ਅਸੀਂ ਕਿਉਂ ਨਿਤਾਣੇ ਜਿਹੇ ਹੋ ਕੇ ਰਹਿ ਗਏ? ਅੱਜ ਵੀ ਅਸੀਂ ਕਿਉਂ ਘਸਿਆਰੇ ਬਣ ਕੇ ਰਹਿ ਗਏ? ਅੱਜ ਕਿਉਂ ਅਸੀਂ ਸਿਰ ਉੱਚਾ ਚੱਕ ਕੇ ਆਪਣੇ ਹੱਕਾਂ ਵਾਸਤੇ ਮੰਗ ਕਰਨ ਜਾਂ ਲੜਾਈ ਲੜਨ ਦੇ ਯੋਗ ਨਹੀਂ ਰਹੇ? ਇਹਦੇ ਜਿਹੜੇ ਕਾਰਨ ਨੇ, ਬਿਲਕੁਲ ਉਹੀ ਅੱਜ ਕਾਰਨ ਉਹ ਵਰਤੇ ਨੇ ਸਮੇਂ ਦੀ ਹਕੂਮਤ ਨੇ, ਜਿਹੜੇ ਅੱਜ ਤੋਂ 2000 ਸਾਲ ਪਹਿਲਾਂ ਭਾਰਤ ਦੇ ਜਿਹੜੇ ਉਸ ਵੇਲੇ ਦਾ ਮਨੂ ਸ਼ਾਸਤਰ ਸੀ, ਮਨੂ ਸਿਮਰਤੀ ਸੀ, ਜਿਹਦੇ ਰਾਹੀਂ ਵੰਡ ਕਰਕੇ ਉਹਨਾਂ ਨੂੰ ਵੰਡਿਆ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਉਹ ਵੰਡੀਆਂ ਤੋੜ ਕੇ ਸਾਰਿਆਂ ਨੂੰ ਇੱਕ ਕੀਤਾ ਸੀ, ਤੇ ਉਸ ਵੇਲੇ ਉਹ ਜਿਹੜੀਆਂ ਪਈਆਂ ਹੋਈਆਂ ਵੰਡੀਆਂ ਤੋੜੀਆਂ ਸਨ, ਅੱਜ ਉਹ ਜਿਹੜੀਆਂ ਵੰਡੀਆਂ ਦੁਆਰਾ ਪਈਆਂ ਹੋਈਆਂ, ਕਿਤੇ ਡੇਰੇਦਾਰਾਂ ਦੇ ਨਾਂ ਦੇ ਉੱਤੇ, ਕਿਸੇ ਵੱਖ-ਵੱਖ ਧੜੇਬੰਦੀਆਂ ਦੇ ਨਾਂ ਦੇ ਉੱਤੇ, ਕਿਤੇ ਟਕਸਾਲਾਂ ਦੇ ਨਾਂ ਦੇ ਉੱਤੇ, ਕਿਤੇ ਰਾੜੇ ਵਾਲੇ, ਦੂਜੇ ਫਲਾਣੇ ਤਲਾਣੇ, ਪਤਾ ਨਹੀਂ ਕਿੰਨੇ ਕੁ ਡੇਰੇ ਬਣੇ ਹੋਏ ਨੇ, ਉਹਨਾਂ ਦੇ ਨਾਂ ਦੇ ਉੱਤੇ ਪੰਥ ਨੇ ਇੱਕ ਰਹਿਤ ਮਰਿਆਦਾ ਬਣਾਈ ਸੀ। ਉਸ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਲੋਕ ਹੀ ਅੱਜ ਪੰਥ ਬਾਰੇ ਫੈਸਲੇ ਕਰ ਰਹੇ ਨੇ। ਅੱਜ ਅਕਾਲ ਤਖਤ ਦੇ ਉੱਤੇ ਉਹ ਲੋਕ ਨੇੜਤਾ ਰੱਖਦੇ ਨੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਦਾ ਮਜ਼ਾਕ ਉਡਾਉਂਦੇ ਨੇ। ਅੱਜ ਵੰਡੇ ਗਏ। ਮੈਂ ਹਮੇਸ਼ਾ ਇਸ ਗੱਲ ਵਾਸਤੇ ਲੜਦਾ ਹਾਂ, ਜਦੋਂ ਬਾਹਰ ਮੀਡੀਆ ਦੇ ਵਿੱਚ ਟਕਸਾਲਾਂ ਵਾਂਗੂ ਮਿਸ਼ਨਰੀਜ਼ ਨੂੰ ਵੀ ਇੱਕ ਧੜੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਸਿੱਖ ਮਿਸ਼ਨਰੀ ਕਾਲਜ ਦੀ ਕਲਾਸ ਹੈ, ਇਹਦੇ ਵਿੱਚ ਮੇਰਾ ਇਹ ਫਰਜ਼ ਬਣਦਾ ਹੈ ਵੀ ਮੈਂ ਆਪਣੀ ਜਿਹੜੀ ਸੋਚ ਹੈ ਤੁਹਾਡੇ ਨਾਲ ਇਹ ਸਾਂਝੀ ਕਰਾਂ। ਮਿਸ਼ਨਰੀ ਧੜਾ ਨਹੀਂ ਹੈ, ਮਿਸ਼ਨਰੀ ਇੱਕ ਲਹਿਰ ਹੈ, ਇੱਕ ਐਸੀ ਲਹਿਰ ਜਿਹੜੀ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਸਮਰਪਿਤ ਹੈ। ਇਹਨਾਂ ਦੋ ਤੋਂ ਬਗੈਰ ਨਾ ਕਿਸੇ ਗ੍ਰੰਥ ਨੂੰ ਮੰਨਦੀ ਹੈ, ਨਾ ਕਿਸੇ ਹੋਰ ਮਰਿਆਦਾ ਨੂੰ ਮੰਨਦੀ ਹੈ, ਨਾ ਹੀ ਕਿਸੇ ਹੋਰ ਵਹਿਮਾਂ ਭਰਮਾਂ ਨੂੰ ਮੰਨਦੀ ਹੈ, ਨਾ ਹੀ ਇਹ ਠੇਕੇ ਤੇ ਪਾਠ ਕਰਵਾਉਂਦੇ ਨੇ ਲੋਕ, ਤੇ ਨਾ ਹੀ ਪੂਜਾ ਪਾਠ ਕਰਦੇ ਨੇ, ਨਾ ਹੀ ਉਹ ਕਰਮ ਕਾਂਡ ਕਰਦੇ ਨੇ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ। ਅੱਜ ਕਿਤੇ ਅਸੀਂ ਵੱਖਰੇ ਵੱਖਰੇ ਤੀਰਥ ਇਸ਼ਨਾਨ ਕਰਨ ਵਾਸਤੇ ਤੁਰੇ ਜਾਂਦੇ ਨੇ, ਯਾਤਰਾਵਾਂ ਕਰਨ ਵਾਸਤੇ ਸਿੱਖ ਭੱਜਾ ਫਿਰਦਾ ਹੈ। ਮੈਂ ਹੁਣ ਕਾਹਨੂੰ ਨਾਂ ਲਵਾਂ, ਪਤਾ ਨਹੀਂ ਕਿਸੇ ਦੀ ਭਾਵਨਾ ਨੂੰ ਸੱਟ ਨਾ ਲੱਗ ਜਾਏ। ਕਿਤੇ ਨਵੇਂ ਸਥਾਨ ਬਣਾ ਲਏ ਨੇ ਅਸੀਂ। ਸਿੱਖ ਨੇ ਗੁਰੂ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਣਾ ਸੀ, ਅਗਵਾਈ ਲੈਣ ਵਾਸਤੇ। ਅੱਜ ਅਸੀਂ ਨਵੇਂ ਸਥਾਨ ਲੱਭ ਲਏ ਨੇ, ਹੋਰ ਬੜਾ ਕੁਝ ਕੀਤਾ ਹੈ। ਇਹਨਾਂ ਹਾਲਤਾਂ ਦੇ ਵਿੱਚ, ਇਹ ਜਿਹੜੀਆਂ ਹਾਲਤਾਂ ਅੱਜ ਅਸੀਂ ਬਣਾ ਲਈਆਂ, ਇਹਨਾਂ ਹਾਲਤਾਂ ਦੇ ਵਿੱਚ ਉਦੋਂ ਤੱਕ ਸਾਡਾ ਸੁਧਾਰ ਨਹੀਂ ਹੋ ਸਕਣਾ ਜਦੋਂ ਤੱਕ ਅਸੀਂ ਦੁਆਰਾ ਫੇਰ ਸਿਰਫ ਤੇ ਸਿਰਫ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਹੀਂ ਜੁੜਦੇ। ਸ਼ਬਦ ਨਾਲ ਜੁੜਨ ਦਾ ਮਤਲਬ ਅਖੰਡ ਪਾਠ ਕਰਾ ਲੈਣ ਤੱਕ ਸੀਮਿਤ ਨਹੀਂ ਹੈ। ਹਰਮੰਦਰ ਸਾਹਿਬ ਤੋਂ ਆਇਆ ਹੋਇਆ ਹੁਕਮਨਾਮਾ WhatsApp ਦੇ ਉੱਤੇ ਸ਼ੇਅਰ ਕਰਨ ਤੱਕ ਸੀਮਿਤ ਨਹੀਂ ਹੈ। ਇਹ ਸ਼ਬਦ ਦੀ ਕਮਾਈ ਨਹੀਂ ਹੈ। ਸ਼ਬਦ ਦੀ ਕਮਾਈ, ਸ਼ਬਦ ਦੀ ਵਿਚਾਰ ਦੇ ਅਨੁਸਾਰ ਆਪਣਾ ਜੀਵਨ ਜਿਉਣਾ। ਅੱਜ ਦੁਆਰਾ ਸਿੱਖਾਂ ਨੂੰ ਫੇਰ ਵਾਪਸ, ਜਿਹੜੀ ਗੱਲ ਸਿੰਘ ਸਭਾ ਲਹਿਰ ਵੇਲੇ ਬਹੁਤ ਗਿਰਾਵਟ ਆਈ ਸੀ, ਉਹਨਾਂ ਨੇ ਇਹੀ ਕੀਤਾ ਸੀ, ਛੱਡ ਦਿਓ ਸਭ ਕੁਝ, ਲੋੜ ਨਹੀਂ ਕਿਸੇ ਚੀਜ਼ ਦੀ, ਵਾਪਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੋ, ਸਿੱਖ ਇਤਿਹਾਸ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ, ਤਾਂ ਕਿ ਸਾਡੇ ਅੰਦਰ ਉਹ ਜਿਹੜੀ ਅੱਜ ਨਿਰਾਸ਼ਤਾ ਬਣੀ ਹੋਈ ਹੈ। ਅੱਜ ਬੜਾ ਦੁੱਖ ਹੁੰਦਾ ਇਸ ਗੱਲ ਦਾ, ਪੰਜਾਬ ਦੀ ਇੱਕ ਖਾਸ ਪਾਰਟੀ ਦਾ ਆਗੂ 13 ਨੁਕਾਤੀ ਪ੍ਰੋਗਰਾਮ ਪੇਸ਼ ਕਰਦਾ ਹੈ, ਤੇ ਉਹ ਕਹਿੰਦਾ ਹੈ ਜਿਹੜਾ ਬੱਚਾ ਆਈਲੈਟਸ ਪਾਸ ਕਰ ਲੂਗਾ ਉਹਨੂੰ ਬਾਹਰਲੇ ਦੇਸ਼ ਜਾਣ ਵਾਸਤੇ 10 ਲੱਖ ਦਾ ਕਰਜ਼ਾ ਦੇਵਾਂਗੇ, ਇੰਟਰਸਟ ਫ੍ਰੀ। ਸ਼ਰਮ ਦਾ ਘੱਟ ਹੈ। ਇਹ ਨਹੀਂ ਕੋਈ ਕਹਿੰਦਾ ਕਿ ਉਹਨੂੰ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਦੇਵਾਂਗੇ। ਅੱਜ ਉਹਨਾਂ ਨੂੰ ਮੁਫਤਖੋਰੇ ਬਣਾ ਕੇ ਮੰਗਤਿਆਂ ਦੀ ਲਾਈਨ 'ਚ ਖੜੇ ਕੀਤਾ ਜਾ ਰਿਹਾ ਹੈ। ਸਿੱਖ ਕਿਰਤੀ ਲੋਕ ਨੇ, ਕਿਰਤ ਕਰਨ ਵਾਲੇ ਲੋਕ ਨੇ, ਆਪਣੀ ਰੋਟੀ ਆਪ ਕਮਾਉਣ ਵਾਲੇ ਲੋਕ ਨੇ। ਅਸੀਂ ਬੜੇ ਉਲਾਮੇ ਦੇ ਲਏ ਦੂਜਿਆਂ ਨੂੰ, ਅਸੀਂ ਬੜੇ ਲੋਕਾਂ ਕੋਲੋਂ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਨੁਕਸਾਨ ਕਰਵਾਇਆ ਹੈ। ਅਸੀਂ ਅਰਦਾਸ ਦੇ ਵਿੱਚ ਬਾਅਦ ਵਿੱਚ ਗੱਲ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੇ ਮੁਦਾਈ ਹਾਂ, ਅਸੀਂ ਸਰਬੱਤ ਦਾ ਭਲਾ ਕਰਨਾ ਚਾਹੁੰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੀ ਚੜ੍ਹਦੀ ਕਲਾ ਤਾਂ ਹੋਣੀ ਚਾਹੀਦੀ ਹੈ ਨਾ। ਅੱਜ ਸ਼ਾਇਦ ਕੌਮ ਨੂੰ ਇਸ ਗੱਲ ਦੀ ਲੋੜ ਹੈ ਕਿ ਦੂਜਿਆਂ ਦੀ ਚਿੰਤਾ ਥੋੜੀ ਘੱਟ ਕਰੋ, ਆਪਣੀ ਚਿੰਤਾ ਜ਼ਿਆਦਾ ਕਰਨ ਦੀ ਯਤਨ ਕਰੀਏ। ਅਸੀਂ ਆਪਣੇ ਆਪ ਨੂੰ, ਜਦੋਂ ਤੱਕ ਸਾਡਾ ਅਮਲੀ ਜੀਵਨ ਨਹੀਂ ਉੱਚਾ ਹੋਏਗਾ,
ਜਦੋਂ ਤੱਕ ਅਸੀਂ ਗੁਰੂ ਦੇ ਸਿਧਾਂਤ ਦੇ ਨਾਲ ਨਹੀਂ ਜੁੜਾਂਗੇ, ਜਦੋਂ ਤੱਕ ਵਾਪਸ ਉਹ ਜਿਹੜੀ ਗੱਲ आखिर उठी सदा तौहीद की पंजाब से, हिंद को एक मर्दे कामल ने जगाया खाब से। जे इस खाब चों गुरु नानक साहब ने जगाया सी, अज असी जे नहीं जागांगे, असी नहीं उठांगे, अपने वास्ते, अपने कौम वास्ते अपने नवीं पॉलिसीज नहीं बनावांगे, साडियां जिम्मेवारियां बहुत वध ने। अज असी ये गल ठीक है, बड़ियां कुर्बानियां कीतियां भारत नूं आज़ाद कराउण वास्ते। 15 अगस्त ਨੂੰ ਭਾਰਤ ਜਿਸ ਵੇਲੇ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ ਤੇ ਅਸੀਂ ਲੋਕ ਅੰਦਰ ਬੈਠ ਕੇ ਅਰਦਾਸਾਂ ਕਰਦੇ ਹਾਂ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਨੇ ਇਹ ਦਿਨ ਲੈ ਕੇ ਆਉਣ ਵਾਸਤੇ ਆਪਣਾ ਆਪ ਨਿਸ਼ਾਵਰ ਕੀਤਾ ਸੀ। ਕੁਰਬਾਨੀਆਂ ਦਾ ਕੋਈ ਅੰਤ ਨਹੀਂ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਉਹ ਲੋਕ ਜਿਹੜੇ ਇਸ ਵੇਲੇ ਇਸ ਮੂਮੈਂਟ ਦੇ ਵਿੱਚ ਸ਼ਹੀਦ ਹੋ ਗਏ, ਉਹ ਕਿਤੇ ਇੱਕਾ ਦੁੱਕਾ ਲੋਕ ਸਨ। ਇਹਦੇ ਨਾਲ ਇੱਕ ਗੱਲ ਹੋਰ ਸ਼ਾਇਦ ਸਾਡੀ ਜਾਣਕਾਰੀ ਵਾਸਤੇ ਜ਼ਰੂਰੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਅੰਗਰੇਜ਼ ਸਾਨੂੰ ਉਸ ਵੇਲੇ ਵੱਖਰਾ ਰਾਜ ਦਿੰਦਾ ਸੀ, ਸਾਡੇ ਆਗੂਆਂ ਨੇ ਨਹੀਂ ਲਿਆ। ਇਹ ਗੱਲ ਸੱਚ ਨਹੀਂ ਹੈ। ਮੈਂ ਆਪਣੇ ਤਜਰਬੇ ਦੇ ਆਧਾਰ ਤੇ ਇਹ ਗੱਲ ਕਹਿ ਰਿਹਾ। 1947 ਦੇ ਵਿੱਚ ਪੂਰੇ ਪੰਜਾਬ 'ਚ, ਜਦੋਂ ਮੈਂ ਪੂਰਾ ਪੰਜਾਬ ਕਹਿੰਦਾ ਹੈ, ਉਹ 'ਚ ਪਾਕਿਸਤਾਨੀ ਪੰਜਾਬ ਵੀ ਹੈ ਤੇ ਭਾਰਤੀ ਪੰਜਾਬ ਵੀ ਹੈ। ਉਹਦੇ ਵਿੱਚ ਸਿਰਫ ਇੱਕ ਤਹਿਸੀਲ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ, ਬਾਕੀ ਸਾਰੀਆਂ ਤਹਿਸੀਲਾਂ ਦੇ ਵਿੱਚ ਹਰ ਥਾਂ ਅਸੀਂ ਮਾਈਨੋਰਿਟੀ ਵਿੱਚ ਸੀ। ਮੈਨੂੰ ਗੱਲ ਯਾਦ ਆਉਂਦੀ ਹੈ 1947 ਤੋਂ ਬਾਅਦ ਜਿਸ ਵੇਲੇ ਬਾਬਾ ਅੰਬੇਦਕਰ, ਡਾਕਟਰ ਅੰਬੇਦਕਰ ਵਿਧਾਨ ਬਣਾ ਰਹੇ ਸਨ ਤੇ ਸਿੱਖ ਆਗੂ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਦੇ ਵਿੱਚ ਉਹਦੇ ਕੋਲ ਗਏ ਉਹਨੂੰ ਕਹਿਣ ਵਾਸਤੇ ਕਿ ਸਾਡਾ ਬੜਾ ਹੀ ਨੁਕਸਾਨ ਹੋ ਗਿਆ ਹੈ, ਸਾਡੇ ਵਾਸਤੇ ਕੋਈ ਖਾਸ ਖਿਆਲ ਰੱਖੋ ਵਿਧਾਨ ਦੇ ਵਿੱਚ। ਤੇ ਕਹਿੰਦੇ ਨੇ ਤੇ ਅੰਬੇਦਕਰ ਬੜਾ ਹੀ ਹੱਸਿਆ। ਇਹਨਾਂ ਨੇ ਜਦੋਂ ਪੁੱਛਿਆ ਵੀ ਤੂੰ ਮਜ਼ਾਕ ਕਰਦਾ ਹੈ, ਅਸੀਂ ਤਾਂ ਆਪਣਾ ਦਰਦ ਲੈ ਕੇ ਆਏ ਆ, ਤੇ ਉਹ ਕਹਿੰਦਾ ਨਹੀਂ, ਬੇਸ਼ੱਕ ਤੁਹਾਡਾ ਵੰਡ ਨੇ ਬਹੁਤ ਨੁਕਸਾਨ ਕੀਤਾ ਹੈ, ਪਰ ਅੱਜ ਭਾਰਤ ਦੇ ਵਿੱਚ ਇੱਕ ਐਸਾ ਖਿੱਤਾ ਬਣ ਗਿਆ ਹੈ ਜਿਹਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਹੈ। ਅੱਜ ਤੁਸੀਂ ਬਹੁਤ ਗਿਣਤੀ ਦੇ ਆਧਾਰ ਦੇ ਉੱਤੇ ਕੋਈ ਵੀ ਮੰਗ ਕੇ ਮਨਾ ਸਕਦੇ ਹੋ। ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣੇ, ਪੰਜਾਬੀ ਦੇ ਆਧਾਰ ਤੇ ਨਹੀਂ ਬਣਾਇਆ ਗਿਆ, ਲੜਨਾ ਪਿਆ। ਹੋਰ ਬਹੁਤ ਸਾਰੀਆਂ ਲੜਾਈਆਂ ਆਜ਼ਾਦ ਭਾਰਤ ਵਿੱਚ ਸਾਨੂੰ ਕਰਨੀਆਂ ਪਈਆਂ। ਮੇਰਾ ਸਮਾਂ ਮੁੱਕਦਾ ਜਾ ਰਿਹਾ, ਮੈਂ 2-3 ਮਿੰਟ 'ਚ ਸਮਾਪਤੀ ਕਰਨੀ ਹੈ। ਲੜਾਈਆਂ ਲੜਨੀਆਂ ਪਈਆਂ ਸਾਨੂੰ, ਪਰ ਉਸ ਤੋਂ ਬਾਅਦ 1966 ਜਿਸ ਵੇਲੇ ਪੰਜਾਬੀ ਸੂਬਾ ਬਣ ਵੀ ਗਿਆ, ਜਦੋਂ ਅਸੀਂ ਬਹੁਤ ਗਿਣਤੀ ਦੇ ਸਿਰ ਦੇ ਉੱਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਉન્નਤੀ ਦੇ ਯਤਨ ਕਰਨੇ ਸਨ, ਉਸ ਵੇਲੇ ਵੀ ਸਾਡੀ ਬਕਾਊ ਲੀਡਰਸ਼ਿਪ ਨੇ ਸਾਡੇ ਪੰਜਾਬ ਦਾ ਕੁਝ ਨਹੀਂ ਸਵਾਰਿਆ। ਉਹ ਵੀ ਦਿੱਲੀ ਦੇ ਪੈਰ ਚੱਟਦੇ ਰਹੇ। ਉਹਨਾਂ ਦੇ ਅੰਦਰ ਵਿਜ਼ਨ ਦੀ ਘਾਟ ਸੀ, ਜਾਂ ਉਹਨਾਂ 'ਚ ਕਾਬਲੀਅਤ ਦੀ ਘਾਟ ਸੀ, ਜਾਂ ਕੁਝ ਹੋਰ ਸੀ। ਉਹ ਸਾਡੇ ਸਾਹਮਣੇ ਹੈ। ਅਸੀਂ ਪਿਛਲੇ 75 ਸਾਲਾਂ ਤੋਂ 1947 ਤੋਂ ਲੈ ਕੇ ਗੱਲ ਕਰ ਲਈ ਹੈ, ਅਸੀਂ 47 ਤੋਂ ਲੈ ਕੇ ਸੰਤਾਪ ਭੋਗਦੇ ਆਏ। ਕਦੇ ਵੰਡ ਤੋਂ ਬਾਅਦ ਰਿਫਿਊਜੀ ਬਣ ਕੇ ਪਾਕਿਸਤਾਨ ਦੀ ਧਰਤੀ ਤੋਂ ਆਏ ਲੋਕਾਂ ਨੂੰ ਬਸਾਉਣ ਦੀ ਲੜਾਈ ਲੜਦੇ ਰਹੇ, ਕਦੇ ਕੁਝ ਕਰਦੇ ਰਹੇ। ਅੱਜ ਹਾਲਤ ਇਹ ਹੈ ਜਿੱਥੇ ਸਾਡਾ ਰਾਜਨੀਤਿਕ ਆਗੂ ਆਪਣੇ ਮਕਸਦ ਵਾਸਤੇ ਵਿਕਿਆ ਹੋਇਆ ਹੈ, ਉਹਦੇ ਨਾਲ ਹੀ ਸਾਡਾ ਸਿੱਖ ਵਿਦਵਾਨ ਜਿਹੜਾ ਹੈ ਉਹ ਵੀ ਵੱਖਰੇ ਪ੍ਰਭਾਵਾਂ ਹੇਠ ਵੱਖ-ਵੱਖ ਤਰੀਕਿਆਂ ਦੇ ਨਾਲ ਸਿੱਖ ਸਿਧਾਂਤ ਦੇ ਵਿੱਚ ਰਲਾ ਪਾਉਣ ਦੇ ਉੱਤੇ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਬੜਾ ਨੁਕਸਾਨ ਅਸੀਂ ਕੀਤਾ ਹੈ ਤੇ ਬੜਾ ਨੁਕਸਾਨ ਸਾਡਾ ਹੋ ਰਿਹਾ ਹੈ। ਅਸੀਂ ਕੁਝ ਇੱਕ ਲੋਕ ਜਿਹੜੇ ਚਿੰਤਕ ਨੇ ਇਸ ਪ੍ਰਤੀ ਇੱਕ ਹੋਕਾ ਹੀ ਦੇ ਸਕਦੇ ਹਾਂ, ਆਵਾਜ਼ ਹੀ ਦੇ ਸਕਦੇ ਹਾਂ, ਉਹ ਦੇ ਰਹੇ ਹਾਂ। ਮਿਸ਼ਨਰੀ ਕਾਲਜਿਸ ਦੇ ਪਲੇਟਫਾਰਮ ਤੋਂ ਬਹੁਤ ਸਾਰੀਆਂ ਗੱਲਾਂ ਖੁੱਲ੍ਹ ਕੇ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ। ਬਹੁਤ ਸਾਰੀਆਂ ਗੱਲਾਂ ਸਾਨੂੰ ਅੰਦਰ ਬੈਠ ਕੇ ਕਰਨੀਆਂ ਹੁੰਦੀਆਂ, ਜਿਹੜੀਆਂ ਅੱਜ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਸ਼ਾਇਦ ਇੰਨੀਆਂ ਖੁੱਲ੍ਹ ਕੇ ਅਸੀਂ ਪੰਜਾਬ ਦੇ ਵਿੱਚ ਨਾ ਕਰ ਸਕਦੇ ਹੁੰਦੇ। ਭਲਾ ਹੋਵੇ ਇਸ ਲੋਕਡਾਊਨ ਦਾ, ਜਿਹਨੇ ਜ਼ੂਮ ਰਾਹੀਂ ਤੇ ਮਾਡਰਨ ਟੈਕਨੋਲੋਜੀ ਰਾਹੀਂ ਸਾਨੂੰ ਪੂਰੇ ਸੰਸਾਰ ਦੇ ਸਿੱਖਾਂ ਨੂੰ ਜੋੜ ਦਿੱਤਾ ਹੈ। ਅੱਜ ਅਸੀਂ ਆਪਣੇ ਕੰਪਿਊਟਰ ਦੇ ਇੱਕ ਕਲਿੱਕ ਕਰਕੇ ਪੂਰੇ ਸੰਸਾਰ ਦੇ ਸਿੱਖ ਇੱਕ ਪਲੇਟਫਾਰਮ ਤੇ ਜੁੜ ਸਕਦੇ ਹਾਂ। ਅੱਜ ਨਿਰੋਲ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕਰਨੀ, ਉਹਦੇ ਅਨੁਸਾਰ ਆਪ ਆਪਣਾ ਅਮਲੀ ਜੀਵਨ ਬਣਾਉਣਾ, ਤੇ ਉਸ ਤੋਂ ਬਾਅਦ ਆਪਣੇ ਆਲੇ ਦੁਆਲੇ ਉਸ ਖੂਬਸੂਰਤ ਜੀਵਨ ਦੀ ਖੁਸ਼ਬੂ ਜਿਹੜੀ ਹੈ ਉਹ ਬਖੇਰਨ ਦੀ ਲੋੜ ਹੈ। ਜਦੋਂ ਗੁਰੂ ਨਾਨਕ ਦਾ ਸਿਧਾਂਤ ਸਾਡੇ ਜੀਵਨ ਵਿੱਚ ਆ ਜਾਏਗਾ, ਫਿਰ ਇਹੋ ਜਿਹੇ ਜਿਹੜੇ ਰਾਜਨੀਤਿਕ ਇਸ਼ੂਜ਼ ਨੇ ਇਹ ਬਹੁਤ ਜਲਦੀ ਅਸੀਂ ਹੱਲ ਕਰਨ ਦੇ ਯੋਗ
ਹੋ ਸਕਾਂਗੇ। ਮੈਨੂੰ ਦੱਸਿਆ ਗਿਆ ਸੀਗਾ ਕਿ ਬਾਅਦ ਦੇ ਵਿੱਚ ਤੁਹਾਡੇ ਜਵਾਬ ਸਵਾਲ ਵੀ ਹੋਣਗੇ ਸ਼ਾਇਦ। ਮੈਂ ਪਹਿਲੀ ਵਾਰੀ ਤੁਹਾਡੀ ਕਲਾਸ ਦੇ ਵਿੱਚ ਅੱਜ ਹਾਜ਼ਰੀ ਭਰੀ ਹੈ, ਉਹਦੇ ਲਈ ਤੁਹਾਡਾ ਧੰਨਵਾਦ ਕਰਦਾ। ਮੈਂ ਸਕਰੀਨ ਤੇ ਵੇਖ ਰਿਹਾ ਸਰ ਰਾਜਾ ਸਿੰਘ ਹੋਰਾਂ ਨੇ ਵੀ ਜੁਆਇਨ ਕੀਤਾ ਹੋਇਆ ਹੈ। ਸ਼ਾਇਦ ਇਹ ਰਾਜਾ ਸਿੰਘ ਜਾਂ ਜਲੰਧਰ ਵਾਲੇ ਨੇ। ਜਿਵੇਂ ਸਰਦਾਰ ਹਰਜੀਤ ਸਿੰਘ ਨੂੰ ਮੈਂ ਕਲਾਸਿਸ ਦੇ ਵਿੱਚ ਲੈ ਕੇ ਆਇਆ ਸੀ, ਮੈਂ ਸਰਦਾਰ ਰਾਜਾ ਸਿੰਘ ਹੋਰਾਂ ਦੀ ਪ੍ਰੇਰਨਾ ਦੇ ਨਾਲ ਸਭ ਤੋਂ ਪਹਿਲਾਂ ਬਸਤੀ ਸ਼ੇਖ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿੱਚ ਕਲਾਸ ਜੁਆਇਨ ਸਰਦਾਰ ਰਾਜਾ ਸਿੰਘ ਹੋਰਾਂ ਦੇ ਪ੍ਰੇਰਨਾ ਦੇ ਨਾਲ ਕੀਤੀ ਸੀ। ਇਹਨਾਂ ਦੀ ਪ੍ਰੇਰਨਾ ਦੇ ਨਾਲ ਹੀ ਮੈਂ ਮਿਸ਼ਨਰੀ ਕਾਲਜ ਜੁਆਇਨ ਕੀਤਾ ਸੀ 1977 ਦੇ ਵਿੱਚ, ਸ਼ਾਇਦ ਹੁਣ ਪੂਰੀ ਤਰ੍ਹਾਂ ਯਾਦ ਨਹੀਂ। ਉਦੋਂ ਤੋਂ ਗੁਰੂ ਨੇ ਜਿੰਨੀ ਕੁ ਸੇਵਾ ਲਈ ਕਰ ਰਹੇ ਹਾਂ। ਮੈਨੂੰ ਬਹੁਤ ਖੁਸ਼ੀ ਹੈ ਤੁਹਾਡੀ ਸਾਰਿਆਂ ਦੀ। ਮੈਂ ਇੱਕ ਬਹੁਤ ਵੱਡੀ ਪਿਕਚਰ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ। ਸ਼ਾਇਦ ਇਹਦੇ ਵਿੱਚੋਂ ਬਹੁਤ ਸਾਰੇ ਐਸੇ ਇਸ਼ੂਜ਼ ਹੈਗੇ ਨੇ ਜਿਨ੍ਹਾਂ ਨੂੰ ਹੋਰ ਐਕਸਪਲੋਰ ਕਰਨ ਦੀ ਜ਼ਰੂਰਤ ਹੈ, ਉਹਦਾ ਹੋਰ ਵਿਸਥਾਰ ਕਰਨ ਦੀ ਜ਼ਰੂਰਤ ਹੈ। ਅਸੀਂ ਉਹਨੂੰ ਵਿਸਥਾਰ ਕਰਨਾ ਹੈ। ਅਸੀਂ ਉਹ ਲੋਕ ਹੈ ਜਿਨ੍ਹਾਂ ਵੱਲ ਲੋਕ ਵੇਖਦੇ ਨੇ ਕਿ ਇਹ ਲੋਕ ਜਿਹੜੇ ਨੇ ਸ਼ਾਇਦ ਸਾਨੂੰ ਸੇਧ ਦੇ ਦੇਣ। ਜੇ ਅਸੀਂ ਆਪ ਇਹਦੇ ਲਈ ਤਿਆਰੀ ਨਹੀਂ ਕੀਤੀ ਹੋਵੇਗੀ, ਆਪ ਪੂਰੀ ਜਾਣਕਾਰੀ ਨਹੀਂ ਰੱਖਾਂਗੇ, ਅੱਜ ਸਤਹੀ ਤੌਰ ਤੇ ਉੱਪਰੋਂ ਜਿਹੜੀ ਗੱਲ ਹੈ ਨਾ, ਉਹਦੀ ਬਜਾਏ ਸਾਨੂੰ ਡੂੰਘਾਈ ਵਿੱਚ ਜਾਣ ਦੀ ਲੋੜ ਹੈ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਅਸੀਂ ਉਹ ਬੈਨੀਫਿਟ ਨਾ ਲੈ ਸਕੇ ਜਿਹਨਾਂ ਸਾਡਾ ਹੱਕ ਬਣਦਾ ਸੀ। ਤੇ ਕੀ ਕਾਰਨ ਹੈ ਗੁਰੂ ਨਾਨਕ ਸਾਹਿਬ ਦਾ ਏਡਾ ਨਿਆਰਾ ਤੇ ਨਿਰਾਲਾ ਪੰਥ ਅੱਜ ਦੁਆਰਾ ਫਿਰ ਬ੍ਰਾਹਮਣਵਾਦ ਦੀ ਗ੍ਰਿਫਤ ਵਿੱਚ ਆਇਆ ਹੋਇਆ ਹੈ। ਇਹ ਸਾਰੀਆਂ ਗੱਲਾਂ ਦਾ ਨੂੰ ਸੋਚਣਾ ਸਾਡਾ ਫਰਜ਼ ਬਣਦਾ ਹੈ। ਮੈਂ ਬਹੁਤ ਲੰਮਾ ਜਿਹੜਾ ਸੀਗਾ ਇਤਿਹਾਸ ਦਾ ਪੱਖ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਬਹੁਤ ਸਾਰੇ ਪੱਖ ਉਹਦੇ ਵਿੱਚ ਰਹਿ ਗਏ ਹੋਣੇ ਆ, ਕਾਲੀ ਹੋ ਸਕਦਾ ਕੁਝ ਗਲਤ ਵੀ ਕਹਿ ਗਿਆ ਹੋਵਾਂ, ਉਹਦੇ ਲਈ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਰਾ ਸਿੰਘ ਨੇ ਨਾ ਪੜ੍ਹਿਆ ਹੁੰਦਾ ਹੈ ਤੇ ਪਾਕਿਸਤਾਨ ਦੀ ਜਿਹੜੀ ਹੱਦ ਹੈ ਉਹ ਦਰਿਆ ਬਿਆਸ ਬਣਨੀ ਸੀ। ਔਰ ਉਸ ਵੇਲੇ ਦੀ ਜਿਹੜੀ ਸਾਰੀ ਹਾਲਤ ਹੈ ਉਹ ਦੇਖ ਕੇ ਜਿਹੜੀ ਗੱਲ ਤੁਸੀਂ ਮਾਸਟਰ ਤਾਰਾ ਸਿੰਘ ਦੀ ਉਦਾਹਰਣ ਦਿੱਤੀ ਹੈ, ਉਹ ਤਾਂ ਆਪਣੀ ਦੁਪਹਿਰ ਦੀ ਰੋਟੀ ਵੀ ਆਪਣੇ ਘਰੋਂ ਲੈ ਕੇ ਜਾਂਦਾ ਸੀ ਦਫ਼ਤਰ ਦੇ ਵਿੱਚ। ਹਾਲਾਂਕਿ ਇੰਨੇ ਲੰਗਰ ਚੱਲਦੇ ਹੁੰਦੇ ਸਨ ਉੱਥੇ, ਉਹੋ ਜਿਹੇ ਆਗੂ ਸਾਨੂੰ ਨਹੀਂ ਲੱਭਣੇ। ਇਹ ਬੜਾ ਸੁੱਖ ਹੈ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਦੀ ਹੈ। ਸਰ ਰਾਜਾ ਸਿੰਘ ਹੋਰਾਂ ਨੂੰ ਯਾਦ ਹੋਣਾ ਹੈ ਤੁਹਾਡੇ ਤੋਂ, ਹਰਜੀਤ ਸਿੰਘ ਸ਼ਾਇਦ ਪਹਿਲਾਂ ਦੀ ਗੱਲ ਹੈ, ਦਿੱਲੀ ਵਾਲੇ ਗੁਰਮਤ ਮਿਸ਼ਨਰੀ ਮੈਗਜ਼ੀਨ ਦੇ ਵਿੱਚ 4 ਮਹੀਨੇ ਲਗਾਤਾਰ ਬੀਬੀ ਰਜਿੰਦਰ ਕੌਰ ਦੀ ਨਿੱਜੀ ਡਾਇਰੀ ਦੇ ਪੰਨੇ ਛਪੇ ਸਨ। 4 ਮਹੀਨੇ। ਤੇ ਉਹ ਮੇਰੇ ਕੋਲੋਂ ਗਵਾਚ ਗਿਆ, ਮੇਰੇ ਕੋਲ ਨਹੀਂ ਹੈਗੇ। ਹੁਣ ਮੈਂ ਉਹਦਾ ਰੈਫਰੈਂਸ ਹੀ ਦੇ ਸਕਦਾ ਆਪਣੀ ਯਾਦ ਵਿੱਚੋਂ। ਉਹਦੇ ਵਿੱਚ ਉਹ ਲਿਖਦੀ ਹੈ ਕਿ ਅੰਤਮ ਸਮੇਂ ਤੇ ਜਿਸ ਵੇਲੇ ਸਰਦਾਰ ਕਪੂਰ ਸਿੰਘ PGI 'ਚ ਦਾਖਲ ਸਨ ਤੇ ਕੋਈ ਖਬਰ ਲੈਣ ਵੀ ਨਹੀਂ ਜਾਂਦਾ ਸੀ, ਤੇ ਉਹਨਾਂ ਕੋਲ ਗਏ ਕਪੂਰ ਸਿੰਘ ਦੇ ਕੋਲ, ਤੇ ਉਹਨਾਂ ਨੂੰ ਸਵਾਲ ਕੀਤਾ ਕਿ ਕੀ ਸੱਚਮੁੱਚ ਹੀ ਮੇਰੇ ਪਿਤਾ ਜੀ ਜ਼ਿੰਮੇਵਾਰ ਸਨ ਸਿੱਖਾਂ ਦੀ ਗੁਲਾਮੀ ਦੇ। ਤੇ ਕਪੂਰ ਸਿੰਘ ਹੋਰਾਂ ਨੇ ਉਹ ਜਿਹੜੀ ਗੱਲ ਸਵੀਕਾਰ ਕੀਤੀ ਉਹਦੇ ਵਿੱਚ ਬੀਬੀ ਰਜਿੰਦਰ ਕੌਰ ਦੇ ਸਾਹਮਣੇ, ਜਿਹੜਾ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਲੈ ਕੇ ਆਂਦਾ। ਮੈਨੂੰ ਨਹੀਂ ਪਤਾ ਉਹ ਆਰਟੀਕਲਸ ਕਿਤੇ ਅਵੇਲੇਬਲ ਹੈਗੇ ਨੇ ਜਾਂ ਨਹੀਂ, ਜਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਰਜਿੰਦਰ ਕੌਰ ਦੀ ਉਹ ਨਿੱਜੀ ਡਾਇਰੀ ਜਿਹੜੀ ਆ ਉਹ ਕਿਤੇ ਅਵੇਲੇਬਲ ਹੈਗੀ ਆ ਕਿ ਨਹੀਂ ਹੈਗੀ। ਉਹ ਲਿਖਦੀ ਆ ਬੀਬੀ ਰਜਿੰਦਰ ਕੌਰ ਵੀ ਸਰਦਾਰ ਕਪੂਰ ਸਿੰਘ ਨੇ ਮੰਨਿਆ ਕਿ ਨਹੀਂ, ਸਾਚੀ ਸਾਖੀ ਲਿਖਦਿਆਂ ਹੋਇਆਂ ਕਈ ਵਾਰੀ ਮੈਂ ਜਜ਼ਬਾਤੀ ਹੋ ਕੇ ਮਾਸਟਰ ਜੀ ਦੇ ਖਿਲਾਫ ਬਹੁਤ ਜ਼ਿਆਦਾ ਹੀ ਲਿਖ ਦਿੱਤਾ ਹੈ। ਹੁਣ ਮੇਰੀ ਬਹੁਤੀ ਹੋਰ ਡੀਟੇਲ ਦੇ ਵਿੱਚ ਨਾ ਜਾਵਾਂ, ਇਸ ਕਰਕੇ ਕਿਉਂਕਿ ਉਹ ਆਗੂ ਨੇ ਤਾਂ ਉਹਨਾਂ ਦੇ ਸਾਹਮਣੇ ਹੋਰ ਕੋਈ ਚੋਇਸ ਨਹੀਂ ਹੈ। ਜੇ ਸਿੱਖਾਂ ਦੀ ਉਸ ਵੇਲੇ ਲੀਡਰਸ਼ਿਪ ਦੇਖਣੀ ਹੋਵੇ ਤਾਂ 2 ਧੜੇ ਨੇ, ਇੱਕ ਗਿਆਨੀ ਕਰਤਾਰ ਸਿੰਘ ਦਾ, ਇੱਕ ਊਧਮ ਸਿੰਘ ਨਾਗੋਕੇ ਦਾ। ਗਿਆਨੀ ਕਰਤਾਰ ਸਿੰਘ ਵੱਖਰੇ ਖਿੱਤੇ ਦੀ ਗੱਲ ਕਰਦਾ ਤੇ ਊਧਮ ਸਿੰਘ ਨਾਗੋਕੇ ਜਿਹੜਾ ਹੈ ਉਹ ਭਾਰਤ ਵਿੱਚ ਰਹਿਣ ਦੀ ਗੱਲ ਕਰਦਾ ਹੈ। ਅੱਜ ਜਿਹੜੀ ਹਾਲਤ ਸਾਡੇ ਸਾਹਮਣੇ ਆਈ ਹੈ, ਅੱਜ ਹਾਲਤ ਹੋਰ ਹੈ। ਜੇ 1947 ਤੋਂ ਪਹਿਲਾਂ ਦੀ 45, 46, 47 ਦੀ ਗੱਲ ਅਸੀਂ ਕਰਾਂਗੇ ਤੇ ਉਸ ਵੇਲੇ ਇੱਕ ਪਾਸੇ ਮੁਸਲਮਾਨਾਂ ਦੇ ਨਾਲ ਜਾਣ ਦੀ ਗੱਲ ਹੈ ਬਹੁ ਗਿਣਤੀ ਨਾਲ, ਤੇ ਇੱਕ ਪਾਸੇ ਹਿੰਦੂ ਬਹੁ ਗਿਣਤੀ ਦੇ ਨਾਲ ਜਾਣ ਦੀ ਗੱਲ ਹੈ। ਮੁਸਲਮਾਨਾਂ ਦੇ ਨਾਲ ਸਾਡੀ ਸਮਾਜਿਕ ਤੌਰ ਤੇ ਕੋਈ ਸਾਂਝ ਨਹੀਂ, ਹਿੰਦੂਆਂ ਦੇ ਨਾਲ ਸਾਡੀਆਂ ਬਹੁਤ ਸਾਂਝਾਂ ਸੀ। ਜੇ ਤੁਸੀਂ ਆਪਣੇ ਆਪ ਨੂੰ ਉਸ ਵੇਲੇ 45, 46, 47 ਦੇ ਸਮੇਂ ਨਾਲ ਦੇ ਵਿੱਚ ਰੱਖ ਕੇ ਸੋਚਣ ਦੀ ਕੋਸ਼ਿਸ਼ ਕਰੋ ਤੇ ਉਸ ਵੇਲੇ ਦੇ ਆਗੂਆਂ ਦੇ ਕੋਲ ਇਸ 2 ਚੋਇਸਿਸ ਦੇ ਵਿੱਚੋਂ 2 ਜਿਹੜੇ ਸਨ ਮੁੱਦੇ, ਉਹਨਾਂ ਵਿੱਚੋਂ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਇਹ ਹੀ ਉਹਨਾਂ ਦਾ ਫੈਸਲਾ ਕਰਨਾ ਬਣਦਾ ਸੀ। ਜਦੋਂ ਸਮਾਂ ਲੰਘ ਜਾਂਦਾ ਹੈ ਸਾਨੂੰ ਲੱਗਦਾ ਹੈ
ਵੀ ਜੇ ਇਦਾਂ ਕਰ ਲੈਂਦੇ ਤੇ ਇਦਾਂ ਹੋ ਜਾਣਾ ਸੀ, ਇਦਾਂ ਕਰ ਲੈਂਦੇ ਤੇ ਇਦਾਂ ਹੋ ਜਾਣਾ ਸੀ। ਜਦੋਂ ਸਮੇਂ ਤੋਂ ਪਹਿਲਾਂ ਫੈਸਲੇ ਕਰਨੇ ਹੁੰਦੇ ਆ, ਉਸ ਵੇਲੇ ਆਉਣ ਵਾਲੇ ਸਮੇਂ ਬਾਰੇ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੁੰਦਾ। ਦੂਸਰਾ, ਉਸ ਵੇਲੇ ਤੱਕ ਸਿੱਖ ਲੀਡਰਸ਼ਿਪ ਨੂੰ ਕਾਂਗਰਸ ਦੇ ਕੀਤੇ ਵਾਅਦਿਆਂ ਉੱਤੇ ਪੂਰਨ ਭਰੋਸਾ ਸੀ ਕਿ ਇਹਨਾਂ ਨੇ ਸਾਡਾ ਵਾਅਦਾ ਕੀਤਾ, ਇਹ ਵਾਅਦੇ ਵਫਾ ਕਰਨਗੇ। ਉਹਨਾਂ ਨੇ ਨਹੀਂ ਕੀਤੇ, ਇਹ ਉਹਨਾਂ ਦੀ ਵਾਅਦਾ ਖਿਲਾਫੀ ਜਾਂ ਧੋਖਾ ਸੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੰਗਤ ਵਿੱਚੋਂ ਅਸੀਂ ਸਵਾਲ ਲੈਂਦੇ ਆ। ਇੱਕ ਹੈਂਡ ਰੇਜ਼ਡ ਹੈ ਜਿਨ੍ਹਾਂ ਦੀ ਆਈਡੀ ਹੈ ਜਸਬੀਰ। ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਭਾਈ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਨੇ ਬਹੁਤ ਹੀ ਆਪ ਸੁੰਦਰ ਤਰੀਕੇ ਦੇ ਨਾਲ ਜੋ ਸਮਝਾਇਆ ਹੈ। ਮੈਂ ਅੱਗੇ ਵੀ ਆਮ ਰੋਜ਼ ਜੋ ਸਵੇਰੇ ਪ੍ਰੋਗਰਾਮ ਹੁੰਦਾ ਹੈ ਮੈਂ ਜੁੜਦਾ। ਜਸਬੀਰ ਸਿੰਘ, ਕੈਨੇਡਾ ਤੋਂ, USA ਤੋਂ। ਆਪ ਜੀ ਨੇ ਜੋ ਇਸ ਆਧੁਨਿਕ ਲੜਾਈ ਜੋ ਸੀ ਆਜ਼ਾਦੀ ਦੀ, ਉਸ ਬਾਰੇ ਗੱਲ ਕੀਤੀ, ਲੇਕਿਨ ਜੋ ਸਿੱਖਾਂ ਦੀ ਦੇਣ ਇਸ ਦੇਸ਼ ਨੂੰ ਹੈ ਉਹ ਸਾਰੇ ਹਿੰਦੁਸਤਾਨ ਨੇ ਜੋ ਰਿਕਗਨਾਈਜ਼ ਕੀਤਾ ਹੀ ਨਹੀਂ, ਪਤਾ ਹੀ ਨਹੀਂ। ਪਹਿਲੀ ਗੱਲ, ਆਪ ਜੀ ਨੇ ਮੌਰੀਆ ਖਾਨਦਾਨ ਦੀ ਗੱਲ ਕੀਤੀ, ਚੰਦਰਗੁਪਤ ਮੌਰੀਆ, ਜਿਨ੍ਹਾਂ ਨੇ ਨੰਦਾ ਡਾਇਨੈਸਟੀ ਤੋਂ ਆਪਣਾ ਰਾਜ ਖੋਇਆ ਸੀ। ਬੜੀਆਂ ਲੜਾਈਆਂ ਹੋਈਆਂ ਸਨ। ਆਪ ਜੀ ਨੇ ਠੀਕ ਕਿਹਾ ਕਿ ਉਹ ਜੈਨ ਮਤ ਸੀ। ਚੰਦਰਗੁਪਤ ਮੌਰੀਆ ਜਦੋਂ ਆਖਿਰ ਜ਼ਿੰਦਗੀ ਵਿੱਚ ਉਹਨਾਂ ਨੂੰ ਵੀ ਇਹ ਮਹਿਸੂਸ ਹੋਇਆ ਕਿ ਉਸਨੇ ਬੜੇ ਜ਼ੁਲਮ ਕੀਤੇ ਨੇ, ਉਹਨੇ ਜੈਨ ਧਰਮ ਜੈਨੀ ਮੰਕ ਬਣ ਗਏ ਸੀ। ਬੋਧੀ ਹੋ ਗਿਆ ਸੀ। ਹਾਂਜੀ, ਬੋਧੀ ਨਹੀਂ, ਜੈਨੀ ਹੋ ਗਏ ਸੀ। ਜੈਨ ਸੀਗੇ ਲੇਕਿਨ ਜੈਨੀ ਮੰਕ ਬਣ ਗਏ ਸੀ। ਜੈਨੀ ਉਹ ਜਿਹੜੇ ਭਿਕਸ਼ੂ ਹੋ ਗਏ ਸੀ। ਭਿਕਸ਼ੂ ਵੀਰ ਜੀ ਬੁੱਧਾ ਦਾ ਹੁੰਦੇ ਨੇ। ਹਾਂਜੀ, ਨਹੀਂ, ਜੈਨੀਆਂ ਦਾ ਵੀ ਭਿਕਸ਼ੂ ਹੀ ਕਹਿੰਦੇ ਨੇ ਜੀ ਉਹਨਾਂ ਨੂੰ ਵੀ। ਚਲੋ ਕੋਈ ਗੱਲ ਨਹੀਂ, ਨਾਂ ਦੀ ਵਰਡ ਹੀ ਹੈ। ਔਰ ਦੱਸਿਆ ਜਾਂਦਾ ਹੈ ਕਿਉਂਕਿ ਜੈਨ ਧਰਮ ਦੀ ਜੋ ਟ੍ਰੈਡੀਸ਼ਨਸ ਹਨ, ਉਹਨਾਂ ਦੇ ਹਿਸਾਬ ਦੇ ਨਾਲ ਆਪਣੀ ਆਤਮਿਕ ਮੁਕਤੀ ਵਾਸਤੇ ਉਹ ਆਖਿਰ ਵਿੱਚ ਭੁੱਖੇ ਰਹਿ ਕੇ ਉਹਨਾਂ ਦਾ ਅੰਤ ਹੋ ਗਿਆ ਸੀ। ਕਿਉਂਕਿ ਉਹਨਾਂ ਗਿਣਿਆ ਜਾਂਦਾ ਹੈ ਕਿ ਜਿਹੜਾ ਆਦਮੀ ਭੁੱਖਾ ਰਹਿ ਕੇ ਆਪਣੇ ਜੀਵਨ ਨੂੰ ਖਤਮ ਕਰੇ। ਹਾਂ, ਬਿਲਕੁਲ ਠੀਕ ਹੈ ਗੱਲ। ਹਾਂ, तो इस वास्ते जो चंद्रगुप्त मौर्य है ਤਾਂ ਹੀ ਉਸ ਤੋਂ ਬਾਅਦ ਉਹ ਬੁੱਧਾ ਆਇਆ, ਕਿਉਂਕਿ ਉਹ ਸ਼ੁਰੂ ਤੋਂ ਜੈਨ ਸੀਗੇ ਸਾਰੇ। ਤੇ ਉਸ ਤੋਂ ਬਾਅਦ ਮੈਂ ਜੋ ਗੱਲ ਕਰਨ ਲੜਾਈ ਆਜ਼ਾਦੀ ਦੀ, ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਲੜੇ, ਫਿਰ ਮਿਸਲਾਂ ਆਈਆਂ ਜੋ ਸ਼ਹੀਦੀਆਂ ਹੋਈਆਂ ਨੇ ਉਸ ਵਕਤ, ਉਹਨੂੰ ਮੈਨੂੰ ਕਹਿਣ ਦੀ ਲੋੜ ਨਹੀਂ, ਆਪ ਸਭ ਜਾਣਦੇ ਹੋ। ਬੇਅੰਤ ਸੀ ਸਾਹਿਬ, ਬੇਅੰਤ ਕੁਰਬਾਨੀਆਂ ਕੀਤੀਆਂ। ਅਹਿਮਦ ਸ਼ਾਹ ਅਬਦਾਲੀ ਤੱਕ ਲੜਾਈਆਂ ਹੋਈਆਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏ, ਉਹ ਵੀ ਅਫਗਾਨਾਂ ਨਾਲ ਲੜਦੇ ਰਹੇ। ਅਗਰ ਸਿੱਖ ਨਾ ਹੁੰਦੇ, ਸਿੱਖ ਅਗਰ ਉਹ ਕੁਰਬਾਨੀਆਂ ਨਾ ਕਰਦੇ, ਅੱਜ ਮੈਨੂੰ ਪੱਕਾ ਯਕੀਨ ਹੈ ਹਿੰਦੁਸਤਾਨ, ਦਿੱਲੀ, ਆਗਰਾ ਤੱਕ, ਸ਼ਾਇਦ ਬਹੁਤ ਸਾਰਾ ਪੱਛਮ ਹਿੰਦੁਸਤਾਨ ਔਰ ਨਾਰਥ ਇੰਡੀਆ ਅਫਗਾਨਿਸਤਾਨ ਦਾ ਹਿੱਸਾ ਹੋਣਾ ਸੀ। ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਕੋਈ ਤਾਕਤ ਸੀ ਨਹੀਂ ਜਿਹੜੀ ਕਿ ਇਹਨਾਂ ਅਫਗਾਨਾਂ ਨੂੰ ਰੋਕ ਸਕਦੀ। ਰਣਜੀਤ ਸਿੰਘ ਵੀ ਲੜਦੇ ਰਹੇ, ਉਸ ਤੋਂ ਬਾਅਦ ਬ੍ਰਿਟਿਸ਼ ਰਾਜ ਵੀ ਅਫਗਾਨਾਂ ਨੂੰ ਲੜਦੇ ਰਹੇ। ਆਪ ਜੀ ਨੂੰ ਪਤਾ ਹੀ ਹੈ ਜੋ ਲੜਾਈਆਂ ਹੋਈਆਂ, ਜਿਹੜਾ ਉਹ ਕਿਹੜਾ ਸੀ, ਗੜੀ ਸੀਗੀ, ਸਾਰਾਗੜੀ ਦੀ ਲੜਾਈਆਂ ਕਿੰਨੀਆਂ ਹੋਈਆਂ। ਸੋ ਮਤਲਬ ਇਹ ਹੈ, ਇਸ ਅਫਗਾਨਿਸਤਾਨ ਦੇ ਨਾਲ ਸਾਡੀ ਹਮੇਸ਼ਾ ਜਦੋਜਹਿਦ ਰਹੀ ਹੈ। ਔਰ ਅਗਰ ਸਿੱਖ ਉਹ ਨਹੀਂ ਕਰਦੇ ਤਾਂ ਹਿੰਦੁਸਤਾਨ ਦਾ ਅੱਧਾ ਹਿੱਸਾ ਰਹਿ ਜਾਣਾ ਸੀ। तो ये देन है जी सिखा इस देश में। जो आप जी ने सब दसिया वो सब ठीक है, वो तो कोई टिप्पणी कहने की लोड़ नहीं है। तो जो 1783 रामगढ़िया और आलूवालिया मिसलों ने हमला करके दिल्ली में भी फतेह कर लिया सी, उस वेले हिंदुस्तान की कोई ताकत अगे नहीं आई नाल सानू सपोर्ट करने वास्ते। हिंदुस्तान उदों ही आज़ाद हो जाना सी, लेकिन कोई ताकत नहीं सी। मराठा ही ऐसी कौम सी जिन्हें कुछ ताकत सी, वो भी बड़े कमज़ोर हो गए सी, क्योंकि उन्होंने उस वक्त अंग्रेज़ लोग आ गए सन, अंग्रेज़ों ने लड़ाइयाँ करके वो भी कमज़ोर हो गए सन। सो ऐसा इतिहास सारे देश में नहीं पता और उसमें उजागर करने की लोड़ है। और इस देश में बचाने की खातर इस देश की जो भी साड़ी संस्कृति है, उन बचाने जो सिखा का रोल है, ਉਹਦਾ ਕੋਈ ਮੁਕਾਬਲਾ ਹੀ ਨਹੀਂ। ਬਸ ਇਹਨੇ ਸ਼ਬਦ ਕਹਿਣੇ। ਹਾਂਜੀ, ਧੰਨਵਾਦ ਜੀ।
तो 3 हैंड्स होर रेज ने ते मेरी रिक्वेस्ट है जी कि प्लीज़ अपने कमेंट्स थोड़े ब्रीफ ही रखना जी। सो समा साढ़े को लिमिटेड ਹੁੰਦਾ है। सो सब तो पहले डॉक्टर कृपाल सिंह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਥੈਂਕ ਯੂ ਫॉर द ਬਿਊਟੀਫੁਲ ਲੈਕਚਰ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਭਾਈ ਸਾਹਿਬ ਕਿ ਬਈ ਮਹਾਰਾਜ 10ਵੇਂ ਪਾਤਸ਼ਾਹ ਨੇ ਵੀ ਕਿਹਾ ਜਾਵੇ ਗਹਾਂ ਵਿਪਰਨ ਕੀ ਰੀਤ ਤਬ ਨਾ ਕਰੋ ਇਨਕੀ ਪ੍ਰਤੀਤ। ਹਮੇਸ਼ਾ ਅਸੀਂ ਬਾਹਮਣਾਂ ਦੇ ਹਿੱਸੇ ਉਹਦੇ ਫਸਦੇ ਰਹੇ ਆ ਰਿਪੀਟਡਲੀ, ਬਾਵਜੂਦ ਹੋਣ ਦੇ ਇਹ ਸਾਡੇ ਤੇ ਇੰਜੰਕਸ਼ਨ ਕਿ ਵੀ ਨਹੀਂ ਇਹ ਕਰਨਾ, ਫਿਰ ਵੀ ਅਸੀਂ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਮੌਕੇ ਵੀ ਪੰਡਿਤ ਜੱਲੇ ਦੇ ਜਿਹੜੇ ਸੀਗੇ ਬੰਦੇ ਉਹ ਪ੍ਰਧਾਨ ਮੰਤਰੀ ਬਣੇ ਹੋਏ ਸੀਗੇ ਡੋਗਰੇ, ਤੇ ਪਹਾੜੀ ਰਾਜਿਆਂ ਨੂੰ ਚੱਕਣ ਵਾਲੇ ਵੀ ਬਾਹਮਣ ਹੀ ਸੀਗੇ, ਗੰਗੂ ਦਾ ਵੀ ਬਾਹਮਣ ਤੇ ਨਹਿਰੂ ਦਾ ਜਿਹੜਾ ਵੰਸ਼ ਹੈ ਉਹ ਵੀ ਉਹਨਾਂ ਦੇ ਵਿੱਚੋਂ ਹੀ ਹੈ। ਮੁੜ ਮੁੜ ਅਸੀਂ ਕਿਉਂ ਇਹਨਾਂ ਦੇ ਧੱਕੇ ਚੜੀ ਜਾਂਦੇ ਆ? ਵਾਟ ਇਜ਼ ਦ ਰੀਜ਼ਨ ਦੇਅਰ? ਵਿਲ ਯੂ ਪਲੀਜ਼ ਐਕਸਪਲੇਨ? ਧੰਨਵਾਦ ਜੀ। ਹੋਰ ਨੈਕਸਟ ਵਨ ਵੀ ਲਾ ਲਓ ਜੀ, ਸਵਾਲ ਨਾਲ ਲੱਗਦਾ ਜੀ। ਇਹਦਾ ਜਵਾਬ ਚਲੋ ਨੋਟ ਕਰ ਲਿਆ ਉਹਨਾਂ ਨੇ, ਇੱਕੋ ਵਾਰੀ ਗੱਲ ਹਾਂਜੀ। ਕਰਨਗੇ। ਹਾਂਜੀ ਨੈਕਸਟ ਡਾਕਟਰ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਹਿਸਟੋਰੀਕਲ ਲੈਕਚਰ ਬੜਾ ਹੀ ਐਕਸਲੈਂਟ ਹੈ, ਆਈ ਕੈਨ ਜਸਟ ਸੇ ਵਾਓ। ਪਰ ਮੇਰਾ ਸਵਾਲ ਇਹ ਹੈ ਕਿ ਅੱਗੇ ਇਹਦਾ ਹੁਣ ਇਲਾਜ ਕੀ ਹੈ ਕਿ ਸਾਨੂੰ ਸਿੱਖ ਮਿਨੋਰਿਟੀ ਨੂੰ ਸਾਡੇ ਹੱਕ ਕਿਸ ਤਰ੍ਹਾਂ ਮਿਲ ਸਕਦੇ ਨੇ, ਕੀ ਕੀਤਾ ਜਾ ਸਕਦਾ? ਸਵਾਏ ਸਿਰਫ ਤੁਸੀਂ ਹੁਣ ਜੇ ਸਿੱਖ ਮਿਸ਼ਨਰੀ ਕਾਲਜ ਸਾਨੂੰ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਜੇ, ਕੀ ਇਹ ਇਨਫ ਹੈ ਸਾਨੂੰ ਸਾਡੇ ਹੱਕ ਲੈਣ ਵਾਸਤੇ? ਅੱਗੋਂ ਅਸੀਂ ਕੀ ਕਰੀਏ ਹੁਣ? ਚਲੋ ਇੱਕ ਹੈਂਡ ਹੋਰ ਰੇਜ਼ਡ ਹੈ, ਉਹਨਾਂ ਦਾ ਵੀ ਸਵਾਲ ਸੁਣ ਲੈਂਦੇ ਆ, ਫਿਰ ਸਰ ਅਵਤਾਰ ਸਿੰਘ ਜੀ ਇਕੱਠਾ ਰਿਸਪੌਂਡ ਕਰ ਦੇਣਗੇ। ਉਸਤਾਦ ਹਰਪਾਲ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਤੇ ਬਿਲਕੁਲ ਮੇਰਾ ਸਵਾਲ ਉਹੀ ਹੈ ਜੋ ਡਾਕਟਰ ਸੁੰਦਰ ਸਿੰਘ ਨੇ ਕੀਤਾ, ਇਸ ਕਰਕੇ ਮੇਰਾ ਹੋਰ ਕੋਈ ਸਵਾਲ ਨਹੀਂ ਹੈਗਾ ਵੀ ਮੂਵਿੰਗ ਫਾਰਵਰਡ ਅਸੀਂ ਕੀ ਕਰ ਸਕਦੇ ਹਾਂ ਤਾਂ ਜੋ ਅਸੀਂ ਇਸ ਗੁਲਾਮੀ ਚੋਂ ਜਿਹੜੀ ਸਿੱਖ ਕੌਮ ਦੀ ਜਿਹੜੀ ਵਿਚਾਰਧਾਰਾ ਜਿਹੜੀ ਗੁਲਾਮ ਹੋ ਚੁੱਕੀ ਹੈ ਉਹਦੇ ਵਿੱਚ ਬਾਹਰ ਨਿਕਲ ਸਕੀਏ ਤੇ ਹੋ ਸਕੇ ਤਾਂ ਆਪਣਾ ਆਜ਼ਾਦ ਮੁਲਕ ਹੀ ਬਣਾ ਸਕੀਏ। ਵਾਹਿਗੁਰੂ ਖਾਲਸਾ ਵਾਹਿਗੁਰੂ। ਹਾਂਜੀ ਸਰ ਅਵਤਾਰ ਸਿੰਘ ਜੀ। ਪ੍ਰੇਮ ਸਿੰਘ ਜੀ ਦਾ ਵੀ ਸਵਾਲ ਹੈਗਾ ਵੱਡਾ। ਚਲੋ ਇੱਕ ਸਰ ਪ੍ਰੇਮ ਸਿੰਘ ਜੀ ਵੀ ਸੁਣ ਲਓ ਪਹਿਲੇ। ਹਾਂਜੀ ਉਹ ਵੀ ਪਲੀਜ਼ ਅਨਮਿਊਟ ਕਰ ਲਓ ਜੀ। ਇਸ ਤਰ੍ਹਾਂ ਦੇ ਹੋਰ ਵੀ ਆਉਂਦੇ ਰਹਿਣਗੇ। ਉਸਤਾਦ ਇੰਦਰ ਸਿੰਘ ਦਾ ਵੀ ਆ ਗਿਆ। ਵਾਹਿਗੁਰੂ ਖਾਲਸਾ ਫਤਿਹ ਜੀ। ਬਹੁਤ ਬਹੁਤ ਧੰਨਵਾਦ ਹੈ। ਲੇਕਿਨ ਇੱਕ ਚੀਜ਼ ਇਹੀ ਆ ਕਿ ਜਿਹੜੇ ਸਾਡੇ ਵਿਰੋਧੀ ਆ ਜਿਨ੍ਹਾਂ ਨੇ ਚੋਰ ਮੋਰੀ ਰਾਹੀਂ ਆ ਕੇ ਸਾਡੇ ਤੇ ਅਟੈਕ ਕਰਨੇ ਆ, ਮੈਂ ਨਾਂ ਲਊਂਗਾ ਕਿ ਗੁਰੂ ਨਾਨਕ ਚੇਅਰ ਜਿਹੜੀ ਆ ਜਿੱਦਾਂ ਭਾਰਤ ਸਰਕਾਰ ਬਣਾ ਰਹੀ ਆ, ਤਾਂ ਉਹਨਾਂ ਨੇ ਜਿਹੜਾ ਆਪਣਾ ਕੰਮ ਕਰਨਾ ਹੈਗਾ ਉਹ ਵੀ ਇੱਕ ਕੜੀ ਆ ਜਿਹੜੀ ਸਾਨੂੰ ਸੋਚਣੀ ਚਾਹੀਦੀ ਹੈ ਕਿ ਇਹਦੇ ਬਾਰੇ ਵੀ ਸਾਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ। ਚਲੋ ਜੀ ਨੈਕਸਟ ਸਰ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਵਤਾਰ ਸਿੰਘ ਜੀ ਨੇ ਬਹੁਤ ਵਧੀਆ ਹਿਸਟੋਰੀਕਲ ਪਰਸਪੈਕਟਿਵ ਜਿਹੜਾ ਹੈ ਉਹ ਸਾਡੇ ਸਾਹਮਣੇ ਰੱਖਿਆ ਹੈ। ਮੇਰੇ ਵਿਚਾਰ ਵਿੱਚ ਇਹ ਸਵਾਲ ਆਇਆ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਚਿਨਗਾਰੀ ਫੂਕ ਕੇ ਸਿੱਖ ਰਾਜ ਦੀ ਜਿਹੜੀ ਹੈ ਸਥਾਪਨਾ ਕੀਤੀ ਸੀ, ਜਿਵੇਂ ਆਪ ਜੀ ਨੇ ਦੱਸਿਆ ਹੈ, ਉਹ ਕਿਤੇ ਨਾ ਕਿਤੇ ਜਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਾ ਕਰਕੇ ਉਹ ਬੁੱਝ ਗਈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪ ਹੀ ਜਿਹੜੇ ਸਿੰਘ ਸੀਗੇ ਜਿੱਥੇ ਜਿੱਥੇ ਉਹ ਰਾਜ ਕਰਦੇ ਸੀਗੇ ਉਹਨਾਂ ਨੂੰ ਹਰਾ ਕਰਕੇ ਉਹਨਾਂ ਤੇ ਕਬਜ਼ਾ ਕੀਤਾ। ਤੇ ਉਸ ਸਮੇਂ ਅੰਦਰ ਫਿਰ ਜਿਹੜੀ ਵੰਡ ਹੈ ਆਪਸ ਵਿੱਚ ਉਹ ਬੜੀ ਜ਼ਬਰਦਸਤ ਹੋ ਗਈ। ਤੇ ਫਿਰ ਕਿਉਂਕਿ ਉਹ ਇੱਕ ਬੰਦੇ ਦਾ ਰਾਜ ਹੋ ਗਿਆ, ਖਾਲਸਾ ਰਾਜ ਉਹਨੂੰ ਨਹੀਂ ਕਿਹਾ ਜਾ ਸਕਦਾ, ਤੇ ਉੱਥੋਂ ਹੀ ਜਿਹੜੀ ਗਿਰਾਵਟ ਹੈ ਉਹ ਅੱਗੋਂ ਜਾ ਕੇ ਹੁਣ ਤੱਕ ਜਿਹੜੀ ਅਸੈਂਬਲੀ ਨਹੀਂ। ਆਪ ਜੀ ਕੀ ਸੋਚਦੇ ਹੋ ਕਿ ਇਸ ਨੂੰ ਕਿਵੇਂ ਅਸੀਂ ਦੁਬਾਰਾ ਉਸ ਚਿੰਗਾਰੀ ਨੂੰ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਗਾਈ ਸੀਗੀ ਉਸ ਨੂੰ ਕਿਵੇਂ ਅਸੀਂ ਰੀਕਿੰਡਲ ਕਰ ਸਕਦੇ ਹਾਂ? ਇੰਨਾ ਹੀ ਮੇਰਾ ਸਵਾਲ ਹੈ ਜੀ। ਬਹੁਤ ਧੰਨਵਾਦ, ਬਹੁਤ ਧੰਨਵਾਦ। ਇੱਕ ਹਰਦੇਵ ਸਿੰਘ ਹੋਰਾਂ ਵੱਲੋਂ ਸਵਾਲ ਆਇਆ ਹੈਗਾ ਲਾਈਵ ਚਾਰਟ ਦੇ ਉੱਤੇ। ਵਿਧਾਨ ਤੇ ਦਸਤਖਤ ਸਿੱਖ ਆਗੂਆਂ ਨੇ ਅੱਜ ਤੱਕ ਨਹੀਂ ਕੀਤੇ, ਕਿ ਅਸੀਂ ਸਾਬਕਾ ਲੋਕ ਸਭਾ ਸਪੀਕਰ ਹੁਕਮ ਸਿੰਘ ਜੀ ਤੋਂ ਸੁਣਿਆ ਕਰਦੇ ਸੀ ਕਿ ਇਹ ਸੱਚਾਈ ਹੈ? ਹਾਂ ਬਿਲਕੁਲ ਸੱਚ ਹੈ। ਉਹ ਵਿਧਾਨ ਦੀ ਜਿਹੜੀ ਸਬ ਕਮੇਟੀ ਸੀ 3 ਮੈਂਬਰ ਸਨ ਸਿੱਖਾਂ ਦੇ, ਉਹ 'ਚ ਇੱਕ ਹੁਕਮ ਸਿੰਘ ਵੀ ਸਨ, 2 ਹੋਰ ਸਨ, ਮੈਨੂੰ ਉਹਦੇ ਨਾਂ ਜਵਾਨੀ ਇਸ ਵੇਲੇ ਮੇਰੇ ਧਿਆਨ 'ਚ ਨਹੀਂ ਹੈਗੇ, ਮੇਰੇ ਰੈਫਰੈਂਸ ਵਿੱਚ ਲਿਖੇ ਨੇ। ਉਹਨਾਂ ਨੇ ਕਿਉਂਕਿ ਉਹ ਵਿਧਾਨ ਦੀਆਂ ਜਿਹੜੀਆਂ ਸੀਗੀਆਂ ਗੱਲਾਂ ਉਹ ਉਹਨਾਂ ਦੇ ਵਾਅਦਿਆਂ ਤੇ ਪੂਰੀਆਂ ਨਹੀਂ ਉਤਰਦੀਆਂ ਸਨ। ਦੂਸਰਾ ਜਿਹੜੀ ਵਿਧਾਨ ਦੀ ਧਾਰਾ 25
ਬੀ ਸਬ ਕਲੌਜ਼ 2 ਜਿਹਦੇ ਵਿੱਚ ਇਹ ਜਿਹੜੀ ਧਾਰਾ 25 ਹੈ ਉਹ ਸਾਰੀ ਨਹੀਂ, ਮੈਂ ਉਹਦੇ ਉੱਤੇ ਕਾਫੀ ਕੰਮ ਕੀਤਾ। 25 ਧਾਰਾ ਦੀ ਏ ਜਿਹੜੀ ਹੈ ਉਹ ਸਿੱਖਾਂ ਦੇ ਹੱਕ ਵਿੱਚ ਹੈ, ਸਿੱਖਾਂ ਨੂੰ ਵੱਖਰੇ ਸਵੀਕਾਰ ਕਰਦੀ ਹੈ। ਧਾਰਾ ਬੀ ਦੀ ਸਬ ਕਲੌਜ਼ 2 ਜਿਹਦੇ ਵਿੱਚ ਸਿੱਖ ਬੋਧੀ ਜੈਨੀਆਂ ਨੂੰ ਉਹ ਹਿੰਦੂ ਹੀ ਸਮਝਦੇ ਆ, ਉਹਦੇ ਹੁੰਦਿਆਂ, ਉਸ ਕਲੌਜ਼ ਦੇ ਹੁੰਦਿਆਂ ਉਹਨਾਂ ਤਿੰਨਾਂ ਨੇ ਪ੍ਰੋਟੈਸਟ ਰੂਪ ਦੇ ਵਿੱਚ ਉਸ ਵਿਧਾਨ ਦੇ ਉੱਤੇ ਸਾਈਨ ਨਹੀਂ ਕੀਤੇ ਸਨ। ਉਹ ਸਾਈਨ ਵਿਧਾਨ ਤੇ ਨਹੀਂ ਸੀ, ਵਿਧਾਨ ਦੇ ਸੰਬੰਧ ਵਿੱਚ ਇੱਕ ਸਬ ਕਮੇਟੀ ਬਣੀ ਜਿਹਨੂੰ ਸਟੀਅਰਿੰਗ ਕਮੇਟੀ ਜਾਂ ਸਟੈਂਡਿੰਗ ਕਮੇਟੀ ਕਹਿੰਦੇ ਆ, ਉਹ ਸਟੈਂਡਿੰਗ ਕਮੇਟੀ ਦੇ ਮੈਂਬਰ ਸਨ ਤੇ ਉਹਨਾਂ ਨੇ ਉਹਦੇ ਉੱਤੇ ਸਾਈਨ ਨਹੀਂ ਕੀਤੇ ਸਨ। ਇੱਕ ਹੋਰ ਲੰਬਾ ਆਨਸਰ ਸਵਾਲ ਹੈ ਉਹਨਾਂ ਦਾ, ਉਸ ਤੋਂ ਬਾਅਦ ਇੱਕ ਦੋ ਹੋਰਾਂ ਦੀ ਬਾਅਦ ਗੱਲ ਕਰਦੇ ਹਾਂ। ਆਹ ਜਿਹੜੇ ਸਵਾਲ ਨੇ ਤੁਹਾਡੇ ਵੀ ਬ੍ਰਾਹਮਣਵਾਦ 'ਚ ਅਸੀਂ ਬਾਰ-ਬਾਰ ਕਿਉਂ ਫਸਦੇ ਹਾਂ, ਬਹੁਤ ਬਹੁਤ ਅਹਿਮ ਸਵਾਲ ਹੈ। ਬ੍ਰਾਹਮਣਵਾਦ ਕੀ ਹੈ? ਬ੍ਰਾਹਮਣਵਾਦ ਇੱਕ ਪੁਜਾਰੀ ਸ਼੍ਰੇਣੀ ਵੱਲੋਂ ਪਾਇਆ ਹੋਇਆ ਕਰਮਕਾਂਡੀ ਭਰਮਜਾਲ ਹੈ, ਜਿਹਦੇ ਨਾਲ ਬ੍ਰਾਹਮਣ ਦੀਆਂ ਸਾਰੀ ਉਮਰ ਦੀਆਂ ਜਿਹੜੀਆਂ ਰੋਟੀਆਂ ਉਹ ਪੱਕੀਆਂ ਹੋ ਜਾਣ ਤੇ ਉਹਦੀਆਂ ਕਈ ਪੁਸ਼ਤਾਂ ਵਿਹਲੇ ਬੈਠ ਕੇ ਖਾਈ ਜਾਣ, ਤੇ ਉਹਨਾਂ ਨੂੰ ਕਮਾਈ ਤਦੇ ਹੁੰਦੀ ਹੈ ਕਿ ਜੇ ਉਹਦੇ ਜਿਹੜੇ ਜਜ਼ਮਾਨ ਹੈ ਸਾਰੇ ਉਹਨਾਂ ਨੂੰ ਉਹ ਗਲੀ ਗੇਟ 'ਚ ਭਰਮ ਭੁਲੇਖਿਆਂ 'ਚ ਪਾਈ ਰੱਖੇ। ਅੱਜ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਹਾਂ ਕਿ ਅੱਜ ਅਸੀਂ ਬਾਰ-ਬਾਰ ਬ੍ਰਾਹਮਣਵਾਦ ਵਾਲੀਆਂ ਰੀਤਾਂ ਕਿਉਂ ਅਪਣਾ ਰਹੇ ਹਾਂ, ਅੱਜ ਸਾਡੇ ਧਰਮ ਦੇ ਉੱਤੇ ਪੁਜਾਰੀਵਾਦ ਭਾਰੂ ਹੈ। ਤੁਸੀਂ, ਮੈਂ ਇੱਕ ਹੀ ਰੈਫਰੈਂਸ ਦੇਣਾ ਤੁਹਾਨੂੰ, ਜਿਹੜਾ ਇਸ ਸਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਅਜਲਾਸ ਹੋਇਆ ਹੈ, ਉਹਦੇ ਵਿੱਚ ਜਿਹੜੀ ਬਜਟ ਦੀ ਸਪੀਚ ਦਾ ਪਹਿਲਾ ਪੈਰਾਗ੍ਰਾਫ ਹੈ ਉਹ ਇਹ ਹੈ ਕਿ ਕੋਵਿਡ ਲਾਕਡਾਊਨ ਦੇ ਕਰਕੇ ਸਾਡੀ ਗੋਲਕ ਦੀ ਆਮਦਨ ਇੰਨੇ ਕਰੋੜ ਘਟ ਗਈ ਹੈ। ਹੁਣ ਇਹ ਜਿਹੜਾ ਹੈ ਇੱਕ ਫਿਕਰਾ, ਇੰਨੇ ਕਰੋੜ ਸਾਡੀ ਗੋਲਕ ਦੀ ਆਮਦਨ ਘਟ ਗਈ ਹੈ, ਇਹਨੂੰ ਵਿਚਾਰ ਐਨਾਲਾਈਜ਼ ਕਰ ਲਈਏ ਆਪਾਂ। ਸਾਡੀ ਜਿਹੜੀ ਦੌੜ ਹੈ ਉਹ ਗੋਲਕ ਦੀ ਕਮਾਈ ਤੱਕ ਸੀਮਤ ਹੈ। ਗੋਲਕ ਦੀ ਕਮਾਈ ਕਰਨ ਵਾਸਤੇ ਜਾਂ ਗੋਲਕ 'ਚ ਵੱਧ ਤੋਂ ਵੱਧ ਪੈਸੇ ਲੈਣ ਵਾਸਤੇ ਚਾਹੇ ਗੁਰੂ ਅਮਰਦਾਸ ਜੀ ਦੇ ਨਾਂ ਦੇ ਉੱਤੇ ਕੀਲੀ ਗੱਡ ਕੇ ਕੇਸ ਬੰਨਣ ਦੀ ਸਾਜ਼ਿਸ਼ ਕਰ ਲਈਏ, ਤੇ ਚਾਹੇ ਸੁਲਤਾਨਪੁਰ ਦੀ ਬੇਰੀ ਵਿੱਚੋਂ ਖੂਨ ਨਿਕਲਦਾ ਵਿਖਾ ਦਈਏ। ਬੇਸ਼ੱਕ ਸਾਇੰਸ ਨੇ ਜਾਂ ਸਾਡੇ ਜਿਹੜੇ ਯੂਨੀਵਰਸਿਟੀ ਵਾਲੇ ਸਕਾਲਰਸ ਨੇ, ਐਗਰੀਕਲਚਰ ਯੂਨੀਵਰਸਿਟੀ ਵਾਲੇ, ਉਹਨਾਂ ਨੇ ਕਾਰਨ ਉਹਦੇ ਕੋਈ ਹੋਰ ਦੱਸਿਆ। ਇਹੋ ਜਿਹੇ ਕਈ ਭੁਲੇਖੇ ਪਾ ਕੇ ਅਸੀਂ ਲੋਕਾਂ ਨੂੰ ਗੋਲਕ 'ਚ ਪੈਸੇ ਪਾਉਣ ਵਾਸਤੇ ਮਜਬੂਰ ਕਰਦੇ ਹਾਂ। ਫਿਰ ਅਸੀਂ ਇੱਕ ਐਸੀ ਸ਼੍ਰੇਣੀ ਪਾਲ ਲਈ ਹੈ ਜਿਹੜੀ ਧਰਮ ਦੇ ਨਾਂ ਦੇ ਉੱਤੇ ਉਹਨਾਂ ਦਾ ਰੁਜ਼ਗਾਰ ਚੱਲਦਾ ਹੈ। ਕਿੰਨੇ ਹਜ਼ਾਰਾਂ ਪਾਠੀ ਨੇ, ਕਿੰਨੇ ਹਜ਼ਾਰ ਬਾਕੀ ਕਲਾਸਿਸ ਨੇ, ਅਰਦਾਸੀਏ ਨੇ, ਹੋਰ ਸਾਰਾ ਕੁਝ ਹੈ। ਉਹ ਕੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਕਿ ਸਾਰਾ ਕੁਝ ਤੁਸੀਂ ਆਪ ਕਰਨਾ ਹੈ। ਬਾਬਾ ਬੁੱਢਾ ਜੀ ਦੀ ਤਨਖਾਹ ਨਹੀਂ ਲੈਂਦਾ ਸੀ ਹਰਿਮੰਦਰ ਸਾਹਿਬ ਦੀ ਗੋਲਕ ਵਿੱਚੋਂ, ਉਹਦਾ ਬੀੜ ਬਾਬਾ ਬੁੱਢਾ ਜੀ ਦਾ ਮੈਨੇਜਰ ਸੀ ਨਾ, ਉਹਨੂੰ ਮੈਨੇਜ ਕਰਦੇ ਸਨ ਉਹ, ਤੇ ਨਾਲ ਕੰਮ ਕਰਦੇ ਸਨ, ਨਾਲ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਸਨ ਉਹ। ਜਿਹੜੀ ਗੱਲ ਕਿਰਤ ਰੂਪ 'ਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਸੀ, ਉਹਨੂੰ ਅਸੀਂ ਛੱਡ ਕੇ ਅਸੀਂ ਇੱਕ ਵੱਖਰੀ ਸ਼੍ਰੇਣੀ ਜਿਹੜੀ ਹੈ ਉਹ ਪੈਦਾ ਕਰ ਲਈ ਹੈ। ਤੇ ਸ਼੍ਰੇਣੀ ਤੁਸੀਂ ਸਾਰੇ ਸਿਆਣੇ ਹੋ, ਇਕਨੋਮਿਕਸ ਦਾ ਇੱਕ ਫਾਰਮੂਲਾ, ਹਰਜੀਤ ਸਿੰਘ ਨੂੰ ਜ਼ਿਆਦਾ ਪਤਾ ਹੋਣਾ, ਇਹਨੇ ਇਕਨੋਮਿਕਸ ਮੈਨੂੰ ਜ਼ਿਆਦਾ ਪੜ੍ਹੀ ਹੈ, ਸਪਲਾਈ ਤੇ ਡਿਮਾਂਡ ਦੀ। ਜਦੋਂ ਡਿਮਾਂਡ ਹੋਏਗੀ, ਜੇ ਤੁਸੀਂ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਤੋਂ $500 ਭੇਜ ਕੇ ਉੱਥੇ ਹਰ ਕੀ ਪੌੜੀ 'ਚ ਅਖੰਡ ਪਾਠ ਕਰਾਉਣ ਦੀ ਇੱਛਾ ਜ਼ਾਹਰ ਕਰੋਗੇ ਤੇ ਉਹਨਾਂ ਨੇ ਕਹਿਣਾ ਠੀਕ ਹੈ ਜੀ ਲਿਆਓ, ਡਿਮਾਂਡ ਹੈ ਨਾ, ਉਹਦੀ ਸਪਲਾਈ ਵਾਸਤੇ ਉਹਨਾਂ ਨੇ ਸੌਦਾ ਤਿਆਰ ਕਰ ਦੇਣਾ ਹੈ। ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿ ਅਸੀਂ ਗੁਰੂ ਦੇ ਸ਼ਬਦ ਤੋਂ ਟੁੱਟ ਗਏ। ਗੁਰੂ ਦੇ ਸ਼ਬਦ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਪਹਾੜੇ ਤੇ ਪਾਠ ਕਰਵਾਉਣਾ ਹੈ, ਕਿਤੇ ਨਹੀਂ ਲਿਖਿਆ ਹੋਇਆ ਤੁਸੀਂ ਪਹਾੜੇ ਤੇ ਅਰਦਾਸ ਕਰਾਉਣੀ ਹੈ, ਕਿਤੇ ਨਹੀਂ ਲਿਖਿਆ ਹੋਇਆ ਤੁਸੀਂ ਪੁਜਾਰੀ ਨੂੰ ਸੱਦ ਕੇ ਬ੍ਰਾਹਮਣ ਦੀ ਤਰ੍ਹਾਂ ਪੰਜਾਂ ਸਿੱਖਾਂ ਨੂੰ ਰੋਟੀ ਖਿਲਾਉਣੀ ਹੈ ਕਿਉਂਕਿ ਸਾਧਾਂ ਦੇ ਦਿਨ ਆ ਗਏ ਆ, ਕਿਤੇ ਨਹੀਂ ਲਿਖਿਆ ਹੋਇਆ। ਅਸੀਂ ਫਿਰ ਸਾਰਾ ਕੁਝ ਕਰਦੇ ਹਾਂ। ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਸ਼ਬਦ ਵਿੱਚ ਨਹੀਂ ਲਿਖਿਆ ਹੋਇਆ ਕਿ ਤੁਸੀਂ ਤੀਰਥ ਯਾਤਰਾਵਾਂ ਕਰਨੀਆਂ ਨੇ, ਕਿਤੇ ਨਹੀਂ ਲਿਖਿਆ ਹੋਇਆ ਇਹੋ ਜਿਹਾ। ਅਸੀਂ ਕਰ ਰਹੇ ਹਾਂ। ਹੋਇਆ ਕਿ ਅਸੀਂ ਸਾਰੇ ਗੁਰੂ ਦੇ ਸ਼ਬਦ ਨਾਲੋਂ ਦੂਰ ਚਲੇ ਗਏ। ਜਿੱਦਾਂ ਜਿੱਦਾਂ ਗੁਰੂ ਦੇ ਸ਼ਬਦ ਨਾਲੋਂ ਦੂਰ ਅਸੀਂ ਚਲੇ ਗਏ, ਉਵੇਂ ਉਵੇਂ ਹੀ ਇੱਕ ਪੁਜਾਰੀ ਕਿਸਮ ਦੀ ਖਾਸ ਸ਼੍ਰੇਣੀ ਪੈਦਾ ਹੋ ਗਈ, ਪ੍ਰਬੰਧਕ ਸ਼੍ਰੇਣੀ ਪੈਦਾ ਹੋ ਗਈ। ਇਹਦੇ ਲਈ ਜੇ ਤੁਸੀਂ ਚਾਹੋ, ਮੈਂ ਰਿਕਮੈਂਡ ਕਰੂੰਗਾ, ਰਜਨੀਸ਼ ਦੀ ਛੋਟੀ ਜਿਹੀ ਕਿਤਾਬ ਹੈ ਪੰਡਤ, ਪ੍ਰੋਹਤ ਤੇ ਰਾਜਨੇਤਾ। ਉਹਨੇ ਬਹੁਤ ਖੋਲ ਕੇ ਲਿਖਿਆ ਹੈ ਵੀ ਜਿਹੜਾ ਆਰਗੇਨਾਈਜ਼ ਰਿਲੀਜਨ ਹੈ, ਇੱਕ ਸਿਸਟਮ ਹੈ ਜਿਹੜਾ, ਉਹ ਕਾਰਪੋਰੇਟ ਮਾਡਲ ਤੇ ਚੱਲਦਾ ਹੈ। ਤੇ ਕਾਰਪੋਰੇਟ ਮਾਡਲ ਦੇ ਵਿੱਚ ਸਭ ਤੋਂ ਪਹਿਲਾਂ ਇਨਕਮ ਦੇਖੀ ਜਾਂਦੀ ਹੈ
ਤੇ ਅੱਜ ਸਾਡੇ ਧਰਮ ਦੇ ਸਥਾਨ ਨੇ ਜਿਹੜੇ ਉਹ ਗੁਰਮਤ ਦੇ ਪ੍ਰਚਾਰ ਦੇ ਕੇਂਦਰ ਨਹੀਂ ਹਨ। ਮੈਨੂੰ ਖਿਮਾ ਕਰਿਓ, ਤੁਹਾਡੇ ਪਿੰਡ ਦਾ ਜਾਂ ਤੁਹਾਡੇ ਸ਼ਹਿਰ ਦੇ ਛੋਟੇ ਤੋਂ ਛੋਟੇ ਗੁਰਦੁਆਰੇ ਤੋਂ ਲੈ ਕੇ ਸਿੱਖ ਕੌਮ ਦੇ ਵੱਡੇ ਤੋਂ ਵੱਡਾ ਸਥਾਨ ਜਿਹੜਾ ਹੈ ਉਹ ਕਾਰਪੋਰੇਟ ਮਾਡਲ ਤੇ ਚੱਲਦਾ ਹੈ। ਕਿਹੜੇ ਤਰੀਕੇ ਕਰਨਾ ਆਮਦਨ ਵੱਧਦੀ ਹੈ, ਕਿਹੜਾ ਤਰੀਕਾ ਕਰਨ ਦੇ ਨਾਲ ਲੋਕੀ ਅਟਰੈਕਟ ਹੁੰਦੇ ਹੈ। ਜੇ ਲੰਗਰ ਦੇ ਵਿੱਚ ਜਲੇਬੀਆਂ ਪਕੌੜੇ ਦੇਣ ਦੇ ਨਾਲ ਜ਼ਿਆਦਾ ਲੋਕ ਇਕੱਠੇ ਹੁੰਦੇ ਆ ਨਾ, ਤੇ ਉਹ ਦੇਣੇ ਆ ਅਸੀਂ, ਤੇ ਅਸੀਂ ਉਹਨੂੰ ਸੰਗਤ ਕਹੀ ਜਾਂਦੇ ਆ। ਜਦੋਂ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ ਨਾ ਕਿ ਸਾਡੀ ਤਰਾਸਦੀ ਅੱਜ ਇਹੀ ਹੈ ਕਿ ਅਸੀਂ ਅਣਰੰਗੇ ਮਨਾਂ ਵਾਲੇ ਲੋਕਾਂ ਦੀ ਭੀੜ ਨੂੰ ਗੁਰਸੰਗਤ ਸਮਝਣ ਦਾ ਭੁਲੇਖਾ ਪਾਲੀ ਬੈਠੇ ਆ। ਹੁਣ ਇਹਨੂੰ ਸਾਰੇ ਸਮਝ ਲਿਓ ਤੁਸੀਂ। ਬ੍ਰਾਹਮਣਵਾਦ ਦਾ ਇਹੀ ਕਾਰਨ ਹੈ ਕਿ ਅਸੀਂ ਸ਼ਬਦ ਨੂੰ ਨਹੀਂ ਮੰਨਿਆ, ਸ਼ਬਦ ਨੂੰ ਨਹੀਂ ਵਿਚਾਰਿਆ, ਅਸੀਂ ਕਿਰਾਏ ਤੇ ਠੇਕੇ ਤੇ ਸਾਰਾ ਕੁਝ ਕਰਾਉਣ ਦੀ ਗੱਲ ਕੀਤੀ। ਗੁਰਬਾਣੀ ਨੇ ਇਸ ਗੱਲ ਨੂੰ ਨਹੀਂ ਸਵੀਕਾਰ ਕੀਤਾ। ਇਹ ਜਦੋਂ ਤੱਕ ਅਸੀਂ ਨਹੀਂ ਛੱਡਾਂਗੇ ਉਦੋਂ ਤੱਕ ਇਹ ਜਿਹੜਾ ਸਿੱਖਾਂ ਤੇ ਬ੍ਰਾਹਮਣ ਥੋੜੋ ਨੇ, ਇਹ ਤਾਂ ਦਾੜੀਆਂ ਵਾਲੇ ਪੁਜਾਰੀ ਨੇ, ਬੜੇ ਸੋਹਣੇ ਉੱਪਰ ਦੀ ਕਿਰਪਾਨਾਂ ਪਾਉਂਦੇ ਨੇ, ਬੜੇ ਸੋਹਣੇ ਚੋਲੇ ਪਾਉਂਦੇ ਨੇ, ਦਸਤਾਰਾਂ ਕਿੰਨੀਆਂ ਸੋਹਣੀਆਂ ਪੋਚ ਕੇ ਬੰਨ੍ਹਦੇ ਨੇ ਉਹ। ਅਸੀਂ ਫਿਰ ਉਹਨਾਂ ਕੰਮ ਉਹੀ ਕਰਦੇ ਨੇ, ਉਹ ਜੋ ਪ੍ਰੋਤ ਤੇ ਜਜਮਾਨ ਦਾ ਕੰਮ ਬ੍ਰਾਹਮਣ ਕਰਦਾ ਸੀਗਾ ਉਦਾਂ ਹੀ ਇਹ ਕਰਦੇ ਨੇ। ਇਸ ਤੋਂ ਸਾਨੂੰ ਬਚਣ ਦੀ ਲੋੜ ਹੈ। ਇੱਕ ਸਵਾਲ ਸੀਗਾ ਵੀ ਇਹ ਜਿਹੜੀ ਹਾਲਤ ਹੈ ਇਹਦਾ ਹੱਲ ਕੀ ਹੈ। ਮਿਸ਼ਨਰੀ ਕਾਲਜ ਦੇ ਜਿਹੜੀਆਂ ਕਲਾਸਿਸ ਨੇ ਇਹੀ ਇਕੱਲਾ ਹੱਲ ਨਹੀਂ ਹੈ। ਮੈਂ ਇਹ ਮੰਨ ਕੇ ਚੱਲਦਾ ਹੈ ਮਿਸ਼ਨਰੀ ਕਾਲਜ ਜੁਆਇਨ ਕਰਨ ਤੋਂ ਪਹਿਲਾਂ ਮੇਰਾ ਕੁਝ ਸਾਲ ਸੰਬੰਧ ਉਹਨਾਂ ਲੋਕਾਂ ਨਾਲ ਸੀ ਜਿਹੜੇ ਰੱਬ ਨੂੰ ਨਹੀਂ ਮੰਨਦੇ। ਮੈਂ ਉਸ ਐਂਗਲ ਤੋਂ ਕਈ ਵਾਰੀ ਸੋਚਦਾ ਹੁੰਦਾ ਭਈ ਅਸੀਂ ਲੋਕਾਂ ਨੇ ਇੱਕ ਨੁਕਤਾ ਆਪਣੇ ਧਿਆਨ ਚੋਂ ਗਵਾ ਦਿੱਤਾ ਹੈ, ਉਹ ਹੈ ਗੁਰੂ ਬੜਾ ਬੇਅੰਤ ਹੈ, ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ। ਇੱਕ ਮਾਧੋ ਦਾਸ ਨਾਂ ਦਾ ਬੈਰਾਗੀ ਜਿਹੜਾ ਤੰਤਰਿਕ ਹੈ, ਜਾਦੂ ਟੂਣਿਆਂ ਨਾਲ ਲੋਕਾਂ ਨੂੰ ਪੁੱਠੇ ਸਿੱਧੇ ਕਰਦਾ ਹੈ, ਗੁਰੂ ਦਾ ਥਾਪੜਾ ਲੈਂਦਾ ਹੈ, ਗੁਰੂ ਦੀ ਬਖਸ਼ਿਸ਼ ਲੈਂਦਾ ਹੈ, ਪੂਰੇ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹਨੂੰ ਵਕਤ ਪਾ ਦਿੰਦਾ ਹੈ। ਕੱਲਾ ਹੀ 20 ਸਿੰਘ ਤੇ 5 ਪਿਆਰੇ ਲੈ ਕੇ ਤੁਰਿਆ ਸੀ ਹਜੂਰ ਸਾਹਿਬ ਤੋਂ। ਅਸੀਂ ਕਈ ਵਾਰੀ 25 ਇਕੱਠੇ ਕਰਦੇ ਨੇ, 25 ਨਹੀਂ ਸਨ, 5 ਪਿਆਰੇ ਸਨ ਤੇ 20 ਸਿੰਘ ਸਨ। 25 ਜੀ ਲੈ ਕੇ ਤੁਰਿਆ ਉਹ, ਤੇ ਕਿੱਥੋਂ ਤੱਕ ਸਰਹੰਦ ਦਾ ਐਡਾ ਕੰਮ, ਐਡਾ ਤਕੜਾ ਸੂਬਾ ਹੈ। ਉਹ ਸੁਪਨੇ ਵਿੱਚ ਵੀ ਬੜਾ ਕੇ ਵਜ਼ੀਰ ਖਾਂ ਉੱਠਦਾ ਸੀ, ਬੰਦਾ ਆਇਆ। ਮਤਲਬ ਕਿਉਂ ਹੋ ਗਿਆ? ਗੁਰੂ ਦੀ ਬਖਸ਼ਿਸ਼ ਨਾਲ। ਗੁਰੂ ਦੀ ਬਖਸ਼ਿਸ਼ ਲੈਣ ਦੇ ਲਈ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਪੈਂਦਾ ਹੈ, ਐਵੇਂ ਨਹੀਂ ਮਿਲ ਜਾਂਦੀ ਹੈ। ਤੇ ਪਾਤਰ ਬਣਨ ਵਾਸਤੇ ਗੁਰੂ ਦੇ ਸ਼ਬਦ ਨਾਲ ਜੁੜਨਾ ਪੈਂਦਾ ਹੈ। ਮੈਨੂੰ ਇਸ ਤੋਂ ਬਗੈਰ ਹੋਰ ਕੋਈ ਹੱਲ ਨਹੀਂ ਲੱਭਦਾ। ਬਾਕੀ ਜਦੋਂ ਤੁਸੀਂ ਉਦਮ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਨੇਕਾਂ ਹੱਲ ਦਿੱਤੇ ਹੋਏ ਨੇ। ਇਹੋ ਜਿਹੀ ਹਾਲਤ ਵਿੱਚ ਕਿਵੇਂ ਕਰਨਾ ਹੈ, ਉਹਦਾ ਹੱਲ ਇਲਾਜ ਕੀ ਹੈ, ਉਹ ਜਦੋਂ ਅਸੀਂ ਪੜਾਂਗੇ ਤੇ ਹੋ ਜਾਵਾਂਗੇ। ਫਿਰ ਪ੍ਰੇਮ ਸਿੰਘ ਹੋਰੀ ਅਕਸਰ ਇਹ ਗੱਲ ਕਰਦੇ ਨੇ ਕਿ ਵਿਰੋਧੀ ਹਮਲੇ ਵਾਰ-ਵਾਰ ਕਰੀ ਜਾਂਦੇ ਆ, ਸਿੱਖ ਚੇਅਰ ਕਾਇਮ ਹੋ ਗਈ। ਉਹ ਸਿੱਖ ਚੇਅਰ ਦਾ ਕਿਉਂ ਇੰਨਾ ਹਊਆ ਖੜਾ ਕਰਦੇ ਹੋ ਤੁਸੀਂ? ਭਾਰਤ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਨੇ, ਖਾਸ ਕਰਕੇ ਪੰਜਾਬ ਦੀਆਂ 3 ਯੂਨੀਵਰਸਿਟੀਆਂ ਜਿਹੜੀਆਂ ਹੈ, ਉਹਨਾਂ ਦੇ ਫੰਡ ਵੀ ਭਾਰਤ ਸਰਕਾਰ ਹੀ ਦਿੰਦੀ ਹੈ। ਤੁਸੀਂ ਉਹਨਾਂ ਨੂੰ ਚਲਾਉਣਾ ਕਿਵੇਂ ਹੈ? ਤੁਸੀਂ ਉਹਦੇ ਵਿੱਚੋਂ ਕੀ ਕੱਢਣਾ ਹੈ? ਮੈਨੂੰ ਯਾਦ ਹੈ ਇੱਥੇ ਸਾਡੇ ਇੰਗਲੈਂਡ ਦੇ ਵਿੱਚ ਜਦੋਂ ਪਹਿਲਾ ਸਿੱਖ ਸਟੱਡੀ ਸੈਂਟਰ ਯੂਨੀਵਰਸਿਟੀ ਵਿੱਚ ਕੈਂਪ ਹੋਇਆ ਸੀ, ਬੜੇ ਲੋਕਾਂ ਨੇ ਵਿਰੋਧ ਕੀਤਾ ਸੀ। ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਹੈ। ਵੁਲਵਰਹੈਂਪਟਨ ਯੂਨੀਵਰਸਿਟੀ ਵਿੱਚ ਸਥਾਪਿਤ ਹੋਇਆ ਪੰਜਾਬੀ ਤੇ ਸਿੱਖ ਸਟੱਡੀਜ਼ ਡਿਪਾਰਟਮੈਂਟ ਜਿਹੜਾ ਹੈ, ਮੈਂ ਉਹਦੇ ਐਡਵਾਈਜ਼ਰੀ ਬੋਰਡ ਦਾ ਮੈਂਬਰ ਹਾਂ। ਮੈਂ ਬਕਾਇਦਾ ਉਹਨਾਂ ਦੇ ਮੀਟਿੰਗਸ ਦੇ ਵਿੱਚ ਬੈਠਦਾ ਹਾਂ। ਮੈਂ ਉਹਨਾਂ ਦੇ ਕੋਰਸਿਸ ਤੱਕ ਚੇਂਜ ਕਰਵਾ ਦਿੱਤੇ। ਮੈਂ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਪੂਰਨ ਤੌਰ ਤੇ ਸੁਧਾਰ ਕਰ ਦਿੱਤਾ ਹੈ, ਪਰ ਕਿਉਂਕਿ ਮੈਂ ਵਿੱਚ ਬੈਠਾ ਹਾਂ, ਮੈਂ ਉਹਦੇ ਵਿੱਚ ਉਹਦਾ ਸੁਧਾਰ ਕਰਨ ਦਾ ਯਤਨ ਕਰਦਾ ਹਾਂ। ਜਦੋਂ ਅਸੀਂ ਬਾਹਰ ਬੈਠ ਕੇ ਬਾਰ-ਬਾਰ ਇੱਕ ਹਊਆ ਖੜਾ ਕਰਦੇ ਹਾਂ ਤੇ ਫਿਰ ਅਸੀਂ ਇਹ ਕਰਦੇ ਹਾਂ ਕਿ ਸਾਨੂੰ ਕਿਸੇ ਪਾਸੇ ਵੀ ਜਿਹੜੀ ਸਾਡੀ ਖੋਜ ਹੈ ਉਹਦਾ ਕੰਮ ਰੁਕ ਜਾਏ। ਇੱਕ ਵੱਖਰਾ ਵਿਸ਼ਾ ਹੈਗਾ। ਦੂਸਰਾ ਰਾਜ ਦੀ ਗੱਲ ਜਿਹੜੀ ਹੈ ਵੀ ਸਾਡੇ ਅੰਦਰੋਂ ਉਹ ਚਿਣਗ ਕਿਉਂ ਖਤਮ ਹੋ ਗਈ? ਬੰਦਾ ਬਹਾਦਰ ਦੇ ਰਾਜ ਦੇ ਵਿੱਚ ਸਾਡੇ ਅੰਦਰ ਇੱਕ ਸੰਕਲਪ ਪੈਦਾ ਹੋਇਆ ਸੀ ਕਿ ਅਸੀਂ ਰਾਜ ਕਰਨ ਦੇ ਯੋਗ ਹੈ। ਜਿਸ ਵੇਲੇ ਬਾਬਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਉਹਨਾਂ ਦੇ ਲਾਹੌਰ ਦੇ ਸੂਬੇਦਾਰ ਦਾ ਬਾਜ ਫੜ ਕੇ ਸਿੰਘਾਂ ਨੇ ਲੈ ਆਂਦਾ, ਸਿੱਖਾਂ ਨੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ। ਤੇ ਜਦੋਂ ਫੌਜਦਾਰ ਨੇ ਬਾਜ ਮੰਗਿਆ ਸੀ, ਰਤਨ ਸਿੰਘ ਭੰਗੂ ਲਿਖਦਾ ਨਾ, हमने बाज ना उनको देना, ताज बाज सब उनसे लेना। वो बाज मंगते ने, ये बाज आम चिड़ियां ते जुल्म करता है। इसे तरह आम जनता ते जुल्म करने वाले हाकमां दा असी राज भी खो लेना है, असी ओहदा ताज भी खो लेना। वो तो बाज मंगते ने। ये एक भावना सी साडे अंदर। वो जिहड़ी भावना है
ਉਹ ਚੜ੍ਹਦੀ ਕਲਾ ਦੇ ਜੀਵਨ ਤੋਂ ਬਗੈਰ ਨਹੀਂ ਆਉਂਦੀ। ਜਦੋਂ ਅਸੀਂ ਛੋਟੇ ਛੋਟੇ ਲਾਲਚਾਂ ਦੇ ਮਗਰ ਲੱਗ ਕੇ ਇੱਧਰ ਉੱਧਰ ਲੋਕਾਂ ਦੀਆਂ ਖੁਸ਼ਾਮਦਾਂ ਕਰਦੇ ਹਾਂ ਤੇ ਫਿਰ ਸਾਨੂੰ ਇਹੋ ਜਿਹੀਆਂ ਆਸਾਂ ਨਹੀਂ ਕਰਨੀਆਂ ਚਾਹੀਦੀਆਂ। ਬੰਦਾ ਸਿੰਘ ਦਾ ਜਿਹੜਾ ਬੰਦਾ ਬਹਾਦਰ ਦਾ ਬੰਦਾ ਸਿੰਘ ਨਹੀਂ, ਉਹਦਾ ਨਾਮ ਗੁਰਬਖਸ਼ ਸਿੰਘ ਸੀ। ਬੰਦਾ ਤੇ ਸਤਿਗੁਰੂ ਦਾ ਬੰਦਾ ਬਣਿਆ ਸੀ, ਗੁਲਾਮ ਮੈਂ ਤੇਰਾ ਬੰਦਾ ਹੈ। ਤੇ ਬਾਬਾ ਮਹਾਰਾਜ ਨੇ ਕਹਿ ਦਿੱਤਾ ਸੀ ਤੂੰ ਬੰਦਾ ਹੈ, ਜੇ ਤੂੰ ਬੰਦਾ ਹੈ ਤੇ ਮੈਂ ਤੈਨੂੰ ਬਹਾਦਰ ਬਣਾਵਾਂਗਾ। ਤੇ ਉਹਦੀ ਅੱਲ ਬੰਦਾ ਬਹਾਦਰ ਪੱਕ ਗਈ ਸੀ, ਨਾ ਤੇ ਉਹਦਾ ਗੁਰਬਖਸ਼ ਸਿੰਘ ਸੀ। ਮੈਂ ਇਸ ਕਰਕੇ ਬੰਦਾ ਸਿੰਘ ਬਹਾਦਰ ਨਹੀਂ ਸੰਬੋਧਨ ਕਰਦਾ, ਬੰਦੇ ਬਹਾਦਰ ਦੇ ਤੌਰ ਤੇ ਸੰਬੋਧਨ ਕਰਦਾ। ਉਹ ਜਿਹੜੀ ਚਿਣਗ ਉਹਨੇ ਬਾਲੀ ਸੀ, ਅੱਜ ਸਾਡੇ ਅੰਦਰ ਹੌਲੀ ਹੌਲੀ ਜਿਹੜੀ ਹੈ ਉਹ ਮੱਧਮ ਪੈਂਦੀ ਜਾਂਦੀ ਹੈ। ਕੋਈ ਸਵਾਲ ਹੋਰ ਨੇ? ਸਿੱਖ ਘੱਟ ਗਿਣਤੀ ਕੀ ਹੈ? ਇਹ ਘੱਟ ਗਿਣਤੀ ਰਹਿ ਜਾਵੇਗੀ। ਪੰਜਾਬ ਗੁਰੂਆਂ ਦੇ ਨਾਮ ਤੇ ਕਿਵੇਂ ਜਿਉਂਦਾ ਹੈ? ਪੰਥ ਦੀ ਮਰਿਆਦਾ ਕੀ ਹੈ? ਵਿਦਵਾਨ ਕਿਹਨੂੰ ਕਿਹਾ ਜਾਂਦਾ ਹੈ? ਇਹ ਲਵਪ੍ਰੀਤ ਸਿੰਘ ਦਾ ਸਵਾਲ ਹੈ, ਬੜਾ ਹੀ ਲੰਬਾ ਸਵਾਲ ਹੈ। ਇਸ ਤੋਂ ਪਹਿਲਾਂ ਇੱਕ ਸਵਾਲ ਹੈ, ਵਾਹਿਗੁਰੂ ਜੀ ਇਸ ਦਾ ਇਲਾਜ ਇੱਕੋ ਹੈ ਕਿ ਸਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਅਪਣਾਈਏ। ਠੀਕ ਹੈ, ਅਸੀਂ ਘੱਟ ਗਿਣਤੀ ਸੀ, ਪਰ ਸਾਡੇ ਕੋਲ ਇੱਕ ਐਸਾ ਖਿੱਤਾ ਹੈਗਾ ਸੀ ਜਿੱਥੇ ਅਸੀਂ ਬਹੁ ਗਿਣਤੀ ਵਿੱਚ ਸਾਂ ਪੰਜਾਬ 'ਚ। ਸ਼ਾਇਦ ਉਹ ਬਹੁਤਾ ਲੰਮਾ ਸਮਾਂ ਬਹੁ ਗਿਣਤੀ ਵਿੱਚ ਨਹੀਂ ਰਹਿਣਾ, ਕਿਉਂਕਿ ਪੰਜਾਬ ਦੇ ਵਿੱਚੋਂ ਸਾਡੇ ਬੱਚੇ ਤੇ ਬਾਹਰ ਤੁਰੇ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਸੈਂਟਰਲ ਇੰਡੀਆ, ਬਿਹਾਰ ਤੇ ਸਾਊਥ ਇੰਡੀਆ ਤੋਂ ਲੋਕ ਆ ਕੇ ਬਸੀ ਜਾਂਦੇ ਹੈ। ਸਾਡੇ ਛੋਟੇ ਛੋਟੇ ਪੰਜਾਬ ਦੇ ਕਾਰੋਬਾਰ ਉਹਨਾਂ ਨੇ ਸੰਭਾਲ ਲਏ ਆ। ਆਉਣ ਵਾਲੇ ਸਮੇਂ 'ਚ ਪੰਜਾਬ ਵੀ ਬਹੁ ਗਿਣਤੀ ਵਾਲਾ ਸੂਬਾ ਨਹੀਂ ਬਚਣਾ। ਡੈਮੋਕ੍ਰੇਸੀ ਦੇ ਵਿੱਚ ਸਿਰਾਂ ਦੀ ਗਿਣਤੀ ਕੀਤੀ ਜਾਂਦੀ ਹੈ, ਸਿਰਾਂ ਦੀ। ਤੇ ਅਸੀਂ ਜਿਹੜੇ ਸਿਰ ਹੈਗੇ ਵੀ ਹਾਂ, ਚਾਹੇ ਉਹ ਮਾਈਨੋਰਿਟੀ 'ਚ ਹੈ, ਉਹ ਵੀ ਵੰਡੇ ਹੋਏ ਆ। ਕੋਈ ਅਕਾਲੀ ਸਿੱਖ ਹੈ, ਕੋਈ ਟਕਸਾਲੀ ਸਿੱਖ ਹੈ, ਕੋਈ ਕਾਂਗਰਸੀ ਸਿੱਖ ਹੈ, ਕੋਈ ਝਾੜੂ ਵਾਲਿਆਂ ਦਾ ਸਿੱਖ ਹੈ, ਕੋਈ ਕਿਸੇ ਦਾ ਸਿੱਖ ਹੈ। ਕਦੇ ਪੁੱਛ ਕੇ ਵੇਖੀਏ ਕਿ ਤੁਸੀਂ ਤੁਹਾਡੇ 'ਚੋਂ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਵੀ ਹੈਗਾ? ਇਸ ਕਰਕੇ ਇਹਨਾਂ ਗੱਲਾਂ ਦੀ ਲੋੜ ਹੈ। ब्राह्मणवाद विष्णुवाद रूप से जातिवाद है। ठीक है, ਇਹ ਜਿੰਨੇ ਅਸੀਂ ਅੱਜ ਸਾਡੇ ਸਮਾਜ ਦੇ ਵਿੱਚ ਜੋ ਹੋ ਰਿਹਾ, ਤੁਸੀਂ ਜਿੰਨੇ ਬੈਠੇ ਹੋ ਅੱਜ ਇਹ ਸਾਰੀ ਗੱਲਬਾਤ ਸੁਣ ਰਹੇ ਹੋ, ਮੈਨੂੰ ਆਸ ਹੈ ਕਿ ਤੁਸੀਂ ਤੇ ਉਹ ਬ੍ਰਾਹਮਣਵਾਦ ਵਾਲਾ ਜਿਹੜਾ ਕਰਮਕਾਂਡੀ ਸਿਸਟਮ ਹੈ ਉਹਦੇ ਵਿੱਚ ਨਹੀਂ ਫਸੇ ਹੋਵੋਗੇ। ਤੇ ਜਦੋਂ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ ਹੀ ਆਪਾਂ, ਜਦੋਂ ਅਸੀਂ ਆਪਣੇ ਘਰਾਂ ਦੇ ਕੰਮਕਾਰ ਕਰਨ ਲੱਗਦੇ ਹਾਂ, ਕੋਈ ਦਿਨ ਸੁੱਧ ਹੁੰਦਾ ਹੈ, ਕਿਸੇ ਬੱਚੇ ਦਾ ਵਿਆਹ, ਆਨੰਦ ਕਾਰਜ ਹੁੰਦਾ ਜਾਂ ਕੁਝ ਹੋਰ ਹੁੰਦਾ ਹੈ, ਜਦੋਂ ਅਸੀਂ ਆਪਣੇ ਢੰਗ ਨਾਲ ਕਰਦੇ ਹਾਂ ਤੇ ਬਹੁਤ ਸਾਰੇ ਲੋਕੀ ਵੇਖ ਕੇ ਤੁਹਾਨੂੰ ਫਾਲੋ ਕਰਦੇ ਆ। ਜੇ ਅਸੀਂ ਵੀ ਉਸੇ ਭੀੜ ਦਾ ਹਿੱਸਾ ਬਣਨ ਵਾਸਤੇ ਉਹਨਾਂ ਵਰਗੇ ਹੋ ਜਾਈਏ ਤੇ ਫਿਰ ਉਹ ਅਸਲੀ ਨੁਕਸਾਨ ਹੈ। ਜੇ ਅਸੀਂ ਆਪਣੇ ਨੁਕਤੇ ਤੇ ਕਾਇਮ ਰਹੀਏ ਫਿਰ ਉਹ ਨੁਕਸਾਨ ਨਹੀਂ। ਉਹ ਤੋਂ ਆਸ ਰੱਖਣੀ ਚਾਹੀਦੀ ਹੈ। ਇਕੱਲਾ ਹੀ ਹੁੰਦਾ ਮਨੁੱਖ ਚੱਲਦਾ, ਹੌਲੀ ਹੌਲੀ ਕਾਰਵਾਂ ਬਣਦਾ ਜਾਂਦਾ ਹੈ, ਲੋਕ ਜੁੜਦੇ ਜਾਂਦੇ ਹੈ। ਤੇ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੈ, ਸਾਡੇ ਕੋਲ ਤਾਂ ਗੁਰੂ ਸਾਹਿਬ ਦਾ ਸਿਧਾਂਤ ਹੈ, ਗੁਰੂ ਸਾਹਿਬ ਦਾ ਇਤਿਹਾਸ ਹੈ। ਕੀ ਇਹ ਮੁਸ਼ਕਲਾਂ ਗੁਰੂ ਸਾਹਿਬ ਦੇ ਵੇਲੇ ਨਹੀਂ ਆਈਆਂ? 239 ਸਾਲ 1468 ਤੋਂ ਲੈ ਕੇ 1708 ਤੱਕ ਅੱਜ ਵਾਲੇ ਹਾਲਤ ਨਹੀਂ ਬਣੇ ਉੱਥੇ। ਆਪਾਂ ਨੂੰ ਯਾਦ ਨਹੀਂ ਹੈ ਕਿ ਕਿਵੇਂ ਪ੍ਰਿਥੀ ਚੰਦ ਨੇ ਹਰਮੰਦਰ ਸਾਹਿਬ ਦੀ ਨਾਕਾਬੰਦੀ ਕਰਵਾਤੀ ਸੀ, ਅੰਮ੍ਰਿਤਸਰ ਦੀ ਨਾਕਾਬੰਦੀ ਕਰਵਾਤੀ ਸੀ, ਲੰਗਰ ਤੱਕ ਮਸਤਾਨੇ ਹੋ ਗਏ ਸਨ। ਇਹੋ ਜਿਹੀ ਹਾਲਤ ਬਣਦੀ ਆਈ ਹੈ। ਉਹਦੇ ਵਿੱਚੋਂ ਗੁਰੂ ਸਾਹਿਬ ਨੇ ਉਹਨਾਂ ਹਾਲਤਾਂ ਵਿੱਚੋਂ ਕਿਵੇਂ ਨਿਕਲੇ? ਇਹ ਉਹਦੇ ਵਿੱਚੋਂ ਹਮੇਸ਼ਾ ਢਹਿੰਦੀ ਕਲਾ ਦੀ ਗੱਲ ਕਰਨ ਵਾਲੀ ਗੱਲ, ਹਮੇਸ਼ਾ ਹਾਏ ਮਾਰੇ ਗਏ, ਲੁੱਟੇ ਗਏ, ਉਹਨਾਂ ਨੇ ਉਹ ਕਰਤਾ, ਉਹਨਾਂ ਨੇ ਉਹ ਕਰ ਦਿੱਤਾ ਹੈ, ਇਹ ਕਰਨ ਦੀ ਬਜਾਏ ਕਦੇ ਚੜ੍ਹਦੀ ਕਲਾ 'ਚ ਰਹਿ ਕੇ ਆਪਣੀ ਗੱਲ ਕਰਨ ਦਾ ਯਤਨ ਕਰੀਏ। ਫਿਰ ਮੈਨੂੰ ਲੱਗਦਾ ਹੈ ਜਦੋਂ ਅਸੀਂ ਆਪਣਾ ਹਿੱਸਾ ਪਾਵਾਂਗੇ ਫਿਰ ਬਾਕੀ ਵੀ ਜੁੜਦੇ ਜਾਣਗੇ ਤੇ ਇਹਦੇ ਵਿੱਚੋਂ ਹੋਰ ਕਈ ਕੁਛ ਨਿਕਲਦਾ ਜਾਏਗਾ। ਇੱਕ ਸਵਾਲ ਹੈ, ਪੰਜਾਬ ਗੁਰਾਂ ਦੇ ਨਾਮ ਤੇ ਵੀ ਕਿਵੇਂ ਜਿਉਂਦਾ ਹੈ? ਪੰਥ ਦੀ ਮਰਿਆਦਾ ਕੀ ਹੈ? ਵਿਦਵਾਨ ਕਿਹਨੂੰ ਕਿਹਾ ਜਾਂਦਾ ਹੈ? ਪੰਜਾਬ ਗੁਰਾਂ ਦੇ ਨਾਂ ਤੇ ਇਸ ਕਰਕੇ ਜਿਉਂਦਾ ਸੀ ਕਿ ਉਹ ਪੰਜਾਬ ਦੇ ਵਿੱਚ, ਚਾਹੇ ਪੰਜਾਬ ਦਾ ਹਿੰਦੂ ਸੀ, ਚਾਹੇ ਪੰਜਾਬ ਦਾ ਸਿੱਖ ਸੀ ਜਾਂ ਪੰਜਾਬ ਦਾ ਮੁਸਲਮਾਨ ਸੀ, ਉਹ ਸਾਰੇ ਸਵੇਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸਨ। ਕਿੰਨੇ ਸਾਰੇ ਪੁਰਾਣੇ ਹਿੰਦੂ ਸਨ ਜਿਹੜੇ ਸਵੇਰ ਨੂੰ ਜਪਜੀ ਸਾਹਿਬ ਦਾ ਪਾਠ ਕਰਦੇ ਸਨ। ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਉਹ ਲੋਕ ਜਿਹੜੇ ਸਨ ਗੁਰਾਂ ਦੇ ਨਾਂ ਦੇ ਉੱਤੇ ਜਿਉਣ ਵਾਲੇ ਲੋਕ ਸਨ। ਪੰਥ ਦੀ ਮਰਿਆਦਾ ਕੀ ਹੈ? ਇਸ ਵੇਲੇ ਸਾਡੇ ਕੋਲ ਬੇਸ਼ੱਕ ਸਾਡੇ ਬਹੁਤ ਸਾਰੇ ਸਵਾਲ ਹੋਣਗੇ, ਬਹੁਤ ਸਾਰੀਆਂ ਕਿੰਤੂ ਪਰੰਤੂ ਹੋਣਗੇ, ਕਿਉਂਕਿ ਸਾਨੂੰ ਆਦਤ ਪੈ ਗਈ ਨਾ ਸਵਾਲ ਕਰਨ ਦੀ। ਸਾਡੇ ਕੋਲ ਇੱਕੋ ਹੀ ਮਰਿਆਦਾ ਹੈ ਪੰਥ ਦੀ, ਜਿਹੜੀ ਸਭ ਤੋਂ ਪਹਿਲਾਂ 1936 'ਚ ਬਣੀ ਤੇ 1942 ਵਿੱਚ ਸੋਧੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ
ਤੇ ਸੰਗਤਾਂ ਦੇ ਵਿੱਚ ਵੰਡੀ। ਇਹ ਗੱਲ ਵੱਖਰੀ ਹੈ ਕਿ ਜਿਹੜੇ ਛਾਪ ਕੇ ਵੰਡਦੇ ਸਨ, ਜਿਹੜੇ ਪਬਲਿਸ਼ ਕਰਦੇ ਸਨ, ਉਹਨਾਂ ਨੇ ਉਸ ਮਰਿਆਦਾ ਨੂੰ ਵਿਸਾਰ ਦਿੱਤਾ ਹੈ, ਪਰ ਅਸੀਂ ਤਾਂ ਉਹਨੂੰ ਫਾਲੋ ਕਰਨਾ ਹੈ। ਅਰਦਾਸ ਕੀ ਹੈ ਤੇ ਕਿਸ ਅੱਗੇ ਕਰਨੀ ਹੈ, ਇਹ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾ ਹੈ। ਅਰਦਾਸ ਕੀ ਹੈ, ਕਿਸ ਅੱਗੇ ਕਰਨੀ ਹੈ? ਆਪਣੇ ਗੁਰੂ ਅੱਗੇ ਕਰਨੀ ਹੈ ਅਰਦਾਸ, ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਹੋਰ ਕਿਹਦੇ ਅੱਗੇ ਕਰਨੀ ਹੈ? ਆਪਾਂ ਸਿੱਖ ਦਾ ਤਾਂ ਗੁਰੂ ਤੇ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਓਟ ਆਸਰਾ ਹੀ ਨਹੀਂ ਹੈ। ਤੇ ਅਰਦਾਸ ਇੱਕ ਅਰਦਾਸ ਸ਼ਬਦਾਂ ਨਾਲ ਕੀਤੀ ਜਾਂਦੀ ਹੈ, ਇੱਕ ਸ਼ਬਦਾਂ ਤੋਂ ਬਗੈਰ ਕੀਤੀ ਜਾਂਦੀ ਹੈ। ਤੁਸੀਂ ਕਦੇ ਅਹਿਸਾਸ ਕੀਤਾ ਹੈ ਜਦੋਂ ਤੁਹਾਡਾ ਮਨ ਬੈਰਾਗ 'ਚ ਹੋਵੇ, ਕਦੇ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਆਪਣੇ ਮਨ ਦੇ ਬਲਬਲੇ ਸਾਂਝੇ ਕਰੋ, ਜਦੋਂ ਤੁਹਾਡੀਆਂ ਅੱਖਾਂ 'ਚੋਂ ਆਪ ਮੁਹਾਰੇ ਪਾਣੀ ਵਗ ਰਿਹਾ ਹੋਵੇ, ਉਸ ਵੇਲੇ ਬੇਦਨਾ ਭਰੀ ਹੋਵੇ, ਇੱਕ ਬੈਰਾਗ ਆਇਆ ਹੋਵੇ ਤੁਹਾਡੇ ਹਿਰਦੇ ਦੇ ਵਿੱਚ, ਉਸ ਵੇਲੇ ਸ਼ਬਦ ਖਤਮ ਹੋ ਜਾਂਦੇ ਨੇ। ਸੱਚੀ ਅਰਦਾਸ ਵਾਸਤੇ ਸੱਚੀ ਅਰਦਾਸ ਸ਼ਬਦਾਂ ਦੀ ਮੁਹਤਾਜ ਨਹੀਂ ਹੈ, ਉਹ ਅੰਦਰ ਦੀ ਗੱਲ ਹੈ ਤੇ ਗੁਰੂ ਅੰਦਰ ਦੀ ਗੱਲ ਜਾਣਦਾ ਹੈ। ਅਸੀਂ ਵਾਰ-ਵਾਰ ਇਹ ਗੱਲ ਪੜ੍ਹਦੇ ਹਾਂ। ਜਾਤੀਵਾਦ ਦੀ ਗੱਲ ਕੀਤੀ ਹੈ, ਕਾਫੀ ਸਾਰੇ ਸਵਾਲ ਨੇ। Thanks a lot for giving the insight into the corporate model of priestly class. ਇਹ ਗੱਲ ਮੈਂ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਕਾਰਪੋਰੇਟ ਵਰਡ ਦੀ ਗੱਲ ਕੀਤੀ ਹੈ। ਮੈਂ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਨੇੜੇ ਹੋ ਕੇ ਵੇਖੀ ਹੈ। ਇੱਥੇ ਰਹਿੰਦਿਆਂ ਮੈਂ ਉਹਨਾਂ ਦੇ ਧਾਰਮਿਕ ਸਲਾਹਕਾਰ ਬੋਰਡ ਦਾ ਕਈ ਸਾਲ ਮੈਂਬਰ ਰਿਹਾ। ਮੈਂ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਬੈਠਦਾ ਰਿਹਾ। ਮੈਂ ਉਹਨਾਂ ਨੂੰ ਸੁਧਾਰਨ ਵਾਸਤੇ ਨਹੀਂ ਜਾਂਦਾ ਸਾਂ, ਵੇਖਣ ਵਾਸਤੇ ਜਾਂਦਾ ਸੀ ਕਿ ਕੀ ਕਰਦੇ ਨੇ ਉਹ। ਤੇ ਉਹਦੇ ਆਧਾਰ ਤੇ ਜੋ ਮੇਰਾ ਆਪਣਾ ਤਜਰਬਾ ਹੈ, ਉਹਦੇ ਆਧਾਰ ਤੇ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਕਿ ਸਾਡੇ ਧਰਮ ਸਥਾਨ, ਸਾਡੇ ਧਾਰਮਿਕ ਪ੍ਰਬੰਧਕ, ਇੱਥੋਂ ਤੱਕ ਸਾਡੇ ਤਖਤ ਸਾਹਿਬਾਨਾਂ ਦੇ ਜਥੇਦਾਰ, ਤਖਤ ਸਾਹਿਬ ਸਾਡੇ ਵਾਸਤੇ ਸਤਿਕਾਰਯੋਗ ਨੇ। ਤਖਤ ਸਾਹਿਬ ਦੀਆਂ ਪਦਵੀਆਂ ਸਾਡੇ ਵਾਸਤੇ ਸਤਿਕਾਰਯੋਗ ਨੇ। ਉਹਨਾਂ ਪਦਵੀਆਂ ਤੇ ਸਮੇਂ-ਸਮੇਂ ਬੈਠਣ ਵਾਲੇ ਲੋਕ ਜਿਹੜੇ ਨੇ, ਉਹ ਜਦੋਂ ਸਿੱਖ ਸਿਧਾਂਤ ਦੇ ਖਿਲਾਫ ਗੱਲਾਂ ਕਰਦੇ ਨੇ ਤੇ ਉਸ ਵੇਲੇ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਉਹਨਾਂ ਲਈ ਨਹੀਂ ਉਹਨਾਂ ਨਾਲ ਖੜ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਅਕਾਲ ਤਖਤ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀਆਂ ਪਦਵੀਆਂ ਦੇ ਨਾਲ ਅਸੀਂ ਨਹੀਂ ਖੜੇ। ਇਹ ਸੋਚਣਾ ਬਹੁਤ ਜ਼ਰੂਰੀ ਹੈ। ਬਸ ਬਾਕੀ ਸਵਾਲ ਅਸੀਂ ਜਿਹੜੇ ਆ ਛੋਟੇ ਕਮੈਂਟ ਹੈਗੇ ਆ, ਉਹ ਟਾਈਮ ਆਪਣਾ ਹੋ ਚੁੱਕਾ ਕਾਫੀ। ਹਾਂਜੀ ਠੀਕ ਹੈ, ਸੌਰੀ ਮੈਨੂੰ ਪਤਾ ਨਹੀਂ ਸੀ ਸਮਾਂ ਕਿੰਨਾ। ਮੈਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਹਿਣਾ। ਇਸ ਤੋਂ ਬਾਅਦ ਕਈ ਨੇ ਸਵਾਲ ਦਿੱਤੇ ਹੋਏ, ਮੈਂ ਕੋਸ਼ਿਸ਼ ਕਰੂੰਗਾ ਜੇ ਹੋ ਸਕੇ ਬਾਅਦ ਚ ਮੈਂ ਜਵਾਬ ਦੇ ਦੂੰ। ਵੈਸੇ ਮੋਸਟਲੀ ਜਵਾਬ ਆਲਰੇਡੀ ਤੁਹਾਡੀ ਗੱਲਾਂ ਵਿੱਚੋਂ ਉਹਨਾਂ ਨੂੰ ਮਿਲ ਗਿਆ ਹੋਣਾ ਚਾਹੀਦਾ ਹੈ। ਤੋ ਮੇਰੇ ਖਿਆਲ 'ਚ ਜੋ ਤੁਸੀਂ ਐਕਸਪਲੇਨ ਕੀਤਾ ਹੈ ਨਾ, ਉਸਨੂੰ ਸੁਣ ਕੇ ਕਿਸੇ ਨੂੰ ਕੋਈ ਕਨਫਿਊਜ਼ਨ ਰਹਿ ਨਹੀਂ ਜਾਣਾ ਚਾਹੀਦਾ। ਤੋ ਬਾਕੀ ਜਿਹੜੇ ਉਂਝ ਵਿਸ਼ੇ ਬਹੁਤ ਲੰਬੇ ਨੇ, ਉਹ ਫਿਰ ਕਦੀ ਤੁਸੀਂ ਸਮਾਂ ਦੇਣਾ ਤੇ ਤੁਹਾਡੇ ਅਸੀਂ ਫਿਰ ਦਰਸ਼ਨ ਦੀਦਾਰ ਕਰਾਂਗੇ ਤੇ ਵਿਚਾਰ ਵੀ ਸੁਣਾਂਗੇ। ਤੋ ਅੱਜ ਦਾ ਸਾਡਾ ਸਮਾਂ ਇੱਥੇ ਖਤਮ ਹੋ ਰਿਹਾ। ਤੋ ਮੈਂ ਹੁਣ ਸਰ ਹਰਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਵੀ ਅਗਲਾ ਪ੍ਰੋਗਰਾਮ ਅਨਾਉਂਸ ਕਰ ਦੇਣ।